हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਇਹ ਕੰਪਿਊਟਰ ਦੀ ਪਹਿਲੀ ਮੈਰਾਥਨ ਹੈ PSSB ਦੇ ਆਉਣ ਵਾਲੇ ਪੇਪਰਾਂ ਦੇ ਲਈ। ਕੰਪਿਊਟਰ ਮੈਰਾਥਨ ਪਹਿਲੀ ਮੈਰਾਥਨ ਹੈ। ਮੇਨ ਜਿਹੜੇ ਆਪਾਂ ਟਾਰਗੇਟ ਕਰ ਰਹੇ ਹਾਂ ਪੇਪਰ, ਜਿਵੇਂ ਲਾਇਬ੍ਰੇਰੀਅਨ ਦਾ, ਫੋਰੈਸਟ ਗਾਰਡ ਦਾ, ਕਲਰਕ ਦਾ ਤੇ ਐਕਸਾਈਜ਼ ਇੰਸਪੈਕਟਰ ਦਾ। ਸੋ ਜਿਹੜਾ ਇਹ ਲਾਇਬ੍ਰੇਰੀਅਨ ਦਾ ਪੇਪਰ ਹੈ ਇਹ ਥੋੜਾ ਜਿਹਾ ਈਜ਼ੀ ਲੈਵਲ ਦਾ ਹੈ, ਠੀਕ ਹੈ। ਜਿਵੇਂ ਆਪਾਂ ਨੂੰ ਪਤਾ ਹੀ ਵੀ ਸਕੂਲ ਲਾਇਬ੍ਰੇਰੀਅਨ ਦਾ ਹੈ, ਤਾਂ ਇਹਦੇ ਲਈ ਇਹ ਜਿਹੜੀ ਮੈਰਾਥਨ ਹੈ ਇਹਦੇ ਲਈ ਤਾਂ ਮੇਨ ਫੋਕਸ ਇਹਦਾ ਇਸੇ ਤੇ ਹੀ ਹੈ, ਲਾਇਬ੍ਰੇਰੀਅਨ ਤੇ। ਇਹਨੂੰ ਇਹ 100% ਕਵਰ ਕਰੂ। ਤੇ ਜਿਹੜੇ ਆਹ ਵਾਲੇ ਪੇਪਰ ਨੇ ਫੋਰੈਸਟ ਗਾਰਡ, ਕਲਰਕ ਤੇ ਐਕਸਾਈਜ਼ ਇੰਸਪੈਕਟਰ, ਇਹਦੇ ਵਿੱਚ ਇਹਦਾ 60 to 70% ਸਿਲੇਬਸ ਹੋਊਗਾ, ਠੀਕ ਹੈ। ਸੋ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਲੈਵਲ ਅਪ ਹੈ। ਵੈਸੇ ਮਾਰਕਸ ਦੀ ਗੱਲ ਕਰੀਏ ਤਾਂ ਲਾਇਬ੍ਰੇਰੀਅਨ ਦੇ ਵਿੱਚ 15 ਮਾਰਕਸ ਦਾ ਆਪਾਂ ਨੂੰ ਕੰਪਿਊਟਰ ਆਉਣਾ। ਇਹਦੇ ਵਿੱਚ ਥੋੜੇ ਜਿਹੇ ਲਾਇਬ੍ਰੇਰੀ ਦੇ ਇਹਨਾਂ ਦੇ ਆਪਣੇ ਸਬਜੈਕਟ ਨੇ, ਜਿਵੇਂ ਕੋਹਾ ਵਗੈਰਾ ਹੈ, ਲਿਬਸਿਸ ਹੈ, RFID ਹੈ। ਉਹਨਾਂ ਦੇ ਲਈ ਮੈਂ ਅਲੱਗ ਤੋਂ ਵੀਡੀਓ ਬਣਾਈਆਂ ਹੋਈਆਂ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਉਹਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਜਾ ਕੇ 2 ਵੀਡੀਓ ਨੇ ਉਹ RFID ਤੇ ਕੋਹਾ ਵਾਲੀਆਂ, ਉਹ ਦੇਖ ਸਕਦੇ ਹੋ। ਤਾਂ ਇਹ ਲਾਇਬ੍ਰੇਰੀਅਨ ਵਾਸਤੇ ਤਾਂ 100% ਸਫੀਸ਼ੀਐਂਟ ਹੈ, ਸਾਰੇ ਸਿਲੇਬਸ ਨੂੰ ਕਵਰ ਕਰਦੀ ਹੈ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਇਕੱਲੇ ਲਾਇਬ੍ਰੇਰੀਅਨ ਵਾਸਤੇ ਹੈ, ਕਿਉਂਕਿ ਬੇਸਿਕ ਕੁਐਸਚਨ ਸਾਰਿਆਂ ਦੇ ਸੇਮ ਹੀ ਹੁੰਦੇ ਨੇ, ਚੇਂਜ ਨਹੀਂ ਹੁੰਦੇ। ਤੇ ਦੂਜੀ ਵੱਡੀ ਗੱਲ ਕਿ ਇੱਕੋ ਹੀ ਬੋਡੀ ਪੇਪਰ ਕੰਡਕਟ ਕਰਾ ਰਹੀ ਹੈ PSSB, ਹੈ ਨਾ। ਤਾਂ ਇਹਨਾਂ ਜਿਹੜੇ ਬੱਚੇ ਇਹ ਪੇਪਰਾਂ ਦੀ ਤਿਆਰੀ ਕਰ ਰਹੇ ਨੇ, ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ। ਤਾਂ ਇਹ ਜਿਵੇਂ ਕਹਿ ਲਓ ਵੀ ਮੁੱਢ ਬਣੂਗੀ ਆਪਣਾ ਕੰਪਿਊਟਰ ਦਾ। ਤਾਂ ਇਹਦੇ ਵਿੱਚੋਂ ਜਿਹੜੇ ਟੌਪਿਕ ਤੁਹਾਨੂੰ ਨਹੀਂ ਆਉਂਦੇ, ਜਿਹੜੇ ਕੁਐਸਚਨ ਤੁਹਾਨੂੰ ਇਹ ਲੱਗਣਗੇ ਵੀ ਆਪਾਂ ਨੂੰ ਇਹ ਕੁਐਸਚਨ ਆਉਂਦੇ ਨਹੀਂ, ਉਹਨਾਂ ਕੁਐਸਚਨਾਂ 'ਤੇ ਤੁਸੀਂ ਕੰਮ ਕਰਿਓ। ਵੈਸੇ ਇਹ ਤਾਂ ਐਵੇਂ ਦੇ ਕੁਐਸਚਨ ਨੇ, ਇੰਨੇ ਕੁ ਵਧੀਆ ਕੁਐਸਚਨ ਇਹ ਤੁਹਾਨੂੰ ਸਾਰਿਆਂ ਨੂੰ ਹੀ ਆਉਣੇ ਚਾਹੀਦੇ ਨੇ। ਤੇ ਇਹ PSSB ਦੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਹੀ ਨੇ, ਥੋੜੇ ਬਹੁਤ ਚੇਂਜ ਕੀਤੇ ਨੇ, ਕਿਉਂਕਿ ਉਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਮਾੜਾ ਮੋਟਾ ਸੁਰਖੀ ਬਿੰਦੀ ਲਾਈ ਆਪਾਂ, ਠੀਕ ਹੈ। ਤਾਂ ਕਰਕੇ ਐਕਸਪੈਕਟਡ ਕੁਐਸਚਨ ਨੇ ਵੀ ਇਹਨਾਂ ਦੇ ਵਿੱਚੋਂ ਪੱਕਾ ਹੀ ਤੁਹਾਡੇ ਕੁਐਸਚਨ ਆਉਣਗੇ ਹੀ ਆਉਣਗੇ, ਠੀਕ ਹੈ। ਸੋ ਮੈਨੂੰ ਕਮੈਂਟ ਕਰਕੇ ਵੀ ਦੱਸੋ ਤੁਸੀਂ ਕਿ ਤੁਹਾਨੂੰ ਹੋਰ ਕੀ ਚਾਹੀਦਾ ਫੋਰੈਸਟ ਗਾਰਡ ਪੇਪਰ, ਕਲਰਕ ਤੇ ਐਕਸਾਈਜ਼ ਇੰਸਪੈਕਟਰ ਦੇ ਲਈ। ਇਹ ਪਹਿਲੀ ਮੈਰਾਥਨ ਹੈ। ਇਸ ਤੋਂ ਬਾਅਦ ਆਪਾਂ ਇੱਕ ਹੋਰ ਮੈਰਾਥਨ ਲੈ ਕੇ ਆਵਾਂਗੇ ਜਿਹੜੇ ਇਹ ਤਿੰਨੇ ਪੇਪਰਾਂ ਨੂੰ ਕਵਰ ਕਰੂ। ਤੇ ਫਿਰ ਇੱਕ ਹੋਰ ਅਲੱਗ-ਅਲੱਗ ਜਿਵੇਂ ਆਹ ਪੇਪਰ ਆਉਣਗੇ ਉਦੋਂ ਇਹਨਾਂ ਪੇਪਰਾਂ ਦੇ ਲਈ ਲੈ ਕੇ ਆਵਾਂਗੇ, ਫਿਰ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦੇ ਲਈ। ਤੇ ਇਸ ਤੋਂ ਬਿਨਾਂ ਤੁਹਾਨੂੰ ਪਤਾ ਹੀ ਆ 2 ਆਪਣੀਆਂ ਪਲੇਲਿਸਟ ਹੈ, ਉਹਨਾਂ ਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਸੋ ਪਹਿਲੀ ਪਲੇਲਿਸਟ ਦੇ ਵਿੱਚ ਤੁਸੀਂ ਆਫਿਸ ਪ੍ਰੋਡਕਟਿਵਿਟੀ ਟੂਲ ਸਾਰੇ ਦੇਖ ਸਕਦੇ ਹੋ, ਵਰਡ, ਐਕਸਲ, ਪਾਵਰਪੁਆਇੰਟ ਦੇ ਵਿਦ ਕੁਐਸਚਨ ਡਿਸਕਸ ਕੀਤੇ ਹੋਏ ਨੇ, ਉਹ ਜ਼ਰੂਰ ਦੇਖਣਾ, ਤੁਸੀਂ ਛੱਡ ਕੇ ਨਹੀਂ ਜਾਣਾ। ਉਹ ਸਾਰਿਆਂ ਨੇ, ਲਾਇਬ੍ਰੇਰੀਅਨ ਵਾਲਿਆਂ ਨੇ ਵੀ ਤੇ ਦੂਜਿਆਂ ਨੇ ਵੀ। ਤੇ ਦੂਜੀ ਜਿਹੜੀ ਹੈ ਗ੍ਰੈਂਡ ਸੀਰੀਜ਼ ਆਪਾਂ ਸਟਾਰਟ ਕੀਤੀ ਹੋਈ ਹੈ ਚੈਪਟਰ ਵਾਈਜ਼, ਟੌਪਿਕ ਵਾਈਜ਼, ਉਹ ਵੀ ਜ਼ਰੂਰ ਦੇਖੋ। ਜਿਵੇਂ ਐਕਸਾਈਜ਼ ਇੰਸਪੈਕਟਰ ਤੇ ਫੋਰੈਸਟ ਗਾਰਡ ਦੇ ਲਈ ਹਜੇ ਟਾਈਮ ਪਿਆ, ਤਾਂ ਤੁਸੀਂ ਉਹ ਕੁਐਸਚਨ ਵੀ ਜ਼ਰੂਰ ਦੇਖੋ। ਚੈਪਟਰ ਵਾਈਜ਼ ਹੈ, ਪਹਿਲਾ, ਦੂਜਾ, ਤੀਜਾ, ਚੌਥਾ ਚੈਪਟਰ, ਠੀਕ ਆ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਇਹ ਮੇਰਾ ਪ੍ਰੋਫਾਈਲ ਹੈ, BTech, MTech, PhD, 4 time ਗੇਟ ਕੁਆਲੀਫਾਈਡ, UGC NET ਕੁਆਲੀਫਾਈਡ, ਐਂਡ ਆਈ ਹੈਵ 8 year ਟੀਚਿੰਗ ਐਕਸਪੀਰੀਅੰਸ, ਠੀਕ ਹੈ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਕੁਐਸਚਨ। ਹੌਲੀ ਹੌਲੀ ਜਾਵਾਂਗੇ ਆਪਾਂ, ਤੁਸੀਂ ਸਪੀਡ ਫਾਸਟ ਕਰ ਸਕਦੇ ਹੋ ਜੇ ਤੁਹਾਨੂੰ ਸਲੋ ਲੱਗਦਾ ਕੰਮ। ਮੈਂ ਨਾਲ ਜਿੰਨੀ ਕੁ ਲੋੜ ਆ ਉਨੀ ਐਕਸਪਲੇਨੇਸ਼ਨ ਵੀ ਤੁਹਾਨੂੰ ਦੱਸਦਾ ਜਾਊਂਗਾ। ਵੇਅਰ ਇਜ਼ ਦੀ ਟੈਕਸਟ ਪਲੇਸਡ ਵੈਨ ਯੂ ਯੂਜ਼ ਕਾਪੀ ਐਂਡ ਕੱਟ ਕਮਾਂਡ ਇਨ ਮਾਈਕਰੋਸੋਫਟ ਵਰਡ। ਕਹਿੰਦਾ ਜਦੋਂ ਅਸੀਂ ਮਾਈਕਰੋਸੋਫਟ ਵਰਡ ਦੇ ਵਿੱਚ ਕਾਪੀ ਤੇ ਕੱਟ ਕਮਾਂਡ ਯੂਜ਼ ਕਰਦੇ ਹਾਂ, ਡੇਟਾ ਕਿੱਥੇ ਜਾਂਦਾ, ਟੈਕਸਟ ਕਿੱਥੇ ਜਾਂਦਾ, ਤਾਂ ਉਹ ਕਲਿੱਪ ਬੋਰਡ ਦੇ ਵਿੱਚ ਜਾਂਦਾ, ਠੀਕ ਆ। ਆਨਸਰ ਇਹਦਾ B, ਕਲਿੱਪ ਬੋਰਡ। ਤਾਂ ਕਲਿੱਪ ਬੋਰਡ ਕੀ ਹੁੰਦਾ? ਟੈਂਪਰੇਰੀ ਹੋਲਡਿੰਗ ਏਰੀਆ ਹੁੰਦਾ, ਉਹ ਵਾਲਾ ਏਰੀਆ। ਜਦੋਂ ਆਪਾਂ ਕਾਪੀ ਜਾਂ ਕੱਟ ਕਰ ਦਿੰਦੇ ਹਾਂ ਤਾਂ ਡੇਟਾ ਕਿੱਥੇ ਚਲਾ ਜਾਂਦਾ? ਕਲਿੱਪ ਬੋਰਡ ਤੇ ਚਲਾ ਜਾਂਦਾ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਗਲਾ, ਡਿਲੀਟ ਕੀ, ਯੂਜ਼ ਟੂ ਡਿਲੀਟ ਕਰੈਕਟਰ ਟੂ ਦੀ ਡੈਸ਼। ਡਿਲੀਟ ਕੀ, ਮੰਨ ਲਓ ਕਰਜ਼ਰ ਇੱਥੇ ਆ, ਇੱਥੇ ਆਪਾਂ ਡਿਲੀਟ ਦੱਬਾਂਗੇ, ਕੀ ਰਾਈਟ ਤੋਂ ਡੇਟਾ ਡਿਲੀਟ ਕਰੂ ਕਿ ਲੈਫਟ ਤੋਂ ਡੇਟਾ ਡਿਲੀਟ ਕਰੂ? ਤਾਂ ਇਹ ਬਹੁਤ ਵਧੀਆ ਕੁਐਸਚਨ ਹੈ। ਤਾਂ ਆਪਾਂ ਨੂੰ ਪਤਾ ਹੀ ਹੈ ਇਹ ਰਾਈਟ ਤੋਂ, ਇਧਰਲੀ ਸਾਈਡ ਤੋਂ ਡਿਲੀਟ ਕਰਦਾ। ਤੇ ਜੇ ਬੈਕ ਸਪੇਸ ਦੱਬ ਦਈਏ ਤਾਂ ਉਹ ਲੈਫਟ ਸਾਈਡ ਤੋਂ। ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਜਿਹੜਾ ਡਿਲੀਟ ਹੈ ਰਾਈਟ ਤੋਂ ਤੇ ਬੈਕ ਸਪੇਸ ਹੈ ਲੈਫਟ ਤੋਂ। ਅਗਲਾ ਕੁਐਸਚਨ ਹੈ, ਵਾਟ ਵਾਜ਼ ਦੀ ਨੇਮ ਆਫ ਫਸਟ ਮਕੈਨੀਕਲ ਕੰਪਿਊਟਰ ਡਿਜ਼ਾਈਨਡ ਬਾਈ ਚਾਰਲਸ ਬੈਬੇਜ। ਚਾਰਲਸ ਬੈਬੇਜ ਨੇ ਪਹਿਲਾਂ ਕਿਹੜਾ ਕੰਪਿਊਟਰ ਡਿਜ਼ਾਈਨ ਕੀਤਾ ਸੀਗਾ? ਤਾਂ ਉਹ ਸੀਗਾ ਐਨਾਲਿਟੀਕਲ ਇੰਜਨ। ਚਾਰਲਸ ਬੈਬੇਜ, ਇਹ ਮਕੈਨੀਕਲ ਕੰਪਿਊਟਰ ਸੀਗਾ ਤੇ ਇਹਨੂੰ ਆਪਾਂ ਫਸਟ ਜਨਰੇਸ਼ਨ ਕੰਪਿਊਟਰ ਵੀ ਕੰਸੀਡਰ ਕਰਦੇ ਹਾਂ, ਠੀਕ ਆ। ਸੋ ਐਨਾਲਿਟੀਕਲ ਇੰਜਨ। ਅਗਲਾ ਕੁਐਸਚਨ ਹੈ, ਇਹ ਡਿਵਾਈਸ ਦੈਟ ਪ੍ਰੋਵਾਈਡਸ ਐਮਰਜੈਂਸੀ ਪਾਵਰ ਟੂ ਯੂਅਰ ਕੰਪਿਊਟਰ ਕੰਡੀਸ਼ਨ ਦੀ ਵੋਲਟੇਜ ਐਂਡ ਪ੍ਰੋਟੈਕਟਸ ਅਗੇਂਸਟ ਪਾਵਰ ਸਰਜ ਇਜ਼ ਕਾਲਡ। ਕਹਿੰਦਾ ਉਹ ਵਾਲਾ ਡਿਵਾਈਸ ਜਿਹੜਾ ਤੁਹਾਡੇ ਕੰਪਿਊਟਰ ਨੂੰ ਐਮਰਜੈਂਸੀ ਵੋਲਟੇਜ ਪ੍ਰੋਵਾਈਡ ਕਰਦਾ ਤੇ ਪਾਵਰ ਸਰਜ ਵਗੈਰਾ ਨੂੰ ਪ੍ਰੋਟੈਕਟ ਕਰਦਾ, ਕੱਟ ਵਗੈਰਾ ਲੱਗਦੇ ਨੇ, ਤਾਂ ਉਹ ਕੀ ਹੁੰਦਾ? ਆਪਾਂ ਨੂੰ ਪਤਾ ਹੀ ਹੈ, UPS ਹੁੰਦਾ ਕਿ USB ਹੁੰਦਾ? PSU ਤਾਂ ਨਹੀਂ ਹੁੰਦਾ, UPSP ਵੀ ਨਹੀਂ ਹੁੰਦਾ, ਹੈ ਨਾ, USB ਵੀ ਨਹੀਂ ਹੁੰਦਾ, ਤਾਂ UPS ਹੁੰਦਾ, ਅਨਇੰਟਰਪਟੇਬਲ ਪਾਵਰ ਸਪਲਾਈ। ਐਬਰੀਵੇਸ਼ਨ ਵੀ ਪੁੱਛ ਸਕਦਾ ਹੈ,
UPS stands for uninterruptible power supply। फुल फॉर्म ऑफ CRT ਦੀ ਹੁੰਦੀ ਹੈ कैथोड रे ट्यूब, कैथोड रे ट्यूब, बिल्कुल ठीक है CRT ਦਾ। ਤੇ ਇਹਦੇ ਨਾਲ ਲੱਗਦਾ ਹੀ LED ਤੇ LCD ਵੀ ਦੇਖ ਲਓ। LED ਹੁੰਦਾ ਲਾਈਟ ਐਮਿਟਿੰਗ ਡਾਇਓਡ ਤੇ LCD ਹੁੰਦਾ ਲਿਕੁਇਡ ਕ੍ਰਿਸਟਲ ਡਿਸਪਲੇ। ਨਾਲ ਲਿਖਣਾ ਲਿਖ ਸਕਦੇ ਹੋ ਲਾਈਟ ਐਮਿਟਿੰਗ ਡਾਇਓਡ ਤੇ ਲਿਕੁਇਡ ਕ੍ਰਿਸਟਲ ਡਿਸਪਲੇ, ਇਹਨਾਂ ਦੇ ਵੀ ਪੁੱਛ ਸਕਦਾ। ਪਰਸਨਲ ਕੰਪਿਊਟਰਸ ਵਰ ਇੰਟਰੋਡਿਊਸ ਇਨ ਵਿਚ ਜਨਰੇਸ਼ਨ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਗਿਆ ਕੁਐਸਚਨ ਹੈ। ਪਰਸਨਲ ਕੰਪਿਊਟਰ ਸੀ ਜਿਹੜੇ 4th ਜਨਰੇਸ਼ਨ ਦੇ ਵਿੱਚ ਇੰਟਰੋਡਿਊਸ ਹੋਏ 1975 ਦੇ ਵਿੱਚ 4th ਜਨਰੇਸ਼ਨ ਦੇ ਵਿੱਚ। ਫਾਦਰ ਆਫ ਪਰਸਨਲ ਕੰਪਿਊਟਰ ਵੀ ਪੁੱਛ ਲੈਂਦਾ, ਹੈਨਰੀ ਐਡਵਰਡ ਰੋਬਰਟ, ਫਾਦਰ ਆਫ ਪਰਸਨਲ ਕੰਪਿਊਟਰ। ਜੇ ਪੁੱਛ ਲੇ ਫਾਦਰ ਆਫ ਕੰਪਿਊਟਰ ਤਾਂ ਕੌਣ ਸੀਗਾ? ਚਾਰਲਸ ਬੈਬੇਜ। ਜੇ ਫਾਦਰ ਆਫ ਪਰਸਨਲ ਕੰਪਿਊਟਰ ਹੈਨਰੀ ਐਡਵਰਡ ਰੋਬਰਟ। ਤੇ ਜੇ ਪੁੱਛ ਲੇ ਫਾਦਰ ਆਫ ਮਾਡਰਨ ਕੰਪਿਊਟਰ ਤਾਂ ਐਲਨ ਟਿਊਰਿੰਗ। ਇਹ ਯਾਦ ਰੱਖਣੇ ਆ ਸਾਰੇ, ਠੀਕ ਆ। ਹਾਂ, ਇਨ MS ਵਰਡ 2019 ਸਿੰਬਲ ਕੈਨ ਬੀ ਐਕਸੈਸਡ ਫਰੋਮ ਵਿਚ ਟੈਬ, ਕਿਹੜੀ ਟੈਬ ਦੇ ਵਿੱਚੋਂ ਸਿੰਬਲ ਮਿਲਦੇ ਨੇ ਆਪਾਂ ਨੂੰ? ਆ ਦੇਖੋ ਸਿੰਬਲ ਪਏ ਨੇ, ਕਿਹੜੀ ਟੈਬ ਦੇ ਵਿੱਚ ਹੈ? ਇਨਸਰਟ ਟੈਬ ਦੇ ਵਿੱਚ। ਤਾਂ ਆਨਸਰ ਕੀ ਹੋ ਗਿਆ? B ਆਨਸਰ ਹੋ ਗਿਆ। ਅਗਲਾ PDA ਆਰ ਆਲਸੋ ਕਾਲਡ, PDA ਨੂੰ ਹੋਰ ਕੀ ਬੋਲਦੇ ਆ? ਹੈਂਡ ਹੈਲਡ ਡਿਵਾਈਸ ਬੋਲਦੇ ਆ। ਬਹੁਤ ਇੰਪੋਰਟੈਂਟ ਆ ਕੁਐਸਚਨ ਆ। ਪਿੱਛੇ ਜੇ ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ ਵੀ PDA ਤੇ ਹੈਂਡ ਹੈਲਡ ਡਿਵਾਈਸ ਤੇ ਕੁਐਸਚਨ ਪੁੱਛਿਆ ਸੀ। ਕਹਿੰਦਾ ਉਹ ਵਾਲਾ ਹੈਂਡ ਹੈਲਡ ਡਿਵਾਈਸ ਜਿਹੜਾ ਇੱਕ ਪਾਮ ਦੁਆਰਾ ਹੈਂਡਲ ਕੀਤਾ ਜਾਂਦਾ, ਮੁੱਠੀ ਦੁਆਰਾ, ਤਾਂ ਉਹ ਸੀਗਾ ਮਾਊਸ। ਯਾਦ ਰੱਖਣਾ, ਟੱਚ ਸਕਰੀਨ ਨਹੀਂ ਸੀਗਾ ਤੇ ਜੋਇਸਟਿਕ ਨਹੀਂ ਸੀ। ਕਈ ਬੱਚੇ ਜੋਇਸਟਿਕ ਤੇ ਟੱਚ ਸਕਰੀਨ ਲਗਾ ਕੇ ਆਏ ਨੇ, ਤਾਂ ਉਹ ਸੀਗਾ ਮਾਊਸ। ਯਾਦ ਰੱਖਣਾ ਹੈਂਡ ਹੈਲਡ। PDA ਹੁੰਦਾ ਪਰਸਨਲ ਡਿਜੀਟਲ ਅਸਿਸਟੈਂਟ, ਠੀਕ ਹੈ। ਇਹ ਵਾਲਾ ਇਹਨੂੰ PDA ਬੋਲਦੇ ਨੇ ਆਪਾਂ, ਜਿਹੜਾ ਕਿਸੇ ਦੇ ਪਰਸਨਲ ਕੰਮਾਂ ਲਈ ਵਰਤਿਆ ਜਾਂਦਾ। ਮੋਬਾਈਲ ਫੋਨ ਵਰਗਾ ਹੀ ਹੁੰਦਾ, ਬਟ ਉਹਦੇ ਤੇ ਥੋੜੀਆਂ ਜਿਹੀਆਂ ਫੀਚਰ ਸਪੈਸੀਫਿਕੇਸ਼ਨਾਂ ਜ਼ਿਆਦਾ ਹੁੰਦੀਆਂ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਹੋਲਡਸ ਦੀ ROM CPU RAM ਐਂਡ ਐਕਸਪੈਂਸ਼ਨ ਕਾਰਡ। ਕਿਹੜੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਨੇ? ਉਹ ਬੋਰਡ ਹੁੰਦਾ, ਆਪਾਂ ਨੂੰ ਪਤਾ ਮਦਰ ਬੋਰਡ, ਠੀਕ ਆ, ਜਿੱਥੇ ਸਾਰਾ ਕੁਝ ਲੱਗਿਆ ਹੁੰਦਾ। ਅਗਲਾ ਕੁਐਸਚਨ ਹੈ ਇਨ MS ਵਰਡ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਪੇਸਟ ਆਲਰੇਡੀ ਕੱਟ ਕਾਪੀ ਆਈਟਮ। ਕੋਈ ਆਪਾਂ ਕੱਟ ਕੀਤਾ ਹੋਇਆ ਉਹਨੂੰ ਪੇਸਟ ਕਰਨਾ, ਕੰਟਰੋਲ B, ਬਹੁਤ ਸੌਖਾ ਹੈ ਨਾ। ਤੇ ਕਾਪੀ ਦੇ ਲਈ ਕੰਟਰੋਲ C, ਕੰਟਰੋਲ +C ਕਾਪੀ ਦੇ ਲਈ, ਪੇਸਟ ਦੇ ਲਈ ਕੰਟਰੋਲ +V, ਤੇ ਜੇ ਆਪਾਂ ਕਹਿ ਦਈਏ ਕੱਟ ਦੇ ਲਈ ਕੰਟਰੋਲ +X, ਤੇ ਅੰਡੂ ਦੇ ਲਈ ਕੰਟਰੋਲ +Z, ਤੇ ਰੀਡੂ ਦੇ ਲਈ ਕੰਟਰੋਲ +Y। ਇਹ ਯਾਦ ਰੱਖਣੀਆਂ ਨੇ, ਬੇਸਿਕ ਨੇ, ਠੀਕ ਆ। ਸੋ ਅਗਲਾ ਕੁਐਸਚਨ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੰਜਾਬ ਪੁਲਿਸ ਵਾਲੇ ਪੇਪਰਾਂ ਦੇ ਵਿੱਚ ਵੀ ਪੁੱਛਿਆ ਗਿਆ। ਇਹ ਤੁਸੀਂ ਕਿਸੇ ਮਰਜ਼ੀ ਪੇਪਰ 'ਚ ਵਗ ਜਾਓ, ਚਾਹੇ ਲਾਇਬ੍ਰੇਰੀਅਨ ਚਲੇ ਜਾਓ, ਕਿੱਥੇ ਮਰਜ਼ੀ ਚਲੇ ਜਾਓ, ਚਾਹੇ ਐਕਸਾਈਜ਼ ਇੰਸਪੈਕਟਰ ਦਾ ਆਉਣ ਵਾਲਾ ਹੈ, ਚਾਹੇ ਜਿਹੜਾ ਮਰਜ਼ੀ ਪੇਪਰ ਲੈ ਲਓ, ਇਹ ਇੰਪੋਰਟੈਂਸ ਰੱਖਦਾ ਹੀ ਰੱਖਦਾ ਆਪਣਾ ਕੁਐਸਚਨ। ਤਾਂ ਇਹਨੂੰ ਤੁਸੀਂ ਸਾਰੇ ਯਾਦ ਕਰਨੇ ਨੇ ਆਪਾਂ। ਸ਼ਾਰਟਕਟ ਕਮਾਂਡ ਯੂਜ਼ ਟੂ ਸੈਂਟਰ ਅਲਾਈਨ ਦੀ ਕੰਟੈਂਟ। ਕਿਸੇ ਕੰਟੈਂਟ ਨੂੰ ਆਪਾਂ ਸੈਂਟਰ ਦੇ ਵਿੱਚ ਅਲਾਈਨ ਕਰਾਂਗੇ ਤਾਂ ਇਹਦਾ ਆਨਸਰ ਹੁੰਦਾ ਕੰਟਰੋਲ E, ਠੀਕ ਆ। ਤਾਂ ਰਾਈਟ ਅਲਾਈਨ ਕਰਨਾ ਤਾਂ ਕੰਟਰੋਲ R, ਲੈਫਟ ਅਲਾਈਨ ਕਰਨਾ ਕੰਟਰੋਲ L। ਉਹ ਆਲਟ ਵੀ ਪਾ ਦਿੰਦਾ ਹੁੰਦਾ, ਆਲਟ R। ਆਲਟ ਨਹੀਂ ਹੋਊਗਾ ਆਪਸ਼ਨ ਦੇ ਵਿੱਚ, ਯਾਦ ਰੱਖਣਾ, ਠੀਕ ਹੈ। ਇੱਥੇ ਤਾਂ ਨਹੀਂ ਪਾਇਆ ਹੋਇਆ, ਬਟ ਆਲਟ ਪਾ ਸਕਦਾ। ਤਾਂ ਸੈਂਟਰ ਦੇ ਲਈ ਫਿਰ ਹੈਗਾ ਕੰਟਰੋਲ E। ਤੇ ਜਸਟੀਫਾਈਡ ਹੁੰਦਾ ਦੋਨੇ ਸਿਰਿਆਂ ਤੇ ਇੱਕੋ ਜਿਹਾ ਆ ਜੇ। ਸੈਂਟਰ ਹੁੰਦਾ ਮਤਲਬ ਸੈਂਟਰ 'ਚ ਆ ਜੇ, ਇੱਧਰ ਉੱਧਰ ਸਪੇਸ ਬਚ ਜੇ। ਲੈਫਟ ਹੁੰਦਾ ਇੱਧਰ ਆ ਜੇ, ਇੱਧਰਲੇ ਪਾਸੇ ਸਪੇਸ ਬਚ ਜੇ, ਹੈ ਨਾ। ਰਾਈਟ ਹੁੰਦਾ ਇੱਧਰਲੇ ਪਾਸੇ ਆ ਜੇ, ਇੱਧਰ ਸਪੇਸ ਬਚ ਜੇ। ਤੁਹਾਨੂੰ ਕਲੀਅਰ ਹੀ ਹੋਣਾ। ਮੈਂ ਉਹ ਜਿਹੜੀ ਆਫਿਸ ਪ੍ਰੋਡਕਟਿਵਿਟੀ ਵਾਲੀ ਸੀਰੀਜ਼ ਆ ਆਪਣੀ, ਉਹਦੇ ਵਿੱਚ ਮੈਂ ਪ੍ਰੈਕਟੀਕਲੀ ਚੀਜ਼ਾਂ ਕਰਾਈਆਂ ਹੋਈਆਂ ਨੇ। ਹੁਣ ਆਪਾਂ ਕਰਾਂਗੇ, ਜ਼ਿਆਦਾ ਟਾਈਮ ਲੱਗ ਜਾਊਗਾ, ਠੀਕ ਆ। ਸੋ ਦਾ C ਆਨਸਰ ਹੈ। ਅਗਲਾ ਕੁਐਸਚਨ ਹੈ ਵੈਨ ਯੂ ਡਿਲੀਟ ਏ ਫਾਈਲ ਇਨ ਯੂਰ ਕੰਪਿਊਟਰ ਵੇਅਰ ਡਜ਼ ਇਟ ਗੋ। ਬਹੁਤ ਇੰਪੋਰਟੈਂਟ ਹੈ। ਜਦੋਂ ਤੁਸੀਂ ਫਾਈਲ ਡਿਲੀਟ ਕਰਦੇ ਹੋ ਕਿੱਥੇ ਜਾਂਦੀ ਹੈ? ਰੀਸਾਈਕਲ ਬਿਨ ਦੇ ਵਿੱਚ ਜਾਂਦੀ ਹੈ, ਠੀਕ ਹੈ। ਸੋ ਇਹ ਆਨਸਰ ਹੈ। ਤੇ ਜਦੋਂ ਅਸੀਂ ਈਮੇਲ ਡਿਲੀਟ ਕਰਦੇ ਆ, ਨਾਲ ਇਹ ਵੀ ਦੇਖ ਲਓ, ਜਦੋਂ ਈਮੇਲ ਡਿਲੀਟ ਕਰਦੇ ਹੋ ਕਿੱਥੇ ਜਾਂਦੀ ਹੈ? ਉਹ ਟਰੈਸ਼ ਨਾਮ ਦਾ ਫੋਲਡਰ ਹੁੰਦਾ ਇੱਕ ਈਮੇਲ ਦੇ ਵਿੱਚ, ਉੱਥੇ ਜਾਂਦੀ ਹੈ। ਤਾਂ ਲਾਈਨਕਸ ਦੇ ਵਿੱਚ ਵੀ ਟਰੈਸ਼ ਵਰਤਿਆ ਜਾਂਦਾ, ਰੀਸਾਈਕਲ ਬਿਨ ਦਾ ਆਲਟਰਨੇਟਿਵ, ਠੀਕ ਹੈ। ਅਗਲਾ ਕੁਐਸਚਨ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕਰੈਕਟਰਿਸਟਿਕਸ ਆਫ ਏ ਕੰਪਿਊਟਰ। ਕਹਿੰਦਾ ਨਾਟ ਹੈ। ਦੇਖੋ ਇੱਥੇ ਆਪਾਂ ਮੇਨ ਗਲਤੀ ਖਾਵਾਂਗੇ। ਤੁਸੀਂ ਧਿਆਨ ਰੱਖਣਾ, ਜਦੋਂ ਪੇਪਰ ਦੇ ਵਿੱਚ ਬੈਠਾਂਗੇ ਉੱਥੇ ਚਾਹੇ ਨਾਟ ਆ ਗਿਆ, ਟਰੂ ਆ ਗਿਆ, ਇਨਕਰੈਕਟ ਆ ਗਿਆ, ਉੱਥੇ ਗੋਲਾ ਮਾਰ ਲੈਣਾ। ਕਿਉਂਕਿ ਅਸੀਂ ਇੱਥੇ ਸਿਲੀ ਮਿਸਟੇਕ ਕੀ ਕਰਦੇ ਹਾਂ, ਸਾਨੂੰ ਆਨਸਰ ਅਸੀਂ ਸਹੀ ਕੱਢ ਲੈਣਾ, ਲਾ ਕੇ ਗਲਤ ਆਉਨੇ OMR ਤੇ, ਹੈ ਨਾ, ਜਾਂ ਜੋ ਵੀ ਆਨਲਾਈਨ ਹੋ ਰਿਹਾ, ਜਿਵੇਂ ਵੀ ਪੇਪਰ ਹੈ। ਸੋ ਇੱਥੇ ਖਾਸ ਖਿਆਲ ਰੱਖਣਾ, ਗੋਲਾ ਮਾਰ ਲਿਓ। ਨੋਟ ਏ ਕਰੈਕਟਰਿਸਟਿਕਸ। ਡੇਟਾ ਸਟੋਰੇਜ ਕੰਪਿਊਟਰ ਸਟੋਰੇਜ ਕਰਦਾ, ਐਕੂਰੇਸੀ ਵੀ ਹੈ, ਸਪੀਡ ਵੀ, IQ ਆਨਸਰ ਹੈ। ਕੰਪਿਊਟਰ ਕੋਲੇ ਆਪਣਾ ਇੰਟੈਲੀਜੈਂਸ ਕੋਸ਼ੈਂਟ ਨਹੀਂ ਹੁੰਦਾ, C ਆਨਸਰ ਹੈ।
ਹੁਣ ਆਪਾਂ ਦੇਖ ਲੈਂਦੇ ਹਾਂ, ਇਹਦੇ ਜ਼ਰੂਰੀ ਤਾਂ ਨਹੀਂ ਇਹੀ ਕੁਐਸਚਨ ਬਣੂਗਾ, ਇਹਦੇ ਨਾਲ ਦੇ ਕੁਐਸਚਨ ਹੋਰ ਵੀ ਬਣ ਸਕਦੇ ਨੇ। ਜਿਵੇਂ ਕੰਪਿਊਟਰ ਦੀਆਂ ਕਰੈਕਟਰਿਸਟਿਕਸ ਕਿਹੜੀਆਂ ਨੇ, ਡੇਟਾ ਨੂੰ ਸਟੋਰ ਕਰਦਾ, ਐਕਿਊਰੇਸੀ ਹੈ, ਯਾਨੀ ਕਿ 3+4 ਹੈ, 7 ਆਉਂਦਾ, ਇਹ ਹਮੇਸ਼ਾ ਹੀ 7 ਦੇਊਗਾ, ਐਕਿਊਰੇਟਲੀ ਕੰਮ ਕਰੂਗਾ। ਸਪੀਡ ਹੈ ਕੰਪਿਊਟਰ ਕੋਲੇ ਬਹੁਤ ਜ਼ਿਆਦਾ, ਜਿਵੇਂ ਸੁਪਰ ਕੰਪਿਊਟਰ ਬਹੁਤ ਜ਼ਿਆਦਾ ਫਾਸਟ ਨੇ। ਆਟੋਮੈਟਿਕ ਹੈ, ਅਸੀਂ ਪ੍ਰੋਗਰਾਮ ਬਣਾ ਸਕਦੇ ਹਾਂ, ਆਪਣੇ ਆਪ ਕੰਮ ਕਰੀ ਜਾਊਗਾ। ਮੈਮਰੀ ਹੈ ਕੰਪਿਊਟਰ ਕੋਲੇ। ਡਿਲੀਜੈਂਸ ਹੈ, ਡਿਲੀਜੈਂਸ ਮਤਲਬ ਕੈਪੈਸਿਟੀ ਆਫ ਏ ਕੰਪਿਊਟਰ ਪਰਫਾਰਮਿੰਗ ਰੈਪੀਟੇਟਿਵ ਟਾਸਕ ਵਿਦਾਊਟ ਗੈਟਿੰਗ ਟਾਇਰਡ, ਬਿਨਾਂ ਥੱਕੇ ਅੱਕੇ ਹੀ ਲਗਾਤਾਰ ਕੰਮ ਕਰ ਸਕਦਾ, ਡਿਲੀਜੈਂਸ ਹੈ। ਵਰਸਾਟਾਈਲਿਟੀ ਮਤਲਬ ਹਰ ਫਾਰਮੂਲਾ, ਇੱਕ ਤੋਂ ਜ਼ਿਆਦਾ ਕੰਮ ਕਰ ਸਕਦਾ, ਵਰਸਾਟਾਈਲ ਹੈ। ਕੰਪਿਊਟਰ ਕੋਲੇ ਆਪਣਾ ਕੋਈ IQ ਨਹੀਂ ਹੈ, ਕੰਪਿਊਟਰ ਦੀ ਕੋਈ ਟਾਈਡਨੈਸ ਇਹਦੀ ਕਰੈਕਟਰਿਸਟਿਕਸ ਨਹੀਂ ਹੈ, ਇਨਐਕਿਊਰੇਸੀ ਦੀ ਕਰੈਕਟਰਿਸਟਿਕਸ ਨਹੀਂ ਹੈ, ਫੀਲਿੰਗ ਤੇ ਇਮੋਸ਼ਨ ਇਹ ਵੀ ਕੰਪਿਊਟਰ ਦੀਆਂ ਕਰੈਕਟਰਿਸਟਿਕਸ ਨਹੀਂ ਹੈਗੀਆਂ। ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਠੀਕ ਹੈ। ਸੋ ਇਹਦੇ ਤੋਂ ਕੁਐਸਚਨ ਪੁੱਛੇ ਜਾਣਗੇ। ਤਾਂ ਆਪਾਂ ਨੂੰ ਪੁੱਛ ਲਿਆ ਨੋਟ ਏ ਕਰੈਕਟਰਿਸਟਿਕਸ। ਇੱਕ ਹੋਰ ਕੁਐਸਚਨ ਹੈ, ਉਹ ਪਿਛਲਾ 13ਵਾਂ ਕੁਐਸਚਨ ਸੀਗਾ, ਇਹ ਵੀ ਉਹਦੇ ਨਾਲ ਦਾ ਹੀ ਹੈ। ਵਿਚ ਆਫ ਦੀ ਫੋਲੋਇੰਗ ਇਜ਼ ਨੋਟ, ਇਹ ਵੀ ਨੋਟ ਪੁੱਛਿਆ। ਕਰੈਕਟਰਿਸਟਿਕਸ ਆਫ ਏ ਕੰਪਿਊਟਰ, ਸਪੀਡ ਹੈਗਾ, ਆਟੋਮੈਟਿਕ ਹੈਗਾ, ਐਕੂਰੇਸੀ ਹੈਗਾ, ਟਾਈਡਨੈਸ ਨਹੀਂ ਹੈ, ਥੱਕਦਾ ਤਾਂ ਹੈ ਹੀ ਨਹੀਂ ਕੰਪਿਊਟਰ, ਹੈ ਨਾ, ਤਾਂ B ਆਂਸਰ ਹੈ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਟਰਮ ਇਜ਼ ਐਸੋਸੀਏਟਡ ਵਿਦ ਮੈਮਰੀ ਕੈਪੈਸਿਟੀ ਆਫ ਏ ਕੰਪਿਊਟਰ। ਕਹਿੰਦਾ ਮੈਮਰੀ ਕੈਪੈਸਿਟੀ ਦੇ ਨਾਲ ਕਿਹੜਾ ਹੁੰਦਾ ਆਪਣੇ ਕੋਲੇ, ਬੈਟਾਬਾਈਟ, ਅਲਫਾਬਾਈਟ, ਸੈਗਾਬਾਈਟ, ਗੀਗਾਬਾਈਟ। ਸੋ ਪਹਿਲਾ ਹੀ ਆਂਸਰ ਹੈ। ਜੇ ਆਪਾਂ ਨੂੰ ਹਾਇਰਾਰਕੀ ਦੇ ਵਿੱਚੋਂ ਕੁਐਸਚਨ ਪੁੱਛ ਲਏ, ਸਭ ਤੋਂ ਛੋਟਾ ਯੂਨਿਟ ਹੁੰਦਾ ਹੈ ਬਿਟ, ਫਿਰ ਹੁੰਦਾ ਨਿਬਲ, ਇਹ ਵੀ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਹੈ, ਫਿਰ ਬਾਈਟ, ਫਿਰ ਕਿਲੋਬਾਈਟ, ਫਿਰ ਮੈਗਾਬਾਈਟ, ਫਿਰ ਗੀਗਾਬਾਈਟ, ਟੈਰਾਬਾਈਟ, ਠੀਕ ਹੈ। ਫਿਰ ਇਸ ਤੋਂ ਬਾਅਦ ਪੈਟਾਬਾਈਟ, ਐਗਜ਼ਾਬਾਈਟ, ਜੈਟਾਬਾਈਟ ਤੇ ਯੋਟਾਬਾਈਟ। ਸਮੋਲੈਸਟ ਯੂਨਿਟ ਆਫ ਮੈਮਰੀ ਬਿਟ, ਬਿਟ ਨੂੰ ਛੋਟੇ ਬੀ ਨਾਲ ਲਿਖਦੇ ਆ, ਬਾਈਟ ਨੂੰ ਵੱਡੇ ਬੀ ਨਾਲ ਲਿਖਦੇ ਆ। ਜਿਹੜਾ ਨਿਬਲ ਹੁੰਦਾ ਕੰਬੀਨੇਸ਼ਨ ਆਫ 4 ਬਿਟਸ ਹੁੰਦਾ ਹੈ, 4 ਬਿਟਸ ਮਿਲ ਕੇ ਨਿਬਲ ਬਣਾਉਂਦੀਆਂ ਨੇ, ਤੇ ਬਾਈਟ ਹੁੰਦਾ ਕੰਬੀਨੇਸ਼ਨ ਆਫ 8 ਬਿਟਸ, ਠੀਕ ਹੈ। ਇਹਨੂੰ ਯਾਦ ਰੱਖ ਲਿਓ, ਪੈਜ਼ੀ, PEZY। ਤੇ 1 KB ਜੇ ਕਹਦੇ ਉਹ ਕਿਹਦੇ ਬਰਾਬਰ ਹੁੰਦਾ, 1024 ਬਾਈਟਸ ਦੇ। ਸਿਮਿਲਰਲੀ 1 MB ਕਿਹਦੇ ਬਰਾਬਰ ਹੁੰਦਾ, 1024 KB ਦੇ। ਫਿਰ ਅੱਗੇ KB ਦਾ ਮੁੱਲ ਭਰ ਦਿਆਂਗੇ, ਇਹਨੂੰ 2 ਦੀ ਪਾਵਰ 10 ਬਾਈਟਸ ਵੀ ਲਿਖ ਸਕਦੇ ਆ, ਇਹਨੂੰ ਵੀ 2 ਦੀ ਪਾਵਰ 10, ਇੱਥੇ KB ਆ ਜਾਊਗਾ। ਆ ਦੇਖੋ 1024 KB ਨੂੰ ਖੋਲ ਕੇ ਕੀ ਲਿਖ ਦਾਂਗੇ ਆਪਾਂ, 1024 ਬਾਈਟਸ, ਤਾਂ 2 ਦੀ ਪਾਵਰ 10 ਇਹ ਬਣ ਗਿਆ, 2 ਦੀ ਪਾਵਰ 10 ਇਹ ਬਣ ਗਿਆ, ਵਿਚਾਲੇ ਗੁਣਾਂ ਦੀ ਨਿਸ਼ਾਨੀ ਹੈ, ਤਾਂ ਕੀ ਬਣ ਜਾਊਗਾ, 2 ਦੀ ਪਾਵਰ 20 ਬਾਈਟ। ਤਾਂ ਡਾਇਰੈਕਟਲੀ ਆਪਾਂ ਕਹਿ ਸਕਦੇ ਹਾਂ 1 KB ਬਰਾਬਰ ਹੈ 2 ਦੀ ਪਾਵਰ 10 ਬਾਈਟ, 1 MB ਬਰਾਬਰ ਹੈ 2 ਦੀ ਪਾਵਰ 20 ਬਾਈਟ, ਤੇ 1 GB ਬਰਾਬਰ ਹੈ 2 ਦੀ ਪਾਵਰ 30 ਬਾਈਟ, ਤੇ 1 ਰੰਗ ਨਹੀਂ ਬਦਲਣਾ, 1 TB ਬਰਾਬਰ ਹੈ 2 ਦੀ ਪਾਵਰ 40 ਬਾਈਟਸ। ਸੋ ਇੱਥੋਂ ਤੱਕ ਹੀ ਪੁੱਛੂਗਾ, ਜੇ ਪੁੱਛੂਗਾ ਤਾਂ ਪੈਟਾਬਾਈਟ 2 ਦੀ ਪਾਵਰ 50, ਐਗਜ਼ਾ 2 ਦੀ 60, ਜੈਟਾ 2 ਦੀ ਪਾਵਰ 70, ਯੋਟਾ 2 ਦੀ ਪਾਵਰ 80। ਸੋ ਔਨ ਐਕਸਪੈਂਡ ਕਰ ਸਕਦੇ ਹਾਂ। ਸੋ ਬਹੁਤ ਇੰਪੋਰਟੈਂਟ ਹੈ ਗੱਲ, ਇਹ ਪੁੱਛੀ ਜਾ ਸਕਦੀ ਹੈ, ਇਹਦਾ A ਆਂਸਰ ਹੈ। ਅਗਲਾ ਕਹਿੰਦਾ ਹਾਊ ਡਜ਼ ਮਾਈਕਰੋਸਾਫਟ ਐਕਸਲ ਆਰਗੇਨਾਈਜ਼ਡ ਇਸ ਡੇਟਾ। ਤਾਂ ਓਨਲੀ ਰੋ ਦੇ ਵਿੱਚ ਰੋਜ਼ ਐਂਡ ਕਾਲਮ, ਓਨਲੀ ਕਾਲਮ, ਆਈਦਰ ਰੋ ਆਈਦਰ ਕਾਲਮ। ਤਾਂ ਡੇਟਾ ਜਿਹੜਾ ਹੈ ਐਕਸਲ ਦੇ ਵਿੱਚ ਆਹ ਵਾਲੀਆਂ ਨੂੰ ਰੋ ਬੋਲ ਦਿੰਦੇ ਆ, ਪੂਰਾ ਰਿਕਾਰਡ ਵੀ ਬੋਲ ਦਿੰਦੇ ਆ। 5 ਰੋ ਨੇ ਆਪਣੇ ਕੋਲੇ, 1 2 3 4, 4 ਕਾਲਮ ਨੇ, ਰੋ ਤੇ ਕਾਲਮ ਦੇ ਵਿੱਚ ਹੀ ਅਰੇਂਜ ਕਰਦਾ, ਫਿਰ B ਆਂਸਰ ਹੈ। ਅੱਗੇ ਫਿਜ਼ੀਕਲ ਕੰਪੋਨੈਂਟਸ ਦੈਟ ਮੇਕ ਅਪ ਯੂਅਰ ਕੰਪਿਊਟਰ ਆਰ ਨੋਨ ਐਜ਼, ਔਰ ਨਹੀਂ ਆਰ ਨੋਨ ਐਜ਼। ਫਿਜ਼ੀਕਲ ਕੰਪੋਨੈਂਟਸ ਕਿਹੜੇ ਹੁੰਦੇ ਨੇ, ਉਹ ਕੰਪੋਨੈਂਟ ਆਉਣਾ ਸੀ ਵੈਸੇ ਸ਼ਾਇਦ, ਜਿਹੜਾ ਕਿ ਮਿਲ ਕੇ ਤੁਹਾਡਾ ਕੰਪਿਊਟਰ ਬਣਾਉਂਦਾ। ਫਿਜ਼ੀਕਲ ਪੁੱਛ ਲਿਆ ਨਾ, ਜੇ ਲੌਜੀਕਲ ਪੁੱਛ ਲੈਂਦਾ ਤਾਂ ਸੌਫਟਵੇਅਰ ਹੋਣਾ ਸੀ। ਫਿਜ਼ੀਕਲ ਦੇ ਵਿੱਚੋਂ ਹਾਰਡਵੇਅਰ ਇਹ ਪੰਜਾਬ ਪੁਲਿਸ ਦੇ ਵਿੱਚ ਵੀ ਹੁਣੀ ਕੁਐਸਚਨ ਆਇਆ ਹੋਇਆ, ਵੀ ਬਹੁਤ ਵਧੀਆ ਕੁਐਸਚਨ ਹੈ ਇਹ। ਹਾਰਡਵੇਅਰ ਹੈ ਜਿਹੜਾ ਫਿਜ਼ੀਕਲ ਕੰਪੋਨੈਂਟ ਹੈ, ਤੇ ਇਹ ਟੈਂਜੇਬਲ ਹੈ, ਇਹਨੂੰ ਟੱਚ ਕਰ ਸਕਦੇ ਆਪਾਂ। ਸੌਫਟਵੇਅਰ ਇਨਟੈਂਜੇਬਲ ਆ, ਉਹਨੂੰ ਆਪਾਂ ਟੱਚ ਨਹੀਂ ਕਰ ਸਕਦੇ, ਠੀਕ ਹੈ, ਯਾਦ ਰੱਖਣਾ। ਅੱਗੇ ਬਹੁਤ ਵਧੀਆ ਕੁਐਸਚਨ ਹੈ, ਕਹਿੰਦਾ ਸੌਫਟਵੇਅਰ ਡੈਸ਼ ਵੀ ਯੂਟੀਲਾਈਜ਼ ਵਿਦਾਊਟ ਸਪੋਰਟਿੰਗ ਹਾਰਡਵੇਅਰ। ਕੀ ਕਹਿੰਦਾ, ਸੌਫਟਵੇਅਰ ਬਿਨਾਂ ਹਾਰਡਵੇਅਰ ਤੋਂ ਚੱਲ ਸਕਦਾ ਹੈ। ਕੀ ਕਹਿੰਦਾ, ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ। ਤੇ ਕੈਨ ਨਾਟ, ਤਾਂ ਕੈਨ ਨਾਟ ਹੈ, ਇੱਥੇ ਸ਼ੁੱਡ ਵੀ ਨਹੀਂ ਆਊਗਾ, ਸੌਫਟਵੇਅਰ ਸ਼ੁੱਡ ਵੀ ਯੂਟੀਲਾਈਜ਼ ਨਹੀਂ ਕੀਤਾ ਜਾ ਸਕਦਾ, ਤਾਂ ਕੈਨ ਨਾਟ ਇਹਦਾ ਆਂਸਰ ਹੈ। ਸੌਫਟਵੇਅਰ ਤੇ ਹਾਰਡਵੇਅਰ ਨੇ ਜਿਹੜੇ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ, ਤੇ ਨਾ ਤਾਂ ਸੌਫਟਵੇਅਰ ਹਾਰਡਵੇਅਰ ਬਿਨਾਂ ਚੱਲ ਸਕਦਾ, ਨਾ ਹਾਰਡਵੇਅਰ ਸੌਫਟਵੇਅਰ ਬਿਨਾਂ ਚੱਲ ਸਕਦਾ। ਹਜੇ ਹਾਰਡਵੇਅਰ ਮਾੜਾ ਮੋਟਾ ਚੱਲ ਜਾਂਦਾ, ਕਿਉਂਕਿ ਆਪਣਾ ਦੇਖੋ ਕੱਪੜੇ ਸਿਉਣ ਵਾਲੀ ਮਸ਼ੀਨ ਹੈ, ਉਹ ਹਾਰਡਵੇਅਰ ਹੈ, ਉਹ ਮਕੈਨੀਕਲ ਹੈ, ਤਾਂ ਮਕੈਨੀਕਲ ਚੀਜ਼ਾਂ ਚੱਲ ਸਕਦੀਆਂ ਨੇ।
ਜੇ ਇਲੈਕਟ੍ਰੋਨਿਕ ਹੋ ਜਾਣ ਫਿਰ ਨਹੀਂ ਚੱਲਦੀਆਂ। ਤਾਂ ਇੱਥੇ ਇੱਕ ਕੁਐਸਚਨ ਹੋਰ ਬਹੁਤ ਜ਼ਿਆਦਾ ਇੰਪੋਰਟੈਂਟ ਬਣਦਾ ਹੈ, ਕੰਪਿਊਟਰ ਜਿਹੜਾ ਹੈ ਉਹ ਇਲੈਕਟ੍ਰੋਨਿਕ ਮਸ਼ੀਨ ਹੈ, ਨਾ ਕਿ ਇਲੈਕਟ੍ਰੀਕਲ ਮਸ਼ੀਨ ਹੈ, ਨਾ ਹੀ ਮਕੈਨੀਕਲ ਹੈ। ਸ਼ੁਰੂ ਦੇ ਵਿੱਚ ਆਪਣੇ ਕੋਲੇ ਕੰਪਿਊਟਰ ਸੀ ਜਿਹੜੇ ਉਹ ਮਕੈਨੀਕਲ ਆਏ ਸੀ, ਬਟ ਅੱਜ ਕੱਲ੍ਹ ਕੰਪਿਊਟਰ ਕੀ ਹੈ, ਇਲੈਕਟ੍ਰੋਨਿਕ ਮਸ਼ੀਨ। ਇਹ ਯਾਦ ਰੱਖਣੀ ਹੈ ਗੱਲ, ਬਹੁਤ ਇੰਪੋਰਟੈਂਟ ਹੈ, ਇਲੈਕਟ੍ਰੋਨਿਕ ਮਸ਼ੀਨ। ਤੇ ਕੰਪਿਊਟਰ ਹੈ ਜਿਹੜਾ ਇਹ ਦੋਨੋਂ ਤਰ੍ਹਾਂ ਦੇ ਡੇਟਾ ਨੂੰ ਸਿਗਨਲ ਨੂੰ ਪ੍ਰੋਸੈਸ ਕਰ ਸਕਦਾ ਹੈ, ਡਿਜੀਟਲ ਨੂੰ ਵੀ ਐਂਡ ਐਨਾਲੌਗ ਨੂੰ ਵੀ। ਇਹ ਵੀ ਬਹੁਤ ਇੰਪੋਰਟੈਂਟ ਹੈ, ਆਂਗਣਵਾੜੀ ਸੁਪਰਵਾਈਜ਼ਰ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ। ਇੱਕ ਮੈਂ ਨਾਲ ਲੱਗਦੀ ਤੁਹਾਨੂੰ ਗੱਲ ਦੱਸ ਦਿਆਂ, ਸਾਰੇ ਜਿਹੜੇ ਬੰਦਿਆਂ ਨੇ PSSB ਦੇ ਪੇਪਰ ਦੇਣੇ ਨੇ ਤੇ ਉੱਥੇ ਤੁਸੀਂ ਜਾ ਕੇ ਉੱਥੇ ਜਾ ਕੇ ਨਹੀਂ, ਤੁਸੀਂ ਪਲੇਲਿਸਟ ਵੀ ਨਹੀਂ, ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਮੈਂ ਕੁਐਸਚਨ ਕਰਾਏ ਸੀਗੇ, ਜਿਹੜਾ PSSB ਆਂਗਣਵਾੜੀ ਦਾ ਪੇਪਰ ਹੋਇਆ ਸੀ ਉਹ PSSB ਨੇ ਲਿਆ ਸੀ, ਉਹਦੇ ਚ 10 ਕੁਐਸਚਨ ਆਏ ਸੀ। ਸੋ ਉਹਦੇ ਨਾਲ ਦੇ ਕੁਐਸਚਨ ਆ ਸਕਦੇ ਨੇ, ਉਹ ਵੀਡੀਓ ਮੈਂ ਬਣਾਈ ਹੋਈ ਹੈ ਡਿਟੇਲ ਦੇ ਵਿੱਚ, ਉਹ ਤੁਸੀਂ ਜ਼ਰੂਰ ਦੇਖਣੀ ਹੈ ਜਾ ਕੇ, ਉਹਦਾ ਵੀ ਮੈਂ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ, ਠੀਕ ਆ। ਸੋ ਕੰਪਿਊਟਰ ਹੈ ਜਿਹੜਾ ਉਹਦੇ ਚ ਆਹ ਕੁਐਸਚਨ ਆਇਆ ਸੀ, ਡਿਜੀਟਲ ਤੇ ਐਨਾਲੌਗ ਕੀ ਕੰਪਿਊਟਰ ਕੰਮ ਕਰ ਸਕਦਾ, ਹਾਈਬ੍ਰਿਡ ਕੰਪਿਊਟਰ ਕੀ ਹੁੰਦਾ ਹੈ ਜਿਹੜਾ ਡਿਜੀਟਲ ਤੇ ਐਨਾਲੌਗ ਤੇ ਕੰਮ ਕਰਦਾ ਹੈ। ਦੂਜੀ ਗੱਲ, ਕੰਪਿਊਟਰ ਹੈ ਜਿਹੜਾ ਦੋਨੋਂ ਤਰ੍ਹਾਂ ਦਾ ਡੇਟਾ ਨੂੰ ਪ੍ਰੋਸੈਸ ਕਰ ਸਕਦਾ ਹੈ, ਕੁਆਲੀਟੇਟਿਵ ਡੇਟਾ ਨੂੰ ਵੀ ਤੇ ਕੁਆਂਟੀਟੇਟਿਵ ਨੂੰ ਵੀ। ਇਹ ਵੀ ਇੰਪੋਰਟੈਂਟ ਹੈ ਬਹੁਤ, ਕੁਆਂਟੀਟੇਟਿਵ ਐਂਡ ਕੁਆਲੀਟੇਟਿਵ। Computer can process both qualitative and quantitative. Computer can process both digital as well as analog data. So याद रखनी है गल, ਇਹਦਾ C आंसर ਸੀ। अगला, which of the below is not आ ਗਿਆ, ਗੋਲਾ ਮਾਰਾਂਗੇ। an example of hardware, ਕਿਹੜਾ ਹਾਰਡਵੇਅਰ ਨਹੀਂ ਹੈ? ਮੋਨੀਟਰ ਹਾਰਡਵੇਅਰ ਹੈਗਾ, ਕੀਬੋਰਡ ਵੀ ਹਾਰਡਵੇਅਰ ਹੈ, ਹਾਰਡ ਡਿਸਕ ਵੀ ਹੈ, ਤਾਂ ਫਿਰ ਮਾਈਕਰੋਸਾਫਟ ਐਕਸਲ ਹੈ ਜਿਹੜਾ ਇਹ ਹਾਰਡਵੇਅਰ ਨਹੀਂ ਹੈ। C, not a application software। ਦੇਖੋ ਐਪਲੀਕੇਸ਼ਨ ਸੌਫਟਵੇਅਰ ਕਿਹੜਾ ਨਹੀਂ ਹੈਗਾ, ਤੁਸੀਂ ਦੇਖਣਾ ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦੇ ਨੇ, ਸਿਸਟਮ ਸੌਫਟਵੇਅਰ ਕੀ ਹੁੰਦੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚ ਦੂਜੇ ਚੈਪਟਰ ਦੇ ਵਿੱਚੋਂ, ਜਿਹੜੀ ਗ੍ਰੈਂਡ ਸੀਰੀਜ਼ ਆਪਾਂ ਕਰ ਰਹੇ ਹਾਂ PSSB ਦੇ ਦੂਜੇ ਚੈਪਟਰ ਦੇ ਵਿੱਚ ਮੈਂ ਬਹੁਤ ਡਿਟੇਲ 'ਚ ਦੱਸਿਆ ਹੋਇਆ ਐਪਲੀਕੇਸ਼ਨ ਸੌਫਟਵੇਅਰ ਤੇ ਹਾਰਡਵੇਅਰ ਸੌਫਟਵੇਅਰ ਕੀ ਹੁੰਦੇ, ਐਪਲੀਕੇਸ਼ਨ ਤੇ ਸਿਸਟਮ। ਤਾਂ ਐਪਲੀਕੇਸ਼ਨ ਪੁੱਛ ਰਿਹਾ ਕਿਹੜਾ ਨਹੀਂ, ਐਪਲੀਕੇਸ਼ਨ ਸੌਫਟਵੇਅਰ ਉਹ ਹੁੰਦੇ ਨੇ ਜਿਹੜੇ ਯੂਜ਼ਰ ਨੂੰ ਫੈਸਿਲਿਟੀ ਪ੍ਰੋਵਾਈਡ ਕਰਦੇ ਨੇ। ਤਾਂ ਇਹਦਾ ਆਨਸਰ ਹੈ A, ਆਪਰੇਟਿੰਗ ਸਿਸਟਮ ਹੈ ਜਿਹੜਾ ਇਹ ਸਿਸਟਮ ਸੌਫਟਵੇਅਰ ਹੈ, ਠੀਕ ਹੈ। ਇਹ ਮੈਂ ਦਿੱਤੇ ਵੀ ਹੋਏ ਨੇ ਸਿਸਟਮ ਸੌਫਟਵੇਅਰ ਕਿਹੜੇ ਨੇ, ਵਿੰਡੋ, iOS, ਐਂਡਰੋਇਡ, ਉਬੰਟੂ, ਕਰੋਮ, ਮੈਕ, ਇਹ ਸਾਰੇ ਆਪਰੇਟਿੰਗ ਸਿਸਟਮ ਨੇ, ਇਹ ਸਾਰੇ ਕੀ ਨੇ, ਸਿਸਟਮ ਸੌਫਟਵੇਅਰ। ਮਾਈਕਰੋਸਾਫਟ ਵਰਡ, ਗੂਗਲ ਕਰੋਮ, ਫਾਇਰਫੌਕਸ, ਸਕਾਈਪ, ਵਿੰਡੋ ਮੀਡੀਆ ਪਲੇਅਰ, VLC, ਮਾਈਕਰੋਸਾਫਟ ਐਕਸੈਸ, ਇਹ ਕੀ ਨੇ, ਐਪਲੀਕੇਸ਼ਨ। ਜਿਵੇਂ ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ, ਇਹ ਟਰਾਂਸਲੇਟਰ ਨੇ, ਇਹ ਆਪਣੇ ਕੋਲੇ ਸਿਸਟਮ ਸੌਫਟਵੇਅਰ ਨੇ। ਫੋਟੋਸ਼ਾਪ ਤੇ ਫੇਸਬੁੱਕ, ਇਹ ਐਪਲੀਕੇਸ਼ਨ ਨੇ। ਡਿਵਾਈਸ ਡਰਾਈਵਰ, ਫਾਰਮਵੇਅਰ, ਯੂਟਿਲਿਟੀ, ਇਹ ਸਾਰੇ ਕੀ ਨੇ, ਸਿਸਟਮ ਸੌਫਟਵੇਅਰ ਨੇ। ਸੋ ਯਾਦ ਰੱਖਣੀ ਹੈ ਗੱਲ। ਵਿਚ ਆਫ ਦੀ ਫੋਲੋਇੰਗ ਇਜ਼ ਐਨ ਆਊਟਪੁੱਟ ਡਿਵਾਈਸ, ਕਹਿੰਦਾ ਹੇਠ ਲਿਖਿਆ ਚੋਂ ਕਿਹੜਾ ਆਊਟਪੁੱਟ ਹੈ। OCR ਇਨਪੁੱਟ ਹੈ, ਕੈਮਰਾ ਇਨਪੁੱਟ ਹੈ, ਮਾਈਕਰੋਫੋਨ ਵੀ ਇਨਪੁੱਟ ਹੈ, ਪ੍ਰੋਜੈਕਟਰ ਹੈ ਜਿਹੜਾ ਇਹ ਆਊਟਪੁੱਟ ਡਿਵਾਈਸ ਹੈ। ਤਾਂ ਇਨਪੁੱਟ ਆਊਟਪੁੱਟ ਡਿਵਾਈਸ ਦੀ ਲਿਸਟ ਮੈਂ ਦਿੱਤੀ ਹੋਈ ਹੈ, ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਇੰਪੋਰਟੈਂਟ ਹੈ। 1 ਤੋਂ 2 ਕੁਐਸਚਨ ਇਹਦੇ ਚੋਂ ਬਣਨੇ ਹੀ ਬਣਨੇ ਆ, ਲਿਖਾ ਕੇ ਲੈ ਲਿਓ ਕਿਸੇ ਪੇਪਰ 'ਚ, ਠੀਕ ਹੈ। ਸੋ ਪੰਜਾਬ ਪੁਲਿਸ ਵਾਲਿਆਂ ਪੇਪਰ ਦੇ ਵਿੱਚ ਵੀ 1 ਤੋਂ 2 ਕੁਐਸਚਨ ਆਏ ਨੇ। ਸੋ ਇਹ ਇਨਪੁੱਟ ਡਿਵਾਈਸ ਨੇ, ਸਾਰੇ ਪੜ੍ਹ ਲਿਓ, ਇਹ ਆਊਟਪੁੱਟ ਡਿਵਾਈਸ ਨੇ। ਅਗਲਾ ਕੁਐਸਚਨ ਹੈ, ਬ੍ਰੇਨ ਆਫ ਕੰਪਿਊਟਰ। ਬ੍ਰੇਨ ਕਿਹਨੂੰ ਕਿਹਾ ਜਾਂਦਾ ਹੈ? CPU ਨੂੰ ਕਿਹਾ ਜਾਂਦਾ, ਆਪਾਂ ਨੂੰ ਪਤਾ ਹੀ ਹੈ। ਰੈਮ ਆਫ ਏ ਕੰਪਿਊਟਰ ਇਜ਼ ਕਾਲਡ, ਰੈਮ ਨੂੰ ਕੀ ਕਿਹਾ ਜਾਂਦਾ ਹੈ? ਰੈਮ ਕੀ ਸੈਕੰਡਰੀ ਮੈਮਰੀ ਹੈ, ਪ੍ਰਾਇਮਰੀ ਮੈਮਰੀ ਹੈ, ਐਸੋਸੀਏਟਡ ਮੈਮਰੀ ਹੈ ਕਿ ਪਰਮਾਨੈਂਟ ਮੈਮਰੀ ਹੈ? ਤਾਂ ਆਪਾਂ ਦੇਖ ਲੈਂਦੇ ਹਾਂ, ਪ੍ਰਾਇਮਰੀ ਮੈਮਰੀ ਜਾਂ ਮੇਨ ਮੈਮਰੀ। ਪ੍ਰਾਇਮਰੀ ਮੈਮਰੀ ਆਲਸੋ ਨੋਨ ਐਜ਼ ਮੇਨ ਮੈਮਰੀ, ਠੀਕ ਆ। ਇਹ 2 ਤਰ੍ਹਾਂ ਦੀ ਹੁੰਦੀ ਹੈ, ਰੈਮ ਤੇ ਰੋਮ। ਰੈਮ ਹੁੰਦੀ ਹੈ ਰੈਂਡਮ ਐਕਸੈਸ ਮੈਮਰੀ, ਰੋਮ ਹੁੰਦੀ ਹੈ ਰੀਡ ਓਨਲੀ ਮੈਮਰੀ। ਇਹ ਗੱਲ ਯਾਦ ਰੱਖਣੀ ਹੈ, ਪ੍ਰਾਇਮਰੀ ਜਾਂ ਮੇਨ 2 ਤਰ੍ਹਾਂ ਦੀ ਹੈ, ਰੈਂਡਮ ਐਕਸੈਸ ਔਰ ਰੀਡ ਓਨਲੀ। ਤੇ ਰੈਮ ਹੈ ਜਿਹੜੀ ਵੋਲਾਟਾਈਲ ਆ, ਤੇ ਰੋਮ ਇਹ ਰੀਡ ਰਾਈਟ ਹੈ। ਵੋਲਾਟਾਈਲ ਦਾ ਮੀਨਿੰਗ ਕੀ ਆਪਾਂ ਦੇਖ ਲੈਂਦੇ ਹਾਂ, ਜਦੋਂ ਪਾਵਰ ਬੰਦ ਕਰ ਦਈਏ ਇਹਦੇ ਕੰਟੈਂਟ ਲੋਸਟ ਹੋ ਜਾਂਦੇ ਨੇ, ਤਾਂ ਇਹਨੂੰ ਬੋਲਦੇ ਆ ਵੋਲਾਟਾਈਲ। ਤੇ ਇਹ ਰੀਡ ਤੇ ਰਾਈਟ ਦੋਨੇ ਕੰਮ ਕਰ ਸਕਦੇ ਆ। ਤੇ ਦੂਜਾ ਕੰਮ ਕੀ ਹੈ, ਇਹ ਵਰਕਿੰਗ ਏਰੀਆ ਆਫ ਕੰਪਿਊਟਰ ਕਹਿੰਦੇ ਆ, ਜਾਂ ਇਹਨੂੰ ਫਿਜ਼ੀਕਲ ਮੈਮਰੀ ਵੀ ਬੋਲਿਆ ਜਾਂਦਾ। ਫਿਜ਼ੀਕਲ ਮੈਮਰੀ, ਇਹ ਗੱਲਾਂ ਯਾਦ ਰੱਖਣੀਆਂ ਨੇ। Only RAM is known as physical memory, all other memories are known as logical memory। ਜਿੰਨਾ ਵੀ ਕੰਪਿਊਟਰ ਦੇ ਵਿੱਚ ਕੰਮ ਧੰਦਾ ਹੁੰਦਾ ਸਾਰਾ ਉਹ ਕਾਹਦੇ 'ਚ ਹੁੰਦਾ ਹੈ, ਰੈਮ 'ਚ ਹੁੰਦਾ ਹੈ। ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ, ਵਰਕਿੰਗ ਏਰੀਆ ਕਿਹਾ ਜਾਂਦਾ। ਉਸ ਦੇ ਉਲਟ ਰੋਮ ਜਿਹੜੀ ਹੈ ਨੌਨ ਵੋਲਾਟਾਈਲ ਮੈਮਰੀ ਹੈ, ਕੁਝ ਵੀ ਡਿਲੀਟ ਨਹੀਂ ਹੁੰਦਾ। ਜਦੋਂ ਅਸੀਂ ਕੰਪਿਊਟਰ ਬੰਦ ਕਰ ਦਾਂਗੇ ਡੇਟਾ
ਡਿਲੀਟ ਨਹੀਂ ਹੁੰਦਾ। ਤੇ ਰੀਡ ਓਨਲੀ ਅਸੀਂ ਰਾਈਟ ਨਹੀਂ ਕਰ ਸਕਦੇ ਇਹਦੇ 'ਚ, ਠੀਕ ਹੈ। ਕਰ ਸਕਦੇ ਆ ਪਰ ਉਹ ਸਪੈਸ਼ਲ ਕੰਡੀਸ਼ਨਾਂ ਦੇ ਵਿੱਚ ਜਾ ਕੇ ਕਰ ਸਕਦੇ ਆ, ਸਿੱਧਾ ਨਹੀਂ ਕਰ ਸਕਦੇ ਰੈਮ ਵਾਂਗੂ। ਸਟੋਰ ਬੂਟ ਲੋਡਰ, ਤਾਂ ਇਹ ਬਹੁਤ ਇੰਪੋਰਟੈਂਟ ਗੱਲ ਯਾਦ ਰੱਖਣੀ ਹੈ। ਜਦੋਂ ਬੂਟ ਲੋਡਰ ਕੀ ਹੁੰਦਾ, ਉਹ ਵਾਲਾ ਪ੍ਰੋਗਰਾਮ ਜਿਹੜਾ ਕੰਪਿਊਟਰ ਨੂੰ ਸਟਾਰਟ ਕਰਨ ਲਈ ਵਰਤਿਆ ਜਾਂਦਾ ਉਹਨੂੰ ਬੋਲ ਦਿੰਦੇ ਆ ਬੂਟ ਲੋਡਰ। ਤਾਂ ਬੂਟ ਲੋਡਰ ਕਿੱਥੇ ਸਟੋਰ ਹੁੰਦਾ, ਰੋਮ ਦੇ ਵਿੱਚ। ਇਹ ਕੁਐਸਚਨ ਆ ਸਕਦਾ ਹੈ ਕਿ ਬੂਟ ਲੋਡਰ ਕਿੱਥੇ ਸਟੋਰ ਹੁੰਦਾ, ਰੋਮ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਬੂਟਿੰਗ ਇੰਸਟਰਕਸ਼ਨ ਦੇ ਲਈ ਰੋਮ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਰੈਮ ਆਫ ਕੰਪਿਊਟਰ ਫਿਰ ਕੀ ਹੈ, ਰੈਮ ਆਪਣੇ ਕੋਲੇ ਪ੍ਰਾਇਮਰੀ ਮੈਮਰੀ ਹੈ। ਵਿਚ ਵਨ ਇਜ਼ ਨੋਟ ਏ ਟਾਈਪ ਆਫ ਮੋਨੀਟਰ, ਕਹਿੰਦਾ ਕਿਹੜਾ ਮੋਨੀਟਰ ਨਹੀਂ ਹੈ। CRT ਵੀ ਹੁੰਦਾ, LED ਵੀ ਹੁੰਦਾ, LCD ਹੁੰਦਾ, CLD ਨਹੀਂ ਆਪਾਂ ਸੁਣਿਆ। ਸੋ C ਆਨਸਰ ਹੈ ਇਹਦਾ। ਦੇਖੋ ਕੈਥੋਡ ਰੇ ਟਿਊਬ ਆ, ਮੈਂ ਤੁਹਾਨੂੰ ਐਬਰੀਵੇਸ਼ਨਾਂ ਪਹਿਲਾਂ ਵੀ ਦੱਸ ਦਿੱਤੀਆਂ ਸੀ। ਕੈਥੋਡ ਰੇ ਟਿਊਬ, ਲਿਕੁਇਡ ਕ੍ਰਿਸਟਲ ਡਿਸਪਲੇ ਤੇ ਲਾਈਟ ਐਮਿਟਿੰਗ ਡਾਇਓਡ, ਇਹ ਤਿੰਨੋਂ ਮੋਨੀਟਰ ਹੁੰਦੇ ਨੇ, ਫਿਰ C ਨਹੀਂ ਹੁੰਦਾ, ਹਨਾ। ਸੋ ਅਗਲਾ ਕੁਐਸਚਨ ਹੈਗਾ ਡੈਸ਼ ਟੈਕਨੋਲੋਜੀ ਇਜ਼ ਯੂਜ਼ਡ ਫॉर ਫਾਸਟਰ ਪ੍ਰੋਸੈਸਿੰਗ ਆਫ ਲਾਰਜ ਕਾਲਮ ਆਫ ਚੈੱਕ, ਤਾਂ ਇਹ ਪਹਿਲਾ ਹੀ ਆਨਸਰ ਹੈ ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ। ਪਹਿਲਾਂ ਹੀ ਫੋਟੋ ਦੇਤੀ ਮੈਂ ਥੋੜਾ ਜਿਹਾ, ਹਨਾ। ਸੋ MICR ਵੀ ਹੁੰਦਾ, ਇਹਦੀ ਐਬਰੀਵੇਸ਼ਨ ਪੁੱਛ ਸਕਦਾ MICR। ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ ਉਹਨੇ ਐਂ ਪੇਪਰ ਦਿੱਤਾ ਸੀਗਾ ਕਿ ਐਬਰੀਵੇਸ਼ਨ ਵੀ ਪੁੱਛ ਲਈ, ਇੱਥੇ ਤਾਂ ਹੋਰ ਪਾਤੇ ਨਾ ਬਾਕੀ ਦੇ, ਉੱਥੇ MICR ਦੀਆਂ ਹੀ ਵੱਖੋ ਵੱਖਰੀਆਂ ਐਬਰੀਵੇਸ਼ਨਾਂ ਸੀ। ਇੱਕ ਤਾਂ ਐਬਰੀਵੇਸ਼ਨ ਪੁੱਛ ਲਈ, ਇੱਕ ਪੁੱਛ ਲਿਆ ਕਿਹੜਾ ਡਿਵਾਈਸ ਯੂਜ਼ ਹੁੰਦਾ, ਠੀਕ ਆ। ਅਗਲਾ ਵਿਚ ਆਫ ਦੀਜ਼ ਇਜ਼ ਨੋਟ ਏ ਐਗਜ਼ਾਮਪਲ ਆਫ ਇਨਪੁਟ, ਇਨਪੁਟ ਕਿਹੜਾ ਨਹੀਂ ਹੈ। ਪ੍ਰਿੰਟਰ ਆਊਟਪੁੱਟ ਹੈ, ਸਕੈਨਰ ਇਨਪੁੱਟ ਹੈਗਾ, ਕੀਬੋਰਡ ਵੀ ਇਨਪੁੱਟ ਆ, ਮਾਊਸ ਵੀ ਇਨਪੁੱਟ ਹੈ। ਫਿਰ ਆਨਸਰ ਕੀ ਹੋ ਗਿਆ, A। ਪ੍ਰਿੰਟਰ ਆਪਣੇ ਕੋਲੇ ਆਊਟਪੁੱਟ ਡਿਵਾਈਸ ਹੈ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਆਰ ਪ੍ਰੈਜੈਂਟੇਸ਼ਨ ਵਿਊ ਟਾਈਪ ਇਨ MS PowerPoint 2019, ਕਹਿੰਦਾ ਨੋਟ ਪੇਜਿਸ ਤੇ ਰੀਡਿੰਗ ਵਿਊ, ਕੀ ਇਹ ਪ੍ਰੈਜੈਂਟੇਸ਼ਨ ਵਿਊ ਨੇ। ਜਦੋਂ ਆਪਾਂ PowerPoint ਦੇ ਵਿੱਚ ਵਿਊ ਟੈਬ ਦੇ ਵਿੱਚ ਜਾਵਾਂਗੇ, ਉੱਥੇ ਆ ਜਾਣਗੇ ਪ੍ਰੈਜੈਂਟੇਸ਼ਨ ਵਿਊ। ਕਿਹੜੇ ਕਿਹੜੇ ਪ੍ਰੈਜੈਂਟੇਸ਼ਨ ਵਿਊ ਹੁੰਦੇ ਨੇ, ਨਾਰਮਲ ਹੁੰਦਾ ਹੈ, ਆਊਟਲਾਈਨ ਵਿਊ ਹੁੰਦਾ ਹੈ, ਸਲਾਈਡ ਸੌਰਟਰ ਹੁੰਦਾ ਹੈ, ਨੋਟ ਪੇਜ ਹੁੰਦਾ ਤੇ ਰੀਡਿੰਗ ਵਿਊ ਹੁੰਦਾ। ਤਾਂ ਉਹਨੇ ਪੁੱਛ ਲਿਆ ਨੋਟ ਪੇਜਿੰਗ ਤੇ ਰੀਡਿੰਗ ਵਿਊ ਹੈਗੇ ਨੇ, ਤਾਂ ਇਹਦਾ ਮਤਲਬ ਦੋਨੋਂ ਹੀ ਠੀਕ ਨੇ। ਘੈਂਟ ਹੋ ਗਿਆ ਨਾ ਕੰਮ। ਸੋ ਐਂ ਇਸ ਤਰ੍ਹਾਂ ਕਰਕੇ ਹੀ ਸੌਖੇ ਕੁਐਸਚਨ ਆਉਣਗੇ ਤੁਹਾਨੂੰ। ਤੇ ਇਹਦੇ ਨਾਲ ਦੇ ਕੁਐਸਚਨ ਬਹੁਤ ਸਾਰੇ ਨੇ ਜਿਹੜੇ ਉਹ ਸੀਰੀਜ਼ ਦੇ ਵਿੱਚ ਅਵੇਲੇਬਲ ਨੇ। ਆਫਿਸ ਪ੍ਰੋਡਕਟਿਵਿਟੀ ਟੂਲ, ਉਹਦੇ ਚੋਂ ਵੀ 3-4 ਕੁਐਸਚਨ ਆਉਣੇ ਹੀ ਆਉਣੇ ਨੇ ਤੁਹਾਨੂੰ, ਪੱਕਾ ਆਉਣਗੇ ਪੈਟ। ਉਹ ਸੀਰੀਜ਼ ਜ਼ਰੂਰ ਦੇਖਣੀ ਹੈ। 6-7 ਵੀਡੀਓ ਨੇ, 15-20 ਮਿੰਟ ਦੀ ਇੱਕ ਵੀਡੀਓ ਹੈ, ਸਾਰਾ 2 ਘੰਟਿਆਂ ਦਾ ਕੰਮ ਹੈ, ਦੇਖ ਲਿਓ। ਅਗਲਾ ਕੁਐਸਚਨ ਹੈ ਮੂਵਮੈਂਟ ਆਫ ਸਿਗਨਲ ਬਿਟਵੀਨ CPU ਐਂਡ ਇਨਪੁਟ ਆਊਟਪੁੱਟ ਡਿਵਾਈਸਿਸ ਕੰਟਰੋਲਡ ਬਾਏ। CPU ਦੇ ਤੇ ਇਨਪੁਟ ਆਊਟਪੁੱਟ ਡਿਵਾਈਸ ਦੇ ਵਿੱਚ ਮੂਵਮੈਂਟ ਕੌਣ ਕੰਟਰੋਲ ਕਰਦਾ ਹੈ, ਕੰਟਰੋਲ ਯੂਨਿਟ। ਦੇਖੋ CPU ਦੇ 3 ਕੰਪੋਨੈਂਟ ਹੁੰਦੇ ਨੇ, ਇਹ ਵੀ ਬਹੁਤ ਇੰਪੋਰਟੈਂਟ ਹੈ। ਕੰਪੋਨੈਂਟ ਆਫ CPU, ਇਹ CPU ਹੈ, 3 ਕੰਪੋਨੈਂਟ ਨੇ ਇਹਦਾ, ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ ਤੇ ਮੈਮਰੀ ਯੂਨਿਟ। ਮੈਮਰੀ ਯੂਨਿਟ ਦੇ ਵਿੱਚ ਰਜਿਸਟਰ ਤੇ ਕੈਸ਼ੇ। ਕੈਸ਼ੇ ਵੈਸੇ ਜੇ ਆਪਾਂ ਗੱਲ ਕਰੀਏ ਤੇ CPU ਦੇ ਬਾਹਰ ਲਾਈ ਕਰਦਾ, ਜ਼ਰੂਰੀ ਨਹੀਂ ਹੁੰਦਾ ਵਿੱਚ ਹੁੰਦਾ, ਪਰ ਇਹ ਬਹੁਤ ਨੇੜੇ ਹੁੰਦਾ ਚਿਪ ਤੇ, ਤਾਂ ਕਰਕੇ ਇਹਨੂੰ ਵਿੱਚੋਂ ਹੀ ਕੰਸੀਡਰ ਕੀਤਾ ਜਾਂਦਾ ਮੈਮਰੀ ਯੂਨਿਟ ਦੇ, ਠੀਕ ਆ। ਕੰਟਰੋਲ ਯੂਨਿਟ ਦਾ ਕੰਮ ਹੁੰਦਾ ਸਾਰੇ ਆਪਰੇਸ਼ਨ ਨੂੰ ਕੰਟਰੋਲ ਕਰਨਾ, ਤਾਂ ਕਰਕੇ ਇਹਦਾ B ਆਨਸਰ ਹੈ। ਅਰਥਮੈਟਿਕ ਲੌਜਿਕ ਯੂਨਿਟ ਦਾ ਕੰਮ ਹੁੰਦਾ ਜਿੰਨੀਆਂ ਵੀ ਪ੍ਰੋਸੈਸਿੰਗ ਹੋਣਗੀਆਂ CPU ਦੇ ਵਿੱਚ, ਉਹ ਸਾਰੀਆਂ ALU ਦੇ ਵਿੱਚ ਹੋਣਗੀਆਂ, ਠੀਕ ਹੈ। ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਇਜ਼ ਕੀ ਫੰਕਸ਼ਨ ਆਫ ਏ ਫਾਇਰਵਾਲ, ਕਹਿੰਦਾ ਫਾਇਰਵਾਲ ਦਾ ਕੀ ਕੰਮ ਹੈ ਮੇਨ। ਕੀ ਤਾਂ ਪੁੱਛ ਹੀ ਰਿਹਾ ਹੋ, ਪੰਜਾਬੀ 'ਚ ਵੀ ਕੀ ਕਹਿ ਰਹੇ ਹਾਂ ਆਪਾਂ, ਕੀ ਕੰਮ ਹੈ, ਮੇਨ ਕੰਮ ਕੀ ਹੈ ਫਾਇਰਵਾਲ ਦਾ। ਫਾਇਰਵਾਲ ਡਿਲੀਟ ਕਰਦਾ, ਕਾਪੀ ਕਰਦਾ, ਮੂਵ ਕਰਦਾ, ਇਹ ਤਿੰਨੋਂ ਕੰਮ ਨਹੀਂ ਕਰਦਾ। ਫਾਇਰਵਾਲ ਮੋਨੀਟਰ ਕਰਦਾ। ਮੋਨੀਟਰ ਕਿਵੇਂ ਕਰਦਾ, ਹੁਣ ਕੋਈ ਵੀ ਪੈਕੇਟ ਆ ਰਿਹਾ, ਡੇਟਾ ਆ ਰਿਹਾ ਇੰਟਰਨੈਟ ਤੋਂ, ਠੀਕ ਹੈ, ਉਸ ਡੇਟਾ ਨੂੰ ਜਿਵੇਂ ਗ੍ਰੀਨ ਵਾਲੇ ਪੈਕੇਟ ਤਾਂ ਉਹਨੇ ਲੰਘਣ ਦੇ ਤੇ, ਰੈੱਡ ਵਾਲੇ ਪੈਕੇਟ ਰੋਕ ਲਏ। ਇੱਥੇ ਆਪਾਂ ਰੂਲ ਪਾ ਸਕਦੇ ਹਾਂ ਵੀ ਕਿਹੜੀ ਚੀਜ਼ ਅੱਗੇ ਜਾਵੇ, ਕਿਹੜੀ ਨਾ ਜਾਵੇ। ਤਾਂ ਫਿਰ ਕੀ ਕੰਮ ਹੈ, ਮੋਨੀਟਰ ਕਰਦਾ। ਇਹ ਆਪਾਂ ਕੁਐਸਚਨ ਇਹ ਆਇਆ ਹੋਇਆ ਸੀਗਾ ਅੰਗਣਵਾੜੀ ਸੁਪਰਵਾਈਜ਼ਰ ਵਾਲੇ ਪੇਪਰ ਦੇ ਵਿੱਚ। ਮੋਨੀਟਰ ਕਰਦਾ, ਐਨਾਲਿਸਿਸ ਕਰਦਾ, ਕਿਉਂਕਿ ਸ਼ਬਦ ਹੀ ਪਾਊਗਾ ਨਾ, ਤੇ ਫਿਲਟਰ ਕਰਦਾ, ਤੇ ਇਹ ਪ੍ਰੀਵੈਂਟ ਕਰਦਾ ਅਨਆਥੋਰਾਈਜ਼ਡ ਐਕਸੈਸ ਨੂੰ। ਪ੍ਰੀਵੈਂਟ ਅਨਆਥੋਰਾਈਜ਼ਡ ਐਕਸੈਸ, ਠੀਕ ਹੈ। ਮੋਨੀਟਰ ਕਰਨਾ ਮਤਲਬ ਨਿਗਾਹ ਜੀ ਰੱਖਦਾ ਹੈ, ਜਿਵੇਂ ਸਿਕਿਉਰਿਟੀ ਗਾਰਡ ਬੈਠੇ ਹੁੰਦੇ ਨੇ ਆਪਣੇ ਯੂਨੀਵਰਸਿਟੀ ਦੇ ਬਾਹਰ, ਉਹ ਵੀ ਮੋਨੀਟਰ ਕਰਦੇ ਨੇ, ਐਨਾਲਿਸਿਸ ਕਰਦੇ ਨੇ। ਜੇ ਬੰਦਾ ਜ਼ਿਆਦਾ 3-4 ਗੇੜੇ ਲਾ ਜੇ ਉਹਨੂੰ ਸ਼ੱਕ ਪੈ ਜਾਂਦਾ, ਫਿਰ ਚੈੱਕ ਕਰ ਲੈਂਦੇ ਨੇ।
ਫਿਲਟਰ ਕਰ ਲੈਂਦੇ ਨੇ ਉਹੀ ਆਈ ਕਾਰਡ ਚੈੱਕ ਕਰਕੇ ਕੋਈ ਫੰਕਸ਼ਨ ਰੱਖਿਆ ਹੋਵੇ, ਪ੍ਰੀਵੈਂਟ ਕਰ ਦਿੰਦੇ ਆ ਅਨਆਥੋਰਾਈਜ਼ ਨੂੰ। ਇਹਨੂੰ ਇਹੀ ਸਮਝ ਲਿਓ ਵੀ ਸਿਕਿਉਰਿਟੀ ਗਾਰਡ ਨੇ, ਇਹਨਾਂ ਦਾ ਕੰਮ ਕੀ ਹੈ। ਤੇ ਜੇ ਸਿਕਿਉਰਿਟੀ ਗਾਰਡ ਨੂੰ ਉੱਪਰੋਂ ਹਦਾਇਤ ਆ ਗਈ ਕਿ ਆਹ ਬੰਦੇ ਨੂੰ ਲੰਘਣ ਦੇਣਾ, ਫਿਰ ਉਹਨੂੰ ਉਹ ਲੰਘਣ ਨਹੀਂ ਦਿੰਦੇ। ਤੇ ਜੇ ਉਹ ਲੰਘਾਉਣੀ ਵੀ ਹੋਵੇ ਚੀਜ਼ ਕਿਸੇ ਹੋਰ ਪੈਕੇਟ ਦੇ ਵਿੱਚ ਪਾ ਸਕਦੇ ਆ, ਉਹਨੂੰ ਅਸੀਂ ਬੋਲਦੇ ਆ VPN। VPN ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਵਰਚੁਅਲ ਪ੍ਰਾਈਵੇਟ ਨੈਟਵਰਕ। ਇੱਕ ਨਕਲੀ ਜਾਂ ਪ੍ਰਾਈਵੇਟ ਨੈਟਵਰਕ ਹੁੰਦਾ ਜਿਹਦੇ ਵਿੱਚ ਦੀ, ਜਿਵੇਂ ਬੇਰਕਾ ਵਾਲੀ ਵੈਨ ਦੀ ਆਪਾਂ ਐਗਜ਼ਾਮਪਲ ਲੈਂਦੇ ਹੁੰਦੇ ਆ, ਬੇਰਕਾ ਵਾਲੀ ਵੈਨ ਦੇ ਵਿੱਚ ਬੈਠ ਕੇ ਤੁਸੀਂ ਯੂਨੀਵਰਸਿਟੀ 'ਚ ਜਾ ਸਕਦੇ ਹੋ ਤੇ ਗਾਰਡ ਨੂੰ ਤਾਂ ਇਹ ਲੱਗੂਗਾ ਵੀ ਯਾਰ ਦੁੱਧ ਡੇਅਰੀ ਵਾਲੇ ਆ, ਦੁੱਧ ਦੇਣ ਚੱਲੇ ਆ, ਹਨਾ। ਸੋ ਇਹੀ ਕੰਮ VPN ਕਰਦਾ। ਫਿਰ ਇਹਦਾ ਆਨਸਰ ਹੋ ਗਿਆ A, ਠੀਕ ਹੈ। ਅਗਲਾ, ਇਨ MS Excel 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸਿਲੈਕਟ ਆਲ ਦੀ ਕੰਟੈਂਟਸ ਆਫ ਏ ਵਰਕਸ਼ੀਟ। ਬੜਾ ਸੌਖਾ ਹੈ, ਸਿਲੈਕਟ ਕਰਨ ਦੇ ਲਈ ਕੰਟਰੋਲ A, ਯਾਦ ਰੱਖਣੀ ਹੈ ਗੱਲ, ਠੀਕ ਆ। ਅਗਲਾ, ਵਾਈਫਾਈ ਦੀ ਐਬਰੀਵੇਸ਼ਨ ਵਾਇਰਲੈਸ ਫਿਡਲਿਟੀ ਤੇ ਨਾਲ ਲੱਗਦੇ ਹੱਥ ਲਾਈਫਾਈ ਦੀ ਦੇਖ ਲਓ। ਫਿਡਲਿਟੀ ਤਾਂ ਉਹੀ ਹੈ, L ਤੇ ਹੈਗਾ ਲਾਈਟ ਫਿਡਲਿਟੀ। ਮੇਨਲੀ ਇਹ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਆਪਣੇ ਕੋਲੇ ਬਿਜਲੀ ਦਾ ਬਲਬ ਹੋਊਗਾ ਉਹਦੇ ਨਾਲ ਹੀ ਅਸੀਂ ਇੰਟਰਨੈਟ ਚਲਾ ਲਾਂਗੇ ਲਾਈਫਾਈ 'ਚ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਏ ਪ੍ਰੋਗਰਾਮਿੰਗ ਲੈਂਗੁਏਜ ਟਰਾਂਸਲੇਟਰ ਸੌਫਟਵੇਅਰ। ਕਿਹੜੇ ਕਹਿੰਦਾ ਪ੍ਰੋਗਰਾਮਿੰਗ ਲੈਂਗੁਏਜ ਟਰਾਂਸਲੇਟਰ ਹੈ। ਵਰਡ ਵੀ ਨਹੀਂ ਹੈ, ਯੂਟਿਲਿਟੀ ਸੌਫਟਵੇਅਰ ਨਹੀਂ, ਆਪਰੇਟਿੰਗ ਸਿਸਟਮ ਨਹੀਂ ਹੈ, ਅਸੈਂਬਲਰ। ਤਾਂ ਇਹ ਤਿੰਨ ਤਰ੍ਹਾਂ ਦੇ ਲੈਂਗੁਏਜ ਪ੍ਰੋਸੈਸਰ ਵੀ ਬੋਲ ਦਿੰਦੇ ਆ ਜਾਂ ਇਹਨਾਂ ਨੂੰ ਲੈਂਗੁਏਜ ਟਰਾਂਸਲੇਟਰ ਵੀ ਬੋਲਿਆ ਜਾਂਦਾ। ਅਸੈਂਬਲਰ ਹੋ ਸਕਦਾ, ਇੰਟਰਪ੍ਰੇਟਰ ਹੋ ਸਕਦਾ, ਕੰਪਾਈਲਰ ਹੋ ਸਕਦਾ। ਤਿੰਨ ਨੇ। ਇਹਨਾਂ ਦਾ ਮੇਨ ਕੰਮ ਕੀ ਹੈ, ਇਹ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਦੇ ਨੇ। ਤੇ ਕੰਪਾਈਲਰ ਕੀ ਕਰਦਾ, ਐਂਟਾਇਰ ਪ੍ਰੋਗਰਾਮ ਨੂੰ ਕਨਵਰਟ ਕਰ ਦਿੰਦਾ ਹੈ। ਕਨਵਰਟ ਐਂਟਾਇਰ ਪ੍ਰੋਗਰਾਮ ਐਟ ਏ ਟਾਈਮ, ਠੀਕ ਹੈ। ਮੰਨ ਲਓ 10 ਪੇਜ ਆਏ ਹਾਈ ਲੈਵਲ 'ਚ ਲਿਖੇ ਗਏ C++ ਦੇ ਵਿੱਚ, ਉਹਨਾਂ ਨੂੰ ਲੋ 'ਚ ਕਨਵਰਟ ਕਰਨਾ 0-1 ਦੇ ਵਿੱਚ। ਲੋ ਲੈਵਲ ਲੈਂਗੁਏਜ 0-1 ਵਾਲੀ ਹੁੰਦੀ ਹੈ ਨਾ, ਤਾਂ ਉਹ 10 ਦੇ 10 ਨੂੰ ਇਕੱਠਾ ਹੀ ਕਰ ਦੂਗਾ। ਬਟ ਇੰਟਰਪ੍ਰੇਟ ਕੀ ਕਰੂਗਾ, 1 by 1, ਲਾਈਨ ਬਾਈ ਲਾਈਨ। ਇਹ ਲਿਖਣਾ ਲਿਖ ਸਕਦੇ ਹੋ, ਬਹੁਤ ਇੰਪੋਰਟੈਂਟ ਹੈ ਗੱਲ। ਲਾਈਨ ਬਾਈ ਲਾਈਨ, ਸਟੇਟਮੈਂਟ ਬਾਈ ਸਟੇਟਮੈਂਟ, ਠੀਕ ਹੈ, ਇੰਸਟਰਕਸ਼ਨ ਬਾਈ ਇੰਸਟਰਕਸ਼ਨ। ਇਹ ਕੰਮ ਕੀ ਹੋਊਗਾ ਇੰਟਰਪ੍ਰੇਟਰ ਦਾ। ਤਾਂ ਇਹ ਦੋਨੇ ਹੀ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ 'ਚ ਕਨਵਰਟ ਕਰਦੇ ਨੇ। ਇਹ ਕਨਵਰਟ ਕਰਦਾ ਅਸੈਂਬਲੀ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ। ਹਾਲਾਂਕਿ ਅਸੈਂਬਲੀ ਵੀ ਆਪਾਂ ਜੇ ਕਹੀਏ ਤਾਂ ਲੋ ਲੈਵਲ ਲੈਂਗੁਏਜ ਦੀ ਕੈਟਾਗਰੀ ਦੇ ਵਿੱਚ ਹੀ ਹੁੰਦੀ ਹੈ, ਬਟ ਮਿਡਲ 'ਚ ਆ ਜਾਂਦੀ ਹੈ, ਨਾ ਇਹ ਹਾਈ ਹੈ ਨਾ ਲੋ ਹੈ। ਤਾਂ ਲੋ ਲੈਵਲ ਲੈਂਗੁਏਜ ਵੀ ਕਹਿ ਸਕਦੇ ਆ, ਮਸ਼ੀਨ ਲੈਂਗੁਏਜ ਦੇ ਵਿੱਚ ਵੀ ਬੋਲ ਸਕਦੇ ਆ, ਠੀਕ ਹੈ। ਸੋ ਇਹਦਾ ਕੰਮ ਸੀਗਾ ਟਰਾਂਸਲੇਟਰਸ ਦਾ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਆਰ 3 ਮੇਜਰ ਕੰਪੋਨੈਂਟ ਆਫ CPU। ਆਪਾਂ ਹੁਣੀ ਕੀਤਾ ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ ਤੇ ਰਜਿਸਟਰ। ਤਾਂ C ਆਨਸਰ ਹੋਣਾ ਚਾਹੀਦਾ, ਤਾਂ C ਆਨਸਰ ਹੈ, ਠੀਕ ਹੈ। ਕਿਉਂਕਿ ਰੈਮ ਨਹੀਂ ਹੁੰਦਾ, ਆਹ ਦੇਖੋ ਲਿਮੀਨੇਟ ਵੀ ਹੋ ਜਾਣਗੇ, ਬੜਾ ਸੌਖਾ ਕੰਮ ਹੈ ਹਨਾ। ਇਹ ਆਇਆ ਹੋਇਆ ਕੁਐਸਚਨ ਪੁਰਾਣੇ ਪੇਪਰਾਂ 'ਚ। ਐਰਰ ਇਨ ਏ ਕੰਪਿਊਟਰ ਪ੍ਰੋਗਰਾਮਸ ਆਰ ਕਾਲਡ। ਕੰਪਿਊਟਰ ਪ੍ਰੋਗਰਾਮ ਦੇ ਵਿੱਚ ਐਰਰ ਆ ਜੇ ਉਹਨੂੰ ਬੱਗ ਬੋਲਦੇ ਆ। ਯਾਦ ਰੱਖਣਾ ਇੱਥੇ, ਜੇ ਕਨਫੀਗਰੇਸ਼ਨ 'ਚ ਐਰਰ ਪੁੱਛ ਲਿਓ ਉਹ ਬੱਗ ਨਹੀਂ ਹੁੰਦਾ। ਕੰਪਿਊਟਰ ਦੀ ਕਨਫੀਗਰੇਸ਼ਨਾਂ ਦੇ ਵਿੱਚ ਐਰਰ ਆ ਗਿਆ ਉਹ ਬੱਗ ਨਹੀਂ ਹੁੰਦਾ। ਪ੍ਰੋਗਰਾਮ ਦੇ ਵਿੱਚ ਵਾਇਰਰ ਆ ਗਿਆ ਬੱਗ ਹੁੰਦਾ। ਤੇ ਇਹ ਪ੍ਰੋਗਰਾਮ ਦੇ ਵਿੱਚੋਂ ਵਾਇਰਰ ਗਈ ਹੈ ਨਾ, ਐਰਰ ਕੱਢਣ ਦੇ ਲਈ ਜਿਹੜੀ ਪ੍ਰੋਸੈਸ ਫੋਲੋ ਕਰਦੇ ਉਹਨੂੰ ਬੋਲਦੇ ਆ ਡੀਬਗਿੰਗ। ਇਹਦੇ ਕੁਐਸਚਨ ਆਇਆ, ਬਹੁਤ ਇੰਪੋਰਟੈਂਟ ਹੈ। ਡੀਬਗਿੰਗ ਕੀ ਹੈ, ਪ੍ਰੋਸੈਸ ਆਫ ਰਿਮੂਵਿੰਗ ਦੀ ਐਰਰਸ ਫਰੋਮ ਪ੍ਰੋਗਰਾਮ। ਪ੍ਰੋਸੈਸ ਆਫ ਰਿਮੂਵਿੰਗ ਦੀ ਐਰਰਸ ਇਨ ਪ੍ਰੋਗਰਾਮ, ਠੀਕ ਹੈ। ਇਸ ਨੂੰ ਆਪਾਂ ਬੋਲਦੇ ਨੇ ਡੀਬਗਿੰਗ। ਅਗਲਾ ਕੁਐਸਚਨ ਹੈ, ਨੋਟ ਏ ਪ੍ਰੋਗਰਾਮਿੰਗ ਲੈਂਗੁਏਜ। ਕਿਹੜੀ ਪ੍ਰੋਗਰਾਮਿੰਗ ਲੈਂਗੁਏਜ ਨਹੀਂ ਹੈ? C++ ਵੀ ਹੈ, ਜਾਵਾ ਵੀ ਹੈ, ਪਾਈਥਨ ਵੀ ਹੈ, ਸਨੇਕ ਆਨਸਰ ਹੈ। ਵੈਸੇ ਤਾਂ ਪਾਈਥਨ ਤੇ ਐਨਾਕੋਂਡਾ ਇਹ ਵੀ ਸੱਪ ਹੀ ਹੁੰਦੇ ਨੇ, ਪਰ ਸਨੇਕ ਕੋਈ ਨਾਮ ਨਹੀਂ ਹੈ ਲੈਂਗੁਏਜ ਦਾ। ਪਾਈਥਨ ਵੀ ਸੱਪ ਹੁੰਦਾ, ਠੀਕ ਆ। ਸੋ ਇਹਦਾ C ਆਨਸਰ ਹੈ। ਕਿਹੜੀਆਂ ਲੈਂਗੁਏਜ ਨੇ ਇਹ ਪੜ੍ਹ ਲਿਓ, ਪੁੱਛੀਆਂ ਜਾ ਸਕਦੀਆਂ ਨੇ। C++, C#, ਫੋਰਟਰਨ। ਦੇਖੋ ਜਿਹੜੇ ਫੋਰੈਸਟ ਗਾਰਡ ਤੇ ਕਲਰਕ ਵਾਲੇ ਬੱਚੇ ਨੇ ਜਾਂ ਐਕਸਾਈਜ਼ ਇੰਸਪੈਕਟਰ ਵਾਲੇ ਨੇ, ਤਾਂ ਇਹ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਇਹ ਵੱਡਾ ਫਰਕ ਕ੍ਰੀਏਟ ਕਰਦੀਆਂ ਨੇ। ਜਿਹੜੀ ਮੈਂ ਥਿਊਰੀ ਕਰਾ ਰਿਹਾ, ਥੋੜੀ ਦੱਸ ਰਿਹਾ, ਤੁਸੀਂ ਇਹ ਪੱਕੀਆਂ ਕਰ ਲਓ। ਜਦੋਂ ਤੁਹਾਡੀ ਮੈਰਾਥਨ ਆਊਗੀ ਤੁਸੀਂ ਉਦੋਂ ਨੂੰ ਚੱਕ ਕੇ ਮਾਰਿਓ, ਪੱਟ ਕੇ ਮਾਰਿਓ। ਤੁਸੀਂ 70% ਇਸੇ ਮੈਰਾਥਨ ਦੇ ਨਾਲ ਹੀ ਕਵਰ ਕਰ ਜਾਓਗੇ ਕੰਮ। ਜਿਹੜਾ ਰਹਿ ਗਿਆ ਉਹ ਆਪਾਂ ਹੋਰ ਬਣਾ ਲਾਂਗੇ ਉਦੋਂ ਤੱਕ, ਹਨਾ। ਫੋਰਟਰਨ, ਪਾਸਕਲ, ਕਬੋਲ, ਪ੍ਰਲੋਗ, ਜਾਵਾ, PHP ਸਾਰੀਆਂ ਲੈਂਗੁਏਜ ਨੇ, ਇਹ ਹਾਈ ਲੈਵਲ ਲੈਂਗੁਏਜ ਨੇ। HTML is basically used to design। HTML ਲੈਂਗੁਏਜ ਕਾਹਦੇ ਦੁਆਰਾ ਵਰਤੀ ਜਾਂਦੀ ਹੈ? ਪਹਿਲਾਂ ਤਾਂ ਇਹਦੀ ਐਬਰੀਵੇਸ਼ਨ ਪੁੱਛ ਸਕਦਾ ਹੈ ਨਾ।
HTML ਹੁੰਦੀ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਤੇ ਇਹ ਕਿਹੜੇ ਬੰਦੇ ਨੇ ਬਣਾਈ ਸੀ? ਟਿਮ ਬਰਨਰ-ਲੀ ਨੇ। ਟਿਮ ਬਰਨਰ-ਲੀ। ਤਾਂ ਪੁੱਛਿਆ ਜਾ ਸਕਦਾ ਫਾਦਰ ਆਫ HTML ਕੌਣ ਸੀ? ਟਿਮ ਬਰਨਰ-ਲੀ। ਅਪਰੋਕਸੀਮੇਟਲੀ ਇਹਨੇ 1990-91 ਚ ਬਣਾਈ ਸੀ, ਸ਼ਾਇਦ 90-91 ਦੇ ਵਿੱਚ, ਯਾਦ ਰੱਖਣਾ, ਠੀਕ ਆ। ਟਿਮ ਬਰਨਰ-ਲੀ। ਤੇ ਇਹਦਾ ਆਨਸਰ ਹੈਗਾ ਕਾਹਦੇ ਲਈ ਵਰਤੀ ਜਾਂਦੀ ਹੈ ਤਾਂ ਦੱਸਣੀ ਭੁੱਲ ਗਿਆ ਸੀ, ਵੈਬ ਪੇਜ ਬਣਾਉਣ ਲਈ। ਕੰਪਿਊਟਰ ਤੇ ਵੈਬਸਾਈਟਾਂ ਬਣਦੀਆਂ ਨੇ ਜਿਹੜੀਆਂ ਉਹ HTML ਦੇ ਵਿੱਚ ਬਣਦੀਆਂ ਨੇ। ਤੇ HTML ਤੋਂ ਬਿਨਾਂ ਹੋਰ ਲੈਂਗੁਏਜ ਵੀ ਨੇ ਜਿਹੜੀਆਂ ਵੈਬ ਪੇਜ ਡਿਜ਼ਾਈਨਿੰਗ ਦੇ ਲਈ, ਜਿਵੇਂ XML ਐਕਸਟੈਂਸ਼ੇਬਲ ਮਾਰਕਅਪ ਲੈਂਗੁਏਜ, ਤੇ SGML। SGML ਹੁੰਦੀ ਹੈ ਸਟੈਂਡਰਡ ਜਰਨਲਾਈਜ਼ ਮਾਰਕਅਪ ਲੈਂਗੁਏਜ। ਤੇ SGML ਦਾ ਫਾਦਰ ਸੀ, ਉਹਦਾ ਨਾਮ ਸੀਗਾ ਗੋਲਡਫੈਰਬ। ਗੋਲਡਫੈਰਬ। ਤੇ ਇਹਨੂੰ ਫਾਦਰ ਆਫ SGML ਜਾਂ ਫਾਦਰ ਆਫ ਮਾਰਕਅਪ ਲੈਂਗੁਏਜ ਵੀ ਕਿਹਾ ਜਾਂਦਾ। ਇਹ ਵੀ ਬਹੁਤ ਇੰਪੋਰਟੈਂਟ ਹੈ ਵੀ, ਯਾਦ ਰੱਖ ਲਿਓ। ਕੁਝ ਕੁਐਸਚਨ ਐਵੇਂ ਦੇ ਹੁੰਦੇ ਨੇ ਜਿਨ੍ਹਾਂ ਦੇ ਤੁਸੀਂ ਨੋਟ ਪੁਆਇੰਟ ਬਣਾਇਆ ਕਰੋ, ਜਿਹੜੇ ਪੇਪਰ ਤੋਂ ਪਹਿਲਾਂ ਆਪਾਂ ਪੜ੍ਹਨੇ ਜ਼ਰੂਰੀ ਹੁੰਦੇ ਨੇ। ਮੰਨ ਲਓ ਅੱਜ ਤੁਸੀਂ ਮੈਰਾਥਨ ਵੀਡੀਓ ਦੇਖ ਰਹੇ ਹੋ, ਅੱਜ ਤੁਸੀਂ ਵੀਡੀਓ ਦੇਖ ਲਈ, ਮੰਨ ਲਓ ਤੁਹਾਡਾ 4 ਦਿਨਾਂ ਨੂੰ 5 ਦਿਨਾਂ ਨੂੰ ਪੇਪਰ ਹੈ, ਉਦੋਂ ਤੱਕ ਆਹ ਚੀਜ਼ਾਂ ਭੁੱਲ ਜਾਓਗੇ ਵੀ ਫਾਦਰ ਆਫ ਮਾਰਕਅਪ ਲੈਂਗੁਏਜ ਕੌਣ ਸੀ? ਗੋਲਡਫੈਰਬ। ਇਹਨਾਂ ਦੇ ਲਈ ਫਿਰ ਇੱਕ ਅਲੱਗ ਤੋਂ ਨੋਟ ਪੁਆਇੰਟ ਬਣਾਇਆ ਕਰੋ। ਬਾਕੀ ਸਬਜੈਕਟਾਂ ਦੇ ਵੀ ਬਣਾਓ, ਉਹਦੀ ਆਡੀਓ ਵੀ ਬਣਾ ਸਕਦੇ ਹੋ। ਉਹ ਪੇਜ ਬਣ ਗਿਆ ਸਾਰਾ, ਉਹਨੂੰ ਬਾਅਦ 'ਚ ਆਡੀਓ ਫਾਰਮ 'ਚ ਆਪਦੇ ਫੋਨ 'ਚ ਪਾ ਲਓ। ਕੱਲ੍ਹ ਨੂੰ ਕਿਤੇ ਤੁਰੇ ਜਾਂਦੇ, ਪੇਪਰ ਤੋਂ ਪਹਿਲਾਂ ਬੱਸ 'ਚ ਸਫ਼ਰ ਕਰੋਗੇ, ਕਿਤੇ ਜਾਣਾ ਪਊਗਾ, ਆਡੀਓ ਸੁਣ ਲਿਓ, ਹੈ ਨਾ। ਆਡੀਓ ਨਾਲ ਜ਼ਿਆਦਾ ਯਾਦ ਹੁੰਦਾ। ਇਹ ਤਰੀਕਾ ਹੈ, ਮੈਨੂੰ ਇਹ ਤਰੀਕਾ ਵਧੀਆ ਲੱਗਦਾ। ਤੇ ਜੇ ਕੰਪਿਊਟਰ ਦੀਆਂ ਆਡੀਓ ਸੁਣਨਾ ਚਾਹੁੰਦੇ ਹੋ ਤਾਂ ਆਪਣਾ ਚੈਨਲ ਹੈ ਬਾਈਨਰੀ ਇੰਸਟਰਕਟਰ, ਉਹਦਾ ਮੈਂ ਲਿੰਕ ਦਿੱਤਾ ਹੋਇਆ ਨੀਚੇ। ਉੱਥੇ ਜਾ ਕੇ ਕੰਪਿਊਟਰ ਹਿਸਟਰੀ, ਮਾਡਰਨ ਹਿਸਟਰੀ ਵੀ ਮੈਂ ਕਰਾਈ ਹੋਈ ਹੈ, ਉਹ ਆਡੀਓ ਫਾਰਮ 'ਚ ਜਾ ਕੇ ਤੁਸੀਂ ਰਿਵੀਜ਼ਨ ਕਰ ਸਕਦੇ ਹੋ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਹੈ, ਬੰਦਾ ਯਾਦ ਰੱਖਣਾ, ਗੋਲਡਫੈਰਬ ਫਾਦਰ ਆਫ ਮਾਰਕਅਪ ਲੈਂਗੁਏਜ। ਤੇ ਇਹਦਾ ਇਹ ਦਾਦਾ ਮੰਨਿਆ ਜਾਂਦਾ ਹੈ, ਠੀਕ ਹੈ, ਜਿਹੜਾ ਗੋਲਡਫੈਰਬ ਹੈ, ਕਿਉਂਕਿ SGML ਜਿਹੜੀ ਹੈ ਪੇਰੈਂਟ ਲੈਂਗੁਏਜ ਹੈ HTML ਦੀ। PHP ਇਹਦਾ ਹੁੰਦਾ ਹੈ ਹਾਈਪਰ ਟੈਕਸਟ ਪ੍ਰੀ ਪ੍ਰੋਸੈਸਰ। C#, ਜਾਵਾ, CS ਕਾਸਕੇਡਿੰਗ ਸਟਾਈਲ ਸ਼ੀਟ, ਠੀਕ ਹੈ। ਇਹ ਪੁੱਛੇ ਜਾ ਸਕਦੇ ਆਪਣੇ ਤੋਂ। ਅਗਲਾ ਕੁਐਸਚਨ ਹੈਗਾ ਆਲ ਦੀ ਲੌਜੀਕਲ ਐਂਡ ਮੈਥਮੈਟੀਕਲ ਕੈਲਕੂਲੇਸ਼ਨ ਡਨ ਬਾਈ ਦੀ ਕੰਪਿਊਟਰ ਹੈਪਨਸ ਇਨ। ਸਾਰੀਆਂ ਕੈਲਕੂਲੇਸ਼ਨਾਂ ਕਿੱਥੇ ਹੁੰਦੀਆਂ ਨੇ? CPU ਦੇ ਵਿੱਚ ਹੁੰਦੀਆਂ ਨੇ, ਸੈਂਟਰਲ ਪ੍ਰੋਸੈਸਿੰਗ ਦੇ। ਜੇ ਸੈਂਟਰਲ ਪ੍ਰੋਸੈਸਿੰਗ 'ਚ ਪੁੱਛ ਲਏ 3 ਯੂਨਿਟ ਦੇ ਵਿੱਚੋਂ, ਕੰਟਰੋਲ ਯੂਨਿਟ ALU ਤੇ ਮੈਮਰੀ ਯੂਨਿਟ 'ਚੋਂ ਪੁੱਛ ਲਏ ਤਾਂ ALU ਦੇ ਵਿੱਚ ਹੁੰਦੀਆਂ ਨੇ, ਠੀਕ ਆ। ਅਗਲਾ ਹੈਗਾ ਇੰਟਰਨੈਸ਼ਨਲ ਕੰਪਿਊਟਰ ਸਿਕਿਉਰਿਟੀ ਡੇਜ਼ ਓਬਜ਼ਰਵਡ ਇਨ, ਬਹੁਤ ਇੰਪੋਰਟੈਂਟ ਹੈ, 30 ਨਵੰਬਰ ਨੂੰ। B ਤਾਂ ਯਾਦ ਰੱਖਣਾ, ਫਾਦਰ ਆਫ ਕੰਪਿਊਟਰ ਸਿਕਿਉਰਿਟੀ ਕਿਹਨੂੰ ਕਿਹਾ ਜਾਂਦਾ? ਅਗਸਟ ਕਰਚੌਫ। ਤੇ 30 ਨਵੰਬਰ ਨੂੰ ਕੰਪਿਊਟਰ ਸਿਕਿਉਰਿਟੀ ਡੇ ਸੈਲੀਬ੍ਰੇਟ ਕੀਤਾ ਜਾਂਦਾ। HTML ਸਟੈਂਡਸ ਫॉर ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਫਾਦਰ ਕੌਣ ਸੀ ਇਹਦਾ? ਯਾਦ ਸੀ ਤੁਹਾਨੂੰ ਹੁਣੀ, ਟਿਮ ਬਰਨਰ-ਲੀ, ਠੀਕ ਆ। ਅਗਲਾ ਵੀ ਬਹੁਤ ਵਧੀਆ ਕੁਐਸਚਨ ਹੈ, ਕਹਿੰਦਾ ਵੈਨ ਵਾਜ ਦੀ ਈਮੇਲ ਸੈਂਟ। ਜੇ ਦੇਖੋ ਇਹਦੇ ਤੇ 2 ਕੁਐਸਚਨ ਬਣਨਗੇ ਆਪਾਂ ਨੂੰ। ਈਮੇਲ ਹੈ ਜਿਹੜਾ ਉਹ 1965 ਦੇ ਵਿੱਚ ਬਣਿਆ ਸੀ, ਬਟ ਉਦੋਂ ਇੰਟਰਨੈਟ ਹੁੰਦਾ ਨਹੀਂ ਸੀ। ਪਹਿਲਾ ਨੈਟਵਰਕ 1969 ਦੇ ਵਿੱਚ ਬਣਿਆ ਸੀ, ਜਿਹਦਾ ਨਾਮ ਸੀਗਾ ARPANET। ARPANET ਦੀ ਫੁੱਲ ਫਾਰਮ ਪੁੱਛ ਸਕਦਾ ਹੈ, ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਦੁਨੀਆ ਦਾ ਪਹਿਲਾ ਨੈਟਵਰਕ ਕਿਹੜਾ ਸੀ? ARPANET। ਕਿਹੜੇ ਸਾਲ ਬਣਿਆ? 1969 ਦੇ ਵਿੱਚ। ਕਿਹਨੇ ਬਣਾਇਆ? ਡਿਪਾਰਟਮੈਂਟ ਆਫ ਡਿਫੈਂਸ। ਕਿਹਦਾ ਸੀ ਇਹ ਡਿਪਾਰਟਮੈਂਟ ਆਫ ਡਿਫੈਂਸ? US ਮਿਲਟਰੀ ਦਾ ਸੀ। ਕੁਐਸਚਨ ਇਹ ਵੀ ਪੁੱਛ ਸਕਦਾ ਹੈ ਇਨੀਸ਼ੀਅਲ ਐਫਰਟਸ ਨੈਟਵਰਕਸ ਤੇ ਕਾਹਦੇ ਲਈ ਸੀ? ਮਿਲਟਰੀ ਪਰਪਸ ਦੇ ਲਈ ਸੀ। ਆਇਆ ਹੋਇਆ ਕੁਐਸਚਨ ਹੈ ਇਹ, ਹੈ ਨਾ। ਤਾਂ ਜੇ ਆਪਾਂ ਦੇਖੀਏ 65 ਦੇ ਵਿੱਚ ਕੋਈ ਨੈਟਵਰਕ ਨਹੀਂ ਸੀ, ਤਾਂ ਕੰਪਿਊਟਰ ਤਾਂ ਸੀਗਾ, ਜਿਵੇਂ ਆਪਾਂ ਨੂੰ ਪਤਾ ਵੀ ਬਣ ਰਹੇ ਸੀ। ਪਹਿਲਾਂ ਬਣਿਆ ਡਿਫਰੈਂਸ ਇੰਜਨ, ਫਿਰ ENIAC ਬਣ ਗਿਆ ਸੀਗਾ 1946 ਦੇ ਵਿੱਚ। ਫਸਟ ਜਨਰਲ ਪਰਪਸ ਇਲੈਕਟ੍ਰੋਨਿਕ ਕੰਪਿਊਟਿੰਗ ਡਿਵਾਈਸ ਜਿਹਦਾ ਨਾਮ ਸੀ ENIAC। ਇਹ ਵੀ ਬਹੁਤ ਇੰਪੋਰਟੈਂਟ ਹੈ, ਪੁੱਛ ਸਕਦਾ ENIAC। ਇਲੈਕਟ੍ਰੋਨਿਕ ਨਿਊਮੈਰੀਕਲ ਇੰਟੀਗ੍ਰੇਟਿਡ ਆਟੋਮੈਟਿਕ ਕੰਪਿਊਟਰ, ਠੀਕ ਹੈ, ਬਹੁਤ ਇੰਪੋਰਟੈਂਟ ਹੈ। ਇਹ ਵੀ ਪੁੱਛਿਆ ਗਿਆ ਹੈਗਾ, ਇਹ ਮੈਨੂੰ ਲੱਗਦਾ TSS ਕਾਡਰ ਦੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ। ਇਲੈਕਟ੍ਰੋਨਿਕ ਨਿਊਮੈਰੀਕਲ ਇੰਟੀਗ੍ਰੇਟਡ ਆਟੋਮੈਟਿਕ ਕੰਪਿਊਟਰ, ਤੇ ਇਹ ਪਹਿਲਾ ਫਸਟ ਜਰਨਲ ਪਰਪਸ ਇਲੈਕਟ੍ਰੋਨਿਕ ਕੰਪਿਊਟਰ ਸੀ। ਟਿਊਰਿੰਗ ਕੰਪਲੀਟ ਸੀ ਤੇ ਬਹੁਤ ਵੱਡਾ ਸਾਈਜ਼ ਸੀ ਬਿਲਡਿੰਗ ਵਾਲਾ ਕੰਪਿਊਟਰ, ਉਹ ਇਹੀ ਸੀ 1946 ਵਾਲਾ ਕੰਪਿਊਟਰ ਤਾਂ ਸੀਗਾ। ਤਾਂ ਕਰਕੇ ਸੇਮ ਕੰਪਿਊਟਰ ਤੇ ਇੱਕ ਦੂਜੇ ਨੂੰ ਮੇਲ ਭੇਜ ਸਕਦੇ ਸੀਗੇ, ਠੀਕ ਆ। ਮੇਲ ਤੋਂ ਯਾਦ ਨਹੀਂ, ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੁੰਦਾ ਜੇਲ੍ਹ ਭੇਜਣਾ, ਕੰਮ ਮੇਰੇ ਕਹਿੰਦੇ ਤੈਨੂੰ ਜੇਲ੍ਹ ਭੇਜਣਾ, ਲੱਕ ਮੇਰਾ ਕਹਿੰਦਾ ਤੈਨੂੰ, ਪਤਾ ਨਹੀਂ ਉਹ ਭੁੱਲ ਗਿਆ ਹੁਣ, ਮੈਨੂੰ ਯਾਦ ਨਹੀਂ।
ਸੋ ਆਪਾਂ ਵੀ ਜੇਲ੍ਹ ਭੇਜ ਕੇ ਆਉਣਾਗਾ, ਠੀਕ ਹੈ। ਪੇਪਰ ਚਾਹੇ ਆਪਣਾ ਲਾਇਬ੍ਰੇਰੀਅਨ ਦਾ, ਚਾਹੇ ਫੋਰੈਸਟ ਗਾਰਡ ਦਾ, ਇਹ ਕੁਐਸਚਨ ਨੂੰ ਜੇਲ੍ਹ ਭੇਜ ਕੇ ਆਉਣਾ। ਸੋ ਮੇਲ ਜਿਹੜੀ ਸੀਗੀ ਈਮੇਲ ਹੈ ਇਹ 1965 ਦੇ ਵਿੱਚ ਸਟਾਰਟ ਹੋਈ ਇੱਕੋ ਹੀ ਕੰਪਿਊਟਰ ਤੇ। ਜੇ ਨੈਟਵਰਕ ਬਣ ਗਿਆ 1969 ਦੇ ਵਿੱਚ, ਫਿਰ 1971 ਦੇ ਵਿੱਚ ਪਹਿਲੀ ਮੇਲ ਸੈਂਟ ਹੋਈ ਜਾਂ ਫਸਟ ਨੈਟਵਰਕ ਮੇਲ ARPANET ਤੇ। ਕਿਹਨੇ ਭੇਜੀ ਗਈ? ਫਾਦਰ ਆਫ ਈਮੇਲ ਰੇ ਟੋਮਿਲਸਨ ਨੂੰ ਕਿਹਾ ਜਾਂਦਾ। ਯਾਦ ਰੱਖਣੀ ਆ ਗੱਲ ਇਹ। ਮੇਲ ਬਾਕਸ ਬਣ ਗਿਆ ਸੀ 65 ਦੇ ਵਿੱਚ, ਤੇ ਪਹਿਲੀ ਮੇਲ ਜਾਂ ਨੈਟਵਰਕ ਮੇਲ ਜਾਂ ਸੈਂਟ ਮੇਲ ਪੁੱਛ ਲਏ ਤਾਂ 1971 ਆਨਸਰ ਲਾਵਾਂਗੇ। ਸੋ ਫਿਰ ਇਸ ਦਾ ਬੈਨਫ ਵਾਜ ਦੀ ਮੇਲ ਸੈਂਟ। ਜਿਹੜੀ 65 ਵਾਲੀ ਉਹ ਸੈਂਟ ਥੋੜਾ ਹੋਈ ਸੀ, ਤਾਂ ਫਿਰ 71 ਵਾਲੀ ਲਾਵਾਂਗੇ। 71 ਨਾਲ ਹੀ ਆਪਣੀ ਜੰਗ ਲੱਗੀ ਸੀ। ਕਿਹਦੇ ਨਾਲ ਲੱਗੀ ਸੀ ਨਾ? ਬੰਗਲਾਦੇਸ਼ ਨਾਲ ਕਿ ਪਾਕਿਸਤਾਨ ਨਾਲ? ਹਾਂ। ਕੰਪਿਊਟਰ ਵਾਇਰਸ ਇਜ਼, ਕੰਪਿਊਟਰ ਵਾਇਰਸ ਕੀ ਹੁੰਦਾ? ਦੇਖੋ ਮੈਂ ਥੋੜਾ ਜਿਹਾ ਦੱਸ ਦੇਣਾ, ਇੱਥੇ ਆਪਾਂ ਡਿਸਕਸ ਕਰ ਲੈਂਦੇ ਹਾਂ। ਤਿੰਨ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਵੈਸੇ। ਮਲੀਸ਼ੀਅਸ, MALICIO, ਮਲੀਸ਼ੀਅਸ ਸੌਫਟਵੇਅਰ। ਤਿੰਨ ਤਰ੍ਹਾਂ ਦੇ ਹੁੰਦੇ ਨੇ: ਵਾਇਰਸ, ਵਰਮ ਤੇ ਟਰੋਜਨ ਹਾਰਸ। ਇਹ ਤਿੰਨਾਂ ਚੋਂ ਕੁਐਸਚਨ ਬਣਦਾ। ਵਾਇਰਸ, ਵਰਮ ਤੇ ਟਰੋਜਨ ਹਾਰਸ, ਇਹਨਾਂ ਦੋਨਾਂ ਦੀਆਂ ਸਾਂਝੀਆਂ ਕਰੈਕਟਰਿਸਟਿਕਸ ਕੀ ਨੇ? ਇੱਕ ਤਾਂ ਇਹ ਕਰਦੇ ਨੇ ਐਗਜ਼ੀਕਿਊਟ ਇਟਸੈਲਫ, ਇੱਕ ਇਹ ਕਰਦੇ ਨੇ ਰੈਪਲੀਕੇਟ ਇਟਸੈਲਫ। ਇਹ ਵੀ ਕੁਐਸਚਨ ਹੀ ਨੇ। ਤੁਹਾਨੂੰ ਇਹ ਲੱਗਦਾ ਹੋਊਗਾ ਵੀ ਯਾਰ ਥਿਊਰੀ ਕਰਾਉਣ ਦੀ ਲੋੜ ਨਹੀਂ, ਇਕੱਲੇ ਕੁਐਸਚਨ ਕਰਾਏ ਜਾਣੇ। ਇਹ ਵੀ ਕੁਐਸਚਨ ਹੀ ਨੇ, ਇਹ ਮੈਂ ਕੁਐਸਚਨ ਪਾਏ ਨਹੀਂ ਹੋਏ ਐ ਸੱਚ। ਡਾਇਰੈਕਟ ਪੁੱਛੂਗਾ ਇਹਨਾਂ ਦੇ ਵਿੱਚੋਂ ਵੀ। ਸੋ ਅੱਗੇ ਸਕਿਪ ਕਰਕੇ ਨਾ ਜਾਇਓ, ਇਹਨਾਂ ਦੇ ਵਿੱਚੋਂ ਮਾਰ ਖਾ ਜਾਓਗੇ ਫਿਰ। ਰੈਪਲੀਕੇਟ ਇਟਸੈਲਫ ਤੇ ਵਾਇਰਸ ਹੈ ਜਿਹੜਾ ਇਹ ਡੇਟਾ ਨੂੰ ਡਿਲੀਟ ਕਰਦਾ, ਅਪਡੇਟ ਕਰਦਾ ਤੇ ਮੋਡੀਫਾਈ ਕਰਦਾ, ਯਾਨੀ ਕਿ ਇਹਦਾ ਕੰਮ ਡਿਸਟਰਕਸ਼ਨ ਕਰਨਾ ਮੇਨ। ਤੇ ਵਰਮ ਹੈ ਜਿਹੜਾ ਇਹ ਸਪੀਡ ਸਲੋ ਕਰ ਦਿੰਦਾ, ਸਲੋ ਡਾਊਨ ਦੀ ਸਪੀਡ। ਵਾਇਰਸ ਵੀ ਕਰਦਾ ਬਟ ਇਹਦਾ ਮੇਨ ਪਰਪਸ ਹੀ ਹੁੰਦਾ ਵਰਮ ਦਾ ਸਲੋ ਡਾਊਨ ਕਰਨਾ ਸਪੀਡ ਨੂੰ, ਜਾਂ ਰਿਸੋਰਸ ਨੂੰ ਈਟ ਕਰਨਾ। ਰਿਸੋਰਸ ਈਟਿੰਗ ਪਰਪਸ। ਜਿਹੜਾ ਵਰਮ ਹੋਊਗਾ ਉਹ ਸਾਨੂੰ ਕੰਮ ਨਹੀਂ ਕਰਨ ਦੇਊਗਾ। ਮੈਂ ਜਿਵੇਂ ਪੜ੍ਹਾ ਰਿਹਾ, ਕੋਈ ਲਾਈਟ ਬੰਦ ਕਰ ਗਿਆ, ਕੋਈ ਮਾਰਕਰ ਖੋ ਕੇ ਲੈ ਗਿਆ, ਕੋਈ ਹਨਾ ਐਂ ਕਰ ਗਿਆ। ਤੇ ਜਿਹੜਾ ਵਾਇਰਸ ਉਹ ਮੇਰੇ ਸਿੱਧੀਆਂ ਗੋਲੀਆਂ ਮਾਰੂਗਾ ਆ ਕੇ। ਤੇ ਟਰੋਜਨ ਹਾਰਸ ਕੀ ਹੁੰਦਾ? ਉਹ ਵਾਲਾ ਪ੍ਰੋਗਰਾਮ ਜਿਹੜਾ ਦੇਖਣ 'ਚ ਇੱਕ ਵਧੀਆ ਲੱਗਦਾ, ਅਪੀਅਰਸ ਟੂ ਬੀ ਏ ਲੈਜੀਟੀਮੇਟ ਪ੍ਰੋਗਰਾਮ ਬਟ ਪਰਫਾਰਮ ਦੇਅਰ ਐਕਸ਼ਨ ਵੈਨ ਸਰਟਨ ਕੰਡੀਸ਼ਨ ਮੈਟ। ਤਾਂ ਫਿਰ ਇਹਦੇ ਹਿਸਾਬ ਨਾਲ ਦੇਖੀਏ ਆਪਾਂ, ਵਾਇਰਸ ਕੀ ਹੈ? ਸੌਫਟਵੇਅਰ ਦੈਟ ਸੇਵਸ ਦੀ ਕੰਪਿਊਟਰ ਫਰੋਮ ਬੀਇੰਗ ਡੈਮੇਜਡ, ਨਹੀਂ, ਉਹ ਐਂਟੀਵਾਇਰਸ ਹੁੰਦਾ ਹੈ। ਐਪਲੀਕੇਸ਼ਨ ਸੌਫਟਵੇਅਰ ਦੈਟ ਹੈਲਪਸ ਟੂ ਮੇਕ ਡਿਫਰੈਂਟ ਟਾਈਪ ਆਫ ਵਾਇਰਸ ਐਂਡ ਵਰਮ, ਨਾ, ਇਹਦੀ ਮਦਦ ਨਾਲ ਆਪਾਂ ਵਾਇਰਸ ਤੇ ਵਰਮ ਬਣਾ ਸਕਦੇ ਹਾਂ। ਕਹਿੰਦਾ ਨਹੀਂ। ਪ੍ਰੋਗਰਾਮ ਦੈਟ ਸਪਰੈਡ ਇਟਸੈਲਫ ਐਂਡ ਡਿਸਟਰੋਏ ਦੀ ਅਦਰ ਪ੍ਰੋਗਰਾਮ, ਇਹ ਬਿਲਕੁਲ ਠੀਕ ਆ। ਸੋ ਸੀ ਆਨਸਰ ਹੈ, ਠੀਕ ਹੈ। ਅਗਲਾ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਸਪੀਡ ਆਫ ਇੰਟਰਨੈਟ ਇਜ਼ ਮੈਜਰਡ ਇਨ, ਸਪੀਡ ਕਾਹਦੇ 'ਚ ਮੈਜਰ ਕਰਦੇ ਆ? ਗੀਗਾਹਰਟਸ, ਗੀਗਾਬਿਟਸ ਪਰ ਸੈਕਿੰਡ, GB ਤੇ DPI। ਇਹਦੇ 'ਚ ਨਹੀਂ ਮੈਜਰ ਕਰਦੇ, ਇਹ 'ਚ ਨਹੀਂ ਕਰਦੇ, ਇਹ 'ਚ ਨਹੀਂ ਕਰਦੇ, ਤਾਂ ਇੱਕੋ ਹੀ ਬਚਿਆ ਗੀਗਾਬਿਟਸ ਪਰ ਸੈਕਿੰਡ। ਇਹਦੇ ਨਾਲ ਦੇ ਕੁਐਸਚਨ ਦੇਖੋ, 4-5 ਕੀ 7-8 ਕੁਐਸਚਨ ਬਣ ਸਕਦੇ ਨੇ ਇਹਦੇ 'ਚ। ਦੇਖੋ CPU ਦੀ ਸਪੀਡ ਹਰਟਸ ਦੇ ਵਿੱਚ ਹੁੰਦੀ ਹੈ। ਇਟ ਕੈਨ ਬੀ ਕਿਲੋ ਹਰਟਸ, ਇਟ ਕੈਨ ਬੀ ਮੈਗਾ ਹਰਟਸ, ਇਟ ਕੈਨ ਬੀ ਗੀਗਾ ਹਰਟਸ, ਕੈਨ ਬੀ ਟੈਰਾ ਹਰਟਸ, ਕੈਨ ਬੀ ਪੈਟਾ ਹਰਟਸ। ਸਪੀਡ ਤਾਂ ਹਰਟਸ ਹੀ ਰਹੂਗੀ, ਤਾਂ ਯੂਨਿਟ ਚੇਂਜ ਕਰਦੇ ਆ। ਜਿਵੇਂ ਆਪਣੇ ਕੰਪਿਊਟਰਾਂ ਦੀ ਅੱਜ ਕੱਲ੍ਹ ਸਪੀਡ ਹੈ, ਜਿਹੜੇ ਪਰਸਨਲ ਕੰਪਿਊਟਰ ਹੁੰਦੇ ਨੇ 2.4 ਗੀਗਾ ਹਰਟਸ ਤੇ ਕੰਮ ਕਰਦੇ ਨੇ ਜਰਨਲੀ। ਤੁਸੀਂ ਤੁਹਾਡਾ PC ਹੋਊਗਾ, ਉਹਦੇ 'ਚ ਦਿਸ PC ਲਿਖਿਆ ਹੋਊਗਾ ਨਾ, ਜਿੱਥੇ ਮਾਈ ਕੰਪਿਊਟਰ ਹੁੰਦਾ ਸੀ ਪਹਿਲਾਂ, ਦਿਸ PC। ਇਹਦੇ ਤੇ ਰਾਈਟ ਕਲਿੱਕ ਕਰਕੇ ਪ੍ਰੋਪਰਟੀ ਦੇ ਵਿੱਚ ਜਾਇਓ, ਉੱਥੇ ਪਤਾ ਲੱਗ ਜੂ ਕਿਹੜੀ ਵਿੰਡੋ ਇੰਸਟਾਲਡ ਹੈ, ਕਿਹੜਾ ਪ੍ਰੋਸੈਸਰ ਹੈ, ਕਿਹੜਾ ਆਪਰੇਟਿੰਗ ਸਿਸਟਮ ਹੈ। ਇਹ ਸਾਰੀਆਂ ਚੀਜ਼ਾਂ ਉੱਥੋਂ ਪਤਾ ਲੱਗ ਜਾਣਗੀਆਂ, ਠੀਕ ਆ। ਅਗਲਾ, ਸਪੀਡ ਆਫ ਇੰਟਰਨੈਟ। ਇੰਟਰਨੈਟ ਦੀ ਸਪੀਡ ਆਪਾਂ ਕਾਹਦੇ 'ਚ ਮੈਜਰ ਕਰਦੇ ਹਾਂ? ਬਿਟਸ ਪਰ ਸੈਕਿੰਡ। ਇਹ ਵੀ ਕਿਲੋ ਬਿਟਸ, ਮੈਗਾ ਬਿਟਸ, ਟੈਰਾ ਬਿਟਸ ਹੋ ਸਕਦਾ, ਜਿਵੇਂ ਆਪਾਂ ਨੂੰ ਗੀਗਾ ਬਿਟਸ 'ਚ ਪੁੱਛਿਆ। ਸਪੀਡ ਆਫ ਪ੍ਰਿੰਟਰ। ਪ੍ਰਿੰਟਰ ਤਿੰਨ ਤਰ੍ਹਾਂ ਦੇ ਹੁੰਦੇ ਨੇ, ਕਰੈਕਟਰ ਪ੍ਰਿੰਟਰ, ਲਾਈਨ ਪ੍ਰਿੰਟਰ ਤੇ ਪੇਜ ਪ੍ਰਿੰਟਰ। ਜਿਹੜਾ ਕਰੈਕਟਰ ਪ੍ਰਿੰਟਰ ਹੈ ਉਹਦੀ ਸਪੀਡ ਹੋਊਗੀ ਕਰੈਕਟਰ ਪਰ ਮਿੰਟ, ਲਾਈਨ ਪ੍ਰਿੰਟਰ ਦੀ ਸਪੀਡ ਹੋਊਗੀ ਲਾਈਨ ਪਰ ਮਿੰਟ, ਤੇ ਪੇਜ ਪ੍ਰਿੰਟਰ ਦੀ ਸਪੀਡ ਹੋਊਗੀ ਪੇਜ ਪਰ ਮਿੰਟ। ਸਪੀਡ ਆਫ ਸੁਪਰ ਕੰਪਿਊਟਰ, ਫਲੋਪਸ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਸਪੀਡ ਕਾਹਦੇ 'ਚ ਹੁੰਦੀ ਹੈ ਸੁਪਰ ਕੰਪਿਊਟਰ ਦੀ? ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਇੱਕ ਮਿਪਸ ਦੀ ਐਬਰੀਵੇਸ਼ਨ ਪੁੱਛ ਲੈਂਦਾ ਹੁੰਦਾ, ਇਹ ਵੀ ਹੁਣੀ ਪੁੱਛੀ ਸੀ ਪੰਜਾਬ ਪੁਲਿਸ ਦੇ ਵਿੱਚ। ਮਿਲੀਅਨਸ ਆਫ ਇੰਸਟਰਕਸ਼ਨ ਪਰ ਸੈਕਿੰਡ,
ਜਿਹੜੇ ਸੁਪਰ ਕੰਪਿਊਟਰ ਹੁੰਦੇ ਨੇ ਉਹ ਮਿਲੀਅਨਸ ਆਫ ਇੰਸਟਰਕਸ਼ਨ ਨੂੰ ਕੰਪਲੀਟ ਕਰਦੇ ਨੇ 1 ਸੈਕਿੰਡ ਦੇ ਵਿੱਚ। ਇਹ ਵੀ ਯਾਦ ਕਰ ਲਿਓ, ਠੀਕ ਆ। ਅਗਲਾ ਕੁਐਸਚਨ ਹੈ ਐਨ ਈਮੇਲ ਐਡਰੈਸ ਇਜ਼ ਕੰਪੋਜ਼ਡ ਆਫ। ਈਮੇਲ ਐਡਰੈਸ ਦੇ ਕਿੰਨੇ ਪਾਰਟ ਹੁੰਦੇ ਨੇ? 2 ਪਾਰਟ ਹੁੰਦੇ ਨੇ। ਬਹੁਤ ਵਧੀਆ ਕੁਐਸਚਨ ਹੈ, ਠੀਕ ਹੈ। ਜਿਵੇਂ ਬਾਈਨਰੀ instructor@gmail.com ਪਹਿਲਾ ਪਾਰਟ, ਦੂਜਾ ਪਾਰਟ ਇਹ ਹੈਗਾ ਡੋਮੇਨ ਨੇਮ। ਕਈ ਵਾਰੀ ਪੁੱਛ ਵੀ ਲੈਂਦਾ ਨਾ @ ਇਹ ਹੈਗਾ ਸੈਪਰੇਟਰ ਜਾਂ ਸੈਪਰੇਸ਼ਨ। ਸੈਪਰੇਟਰ ਦੇ ਰਾਈਟ ਹੈਂਡ ਸਾਈਡ ਤੇ ਡੋਮੇਨ ਨੇਮ, ਲੈਫਟ ਹੈਂਡ ਸਾਈਡ ਤੇ ਯੂਜ਼ਰ ਨੇਮ ਜਾਂ ਹੋਸਟ ਨੇਮ ਵੀ ਬੋਲਿਆ ਜਾਂਦਾ। ਕਲੀਅਰ ਹੋਈ ਗੱਲ? ਤਾਂ 2 ਪਾਰਟ ਹੁੰਦੇ ਨੇ। ਅਗਲਾ ਕੁਐਸਚਨ ਹੈ ਡੈਸ਼ ਇਜ਼ ਏ ਪ੍ਰੋਟੋਕਾਲ ਯੂਜ਼ਡ ਬਾਈ ਈਮੇਲ ਕਲਾਇੰਟ ਟੂ ਡਾਊਨਲੋਡ ਈਮੇਲ ਟੂ ਯੂਅਰ ਕੰਪਿਊਟਰ। ਕਹਿੰਦਾ ਕਿਹੜੀ ਪ੍ਰੋਟੋਕਾਲ ਹੈ ਜਿਹੜੀ ਕਹਿੰਦਾ ਈਮੇਲ ਨੂੰ ਡਾਊਨਲੋਡ ਕਰਨ ਦੇ ਲਈ ਵਰਤੀ ਜਾਂਦੀ ਹੈ? ਤਾਂ ਉਹ ਹੈ ਪੌਪ, ਪੋਸਟ ਆਫਿਸ ਪ੍ਰੋਟੋਕਾਲ। ਇਹ ਦੇਖ ਲੈਂਦੇ ਹਾਂ ਆਪਾਂ। 3 ਪ੍ਰੋਟੋਕਾਲ ਹੁੰਦੀਆਂ ਨੇ। SMTP ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ, ਇਹਦਾ ਪੋਰਟ ਨੰਬਰ ਪੁੱਛ ਲੈ 25 ਹੁੰਦਾ। ਕਈ ਵਾਰੀ ਪੁੱਛ ਲੈ ਤਾਂ ਪੋਰਟ ਨੰਬਰ ਇਹਦਾ 25 ਹੁੰਦਾ, ਇੰਪੋਰਟੈਂਟ ਹੈ। ਤੇ DNS ਦਾ ਪੋਰਟ 53, 43 ਕਿਉਂ ਆਉਂਦਾ ਮੈਨੂੰ ਯਾਰ ਯਾਦ, 53। ਤੇ HTTP ਇਹ ਬਹੁਤ ਇੰਪੋਰਟੈਂਟ ਹੈ, ਇਹਦਾ ਪੁੱਛਿਆ ਵੀ ਗਿਆ ਇੱਕ ਵਾਰੀ। ਇਹਦਾ ਪੋਰਟ ਨੰਬਰ ਹੁੰਦਾ 80 ਤੇ HTTPS ਦਾ ਪੋਰਟ ਹੁੰਦਾ 443। ਪੋਰਟ ਕੀ ਹੁੰਦਾ? ਜਿਹੜਾ ਯੂਨੀਕਲੀ ਆਇਡੈਂਟੀਫਾਈ ਕਰਦਾ ਕੰਪਿਊਟਰ ਨੂੰ ਡਿਫਰੈਂਟ ਟਾਈਪਸ ਉਹਦੀਆਂ ਸਰਵਿਸਿਜ਼ ਰਨਿੰਗ ਇਨਸਾਈਡ ਅ ਕੰਪਿਊਟਰ। ਜਿਵੇਂ ਫੇਸਬੁੱਕ, ਯਾਹੂ, YouTube ਚੱਲ ਰਿਹਾ ਤਾਂ ਇੰਨੇ ਕਮਰੇ ਬਣੇ ਹੋਏ ਨੇ ਕੰਪਿਊਟਰ ਦੇ ਵਿੱਚ, ਤਾਂ ਪੋਰਟ ਨੰਬਰ ਨਾਲ ਪਤਾ ਲੱਗੂਗਾ ਕਿ ਮੈਸੇਜ ਯਾਹੂ ਤੇ ਭੇਜਣਾ, ਫੇਸਬੁੱਕ ਤੇ ਭੇਜਣਾ ਕਿ ਇੰਸਟਾਗ੍ਰਾਮ ਤੇ। ਸੋ ਪੋਰਟ ਨੰਬਰ ਉਹ ਹੁੰਦਾ, ਇਹਨਾਂ ਦੀ ਲੋੜ ਨਹੀਂ। SMTP ਹੈ ਜਿਹੜਾ ਇਹ ਮੇਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਣ ਲਈ ਵਰਤਿਆ ਜਾਂਦਾ। ਆਹ 2 ਪ੍ਰੋਟੋਕਾਲ ਨੇ ਜਿਹੜੀਆਂ ਡਾਊਨਲੋਡ ਕਰਨ ਲਈ ਵਰਤੀਆਂ ਜਾਂਦੀਆਂ ਨੇ। ਯੂਜ਼ ਟੂ ਡਾਊਨਲੋਡ ਦੀ ਈਮੇਲ। ਕਲੀਅਰ? ਸੋ ਆਪਾਂ ਡਾਇਗਰਾਮ 'ਚ ਦੇਖ ਲੈਂਦੇ ਹਾਂ। SMTP ਹੈ ਜਿਹੜਾ ਭੇਜਣ ਲਈ ਵਰਤਿਆ ਜਾਂਦਾ, ਤੇ POP3 ਤੇ IMP ਜਿਹੜਾ ਹੈ ਪੋਸਟ ਆਫਿਸ ਪ੍ਰੋਟੋਕਾਲ ਤੇ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕਾਲ ਵੀ ਬੋਲਦੇ ਆ, ਇੰਟਰਨੈਟ ਮੇਲ ਐਕਸੈਸ ਵੀ ਬੋਲਦੇ ਆ ਡਾਊਨਲੋਡ ਕਰਨ ਦੇ ਲਈ, ਠੀਕ ਹੈ। ਤੇ ਇਸ ਨੂੰ ਸੈਂਡਰ ਮੇਲ ਸਰਵਰ ਨੂੰ MUA ਵੀ ਬੋਲਦੇ ਨੇ। MUA ਹੁੰਦਾ ਮੈਸੇਜ ਯੂਜ਼ਰ ਏਜੰਟ ਜਾਂ ਮੇਲ ਯੂਜ਼ਰ ਏਜੰਟ। ਇਹ ਪੰਜਾਬ ਪੁਲਿਸ ਦੇ ਵਿੱਚ ਪੁੱਛਿਆ ਗਿਆ, ਮੈਸੇਜ ਜਾਂ ਮੇਲ ਯੂਜ਼ਰ ਏਜੰਟ। ਤੇ ਇੱਕ MTA ਹੁੰਦਾ ਮੈਸੇਜ ਟ੍ਰਾਂਸਫਰ ਏਜੰਟ। ਇਹ ਵੀ ਪੁੱਛ ਸਕਦਾ, ਐਬਰੀਵੇਸ਼ਨ ਹੀ ਪੁੱਛੂਗਾ ਜੇ ਪੁੱਛਿਆ। ਮੈਸੇਜ ਟ੍ਰਾਂਸਫਰ ਏਜੰਟ, ਠੀਕ ਹੈ। ਤੇ ਇੱਕ MDA ਵੀ ਹੁੰਦਾ। ਤੁਸੀਂ ਕਹੋਗੇ ਇੰਨੇ ਹੁਣ ਕਿੰਨੇ ਕ? MDA ਹੁੰਦਾ ਮੈਸੇਜ ਜਾਂ ਮੇਲ ਡਿਲੀਵਰੀ ਏਜੰਟ। ਮੈਸੇਜ ਜਾਂ ਮੇਲ ਡਿਲੀਵਰੀ ਏਜੰਟ। ਇੱਕ ਰਹਿ ਗਿਆ ਯਾਰ, ਉਹ ਤੁਸੀਂ ਦੱਸਿਓ ਮੈਨੂੰ। MSA ਕਮੈਂਟ ਕਰਕੇ ਦੱਸਿਓ MSA ਕੀ ਹੁੰਦਾ। ਹੋ ਸਕਦਾ ਪੁੱਛ ਲੈ। ਮੈਸੇਜ ਜਾਂ ਮੇਲ ਹੈ, A ਤੇ ਹੈਗਾ ਏਜੰਟ। 2 ਚੀਜ਼ਾਂ ਮੈਂ ਦੱਸਤੀਆਂ, ਇੱਕ ਬਚ ਗਿਆ SA। ਤੁਸੀਂ ਸਰਚ ਕਰਕੇ ਦੱਸਿਓ, ਠੀਕ ਆ। ਸੋ ਅਗਲਾ ਕੁਐਸਚਨ, ਕੰਪਿਊਟਰ ਡੇਟਾ ਫਾਈਲ ਦੈਟ ਆਰ ਇਨਕਲੂਡਡ ਵਿਦ ਐਨ ਈਮੇਲ ਮੈਸੇਜ ਆਰ ਆਫਨ ਰੈਫਰ ਟੂ ਐਜ਼। ਕੰਪਿਊਟਰ ਡੇਟਾ ਫਾਈਲ ਦੈਟ ਇਨਕਲੂਡਸ ਵਿਦ ਐਨ ਈਮੇਲ ਮੈਸੇਜ। ਈਮੇਲ ਮੈਸੇਜ ਦੇ ਵਿੱਚ ਜੇ ਕਹਿੰਦਾ ਕੁਝ ਡੇਟਾ ਇਨਕਲੂਡ ਕਰ ਲਈਏ ਤਾਂ ਉਹਨੂੰ ਕੀ ਬੋਲ ਦਿੰਦੇ ਆਪਾਂ? ਅਟੈਚਮੈਂਟ ਬੋਲਦੇ ਹੁੰਦੇ ਆ, ਯਾਦ ਰੱਖਣਾ। ਤੇ ਕੁਕੀਜ਼ ਕੀ ਹੁੰਦੇ ਨੇ? ਉਹ ਵਾਲੇ ਛੋਟੇ ਪ੍ਰੋਗਰਾਮ ਜਿਹੜੇ ਸਾਡੇ ਕੰਪਿਊਟਰ ਦੇ ਵਿੱਚ ਇੰਸਟਾਲ ਹੋ ਜਾਂਦੇ ਨੇ ਤੇ ਯੂਜ਼ਰ ਦਾ ਬਿਹੇਵੀਅਰ ਨੋਟ ਕਰਦੇ ਨੇ। ਜਿਵੇਂ ਆਪਾਂ ਕੋਈ ਆਨਲਾਈਨ ਸ਼ਾਪਿੰਗ ਕਰਦੇ ਹਾਂ ਐਮਾਜ਼ੋਨ ਤੋਂ, ਤੇ ਐਮਾਜ਼ੋਨ ਤੇ ਅਸੀਂ ਜੋ ਸਰਚ ਕਰਾਂਗੇ ਸਾਡਾ ਬਿਹੇਵੀਅਰ ਟਰੈਕ ਕਰਨਗੇ। ਜਦੋਂ ਦੂਜੀ ਵਾਰੀ ਅਸੀਂ ਐਮਾਜ਼ੋਨ ਤੇ ਜਾਵਾਂਗੇ ਉਹ ਸਾਡੇ ਪ੍ਰੀਵੀਅਸ ਹਿਸਟਰੀ ਦੇ ਬੇਸਿਸ ਤੇ ਸਾਡੇ ਮੂਹਰੇ ਚੀਜ਼ਾਂ ਕੱਢ ਕੇ ਲਿਆਉਂਦੇ ਨੇ, ਉਹਨਾਂ ਨੂੰ ਆਪਾਂ ਕੁਕੀਜ਼ ਬੋਲ ਦਿੰਦੇ ਹਾਂ। ਸੋ D ਆਨਸਰ ਹੈ। ਵਿੱਚ ਉਹਦੀ ਫੋਲੋਇੰਗ ਇਜ਼ ਐਨ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ। ਆਪਾਂ ਨੂੰ ਪਤਾ ਹੀ ਹੈ, ਇੱਕਦਮ ਮੈਸੇਜ ਕਰ ਸਕਦੇ ਹਾਂ। WhatsApp, Google Talk ਤੇ Viber, ਤਿੰਨੋਂ ਹੀ ਆਨਸਰ ਨੇ, ਬਿਲਕੁਲ ਠੀਕ ਹੈ। ਵਿੱਚ ਉਹਦੀ ਫੋਲੋਇੰਗ ਆਰ ਆਸਪੈਕਟਸ ਆਫ ਯੂਅਰ ਫੇਸਬੁੱਕ ਅਕਾਊਂਟ। ਫੇਸਬੁੱਕ ਅਕਾਊਂਟ ਦੇ ਵਿੱਚ ਵਾਲ, ਕੰਧ ਤੇ ਸਟੇਟਸ ਹੁੰਦਾ ਆਪਣਾ ਪਤਾ ਹੈ, ਲਾਈਕ ਤੇ ਕਮੈਂਟ ਕਰ ਸਕਦੇ ਹੋ, ਫੋਟੋਆਂ ਵੀ ਪਾ ਸਕਦੇ ਹਾਂ। ਤਾਂ ਫਿਰ ਇਹ ਵੀ ਤਿੰਨੋਂ ਹੀ ਚੀਜ਼ਾਂ ਠੀਕ ਨੇ। ਅੱਗੇ ਹੈਗਾ ਕਹਿੰਦਾ ਵਾਟ ਇਜ਼ ਵੈਬ ਬਰਾਊਜ਼ਰ। ਵੈਬ ਬਰਾਊਜ਼ਰ ਕੀ ਹੁੰਦਾ? ਉਹ ਵਾਲਾ ਸੌਫਟਵੇਅਰ ਜਿਹਦੇ ਵਿੱਚ ਆਪਾਂ ਇਨਫੋਰਮੇਸ਼ਨ ਡਿਸਪਲੇ ਕਰਾ ਸਕਦੇ ਹਾਂ। ਵਰਲਡ ਵਾਈਡ ਵੈਬ ਤੋਂ ਸਰਚ ਕਰਾ ਕੇ ਕੌਣ ਲੈ ਕੇ ਆਉਂਦਾ? ਆਪਾਂ ਨੂੰ ਸਰਚ ਇੰਜਨ ਸਰਚ ਕਰਾ ਕੇ ਲਿਆਉਂਦਾ, ਤੇ ਆਪ ਯੂਜ਼ਰ ਦੇ ਕੰਪਿਊਟਰ ਤੇ ਡਿਸਪਲੇ ਕੌਣ ਕਰਾਉਂਦਾ? ਬਰਾਊਜ਼ਰ। ਤਾਂ ਬਰਾਊਜ਼ਰ ਕੀ ਹੈ?
प्रोग्राम दैट कैन डिस्प्ले ए वैब पेजेस, बिल्कुल ठीक है। प्रोग्राम यूज टू व्यू HTML डॉक्यूमेंट्स, ये भी ठीक है क्योंकि वैबसाइटां होंदियां ने ਜਿਹੜੀਆਂ ਉਹ HTML डॉक्यूमेंट्स ਹੁੰਦੇ ਨੇ, HTML लैंग्वेज लिखे ਜਾਂਦੇ ਨੇ। इट अनेबल यूजर टू एक्सैस द रिसोर्स ऑफ इंटरनेट, ये भी गल ठीक है। ब्राउजर के द्वारा ही इंटरनेट के रिसोर्स किहड़े-किहड़े ने, फोटोआं, वीडियो, ऑडियो, टैक्सट, ये सारियां एनीमेशन रिसोर्सिस ने, इन्हां नूं एक्सैस करदा ब्राउजर। तो आंसर डी है, सारियां गल्लां ठीक ने, ये ब्राउजर हुंदा, ठीक है। सो डी आंसर है। URL स्टैंड्स फॉर, URL हुंदा यूनीफॉर्म रिसोर्स लोकेटर। तो जिहड़ा पूरा एड्रैस हुंदा जिवें आपां कह दईए HTTP एं जे करके हुंदा www.binary instructor, आपां अपने चैनल दी लै लैणे आ binary instructor.com। वैसे अपनी वैबसाइट है नहीं हजे, तो मैं ऊँ ही लै लिया। HTTP प्रोटोकॉल हुंदा, यह डोमेन नेम हुंदा पूरा। तो इहनूं पूरे नूं की बोलदे ने URL, यूनीफॉर्म रिसोर्स लोकेटर। यह URL तो बिना वैबसाइट आपां सर्च नहीं कर सकते। यही URL है जिहड़ा वैबसाइट नूं यूनीकली आइडेंटिफाई करता है। कोई भी वैबसाइट है या वैब पेज है, उहदा यह एड्रैस हुंदा ते यूनीकली आइडेंटिफाई करता है इंटरनेट ते किसी पेज नूं, तो URL है। कहंदा HTTP दे विच P दा की मतलब हुंदा, बड़ा सौखा प्रोटोकॉल है। HTTP हुंदा हाइपर टैक्सट ट्रांसफर प्रोटोकॉल। जे S दा पुछ ले, ऐं भी पुछ सकदा HTTP S दे विच S दा मीनिंग की हुंदा, तो S मतलब हुंदा सिक्योर। अगला क्वेश्चन हैगा, कहंदा इंटरनल कम्युनिकेशन विद इन इंस्टीट्यूशन इज डन थ्रू, किसी इंस्टीट्यूशन दे विच जिहड़ा कम्युनिकेशन हुंदा ओह किंदा लैन हुंदा, लोकल एरिया नैटवर्क। तो यह लैन हैगा जिहड़ा ये किसी ऑफिस लैवल ते हो सकदा है, किसी यह बिल्डिंग दे विच हुंदा जिहड़ा कैंपस लैवल ते, यह यूनीवर्सिटी लैवल ते, कॉलेज लैवल ते ऐं कह लो ना सिंपल यार, 1 या 2 किलोमीटर की रेंज दे विच हुंदा जिहड़ा, 1-2 किलोमीटर की रेंज दे विच हुंदा जिहड़ा वो लोकल एरिया नैटवर्क हुंदा। जिहड़ा शहर लैवल ते हुंदा मैन मैट्रोपोलीटन एरिया, उहदी 10 ਤੋਂ 15 किलोमीटर रेंज हुंदी है। एक हुंदा वैन वाइड एरिया नैटवर्क, उहदी रेंज हुंदी है एक कंट्री लैवल ते 1000 किलोमीटर तक। तो एक हुंदा पैन परसनल एरिया नैटवर्क, वो ब्लूटूथ अनेबल डिवाइस आपां उहदे नाल जोड़ सकते हैं। हाँ, इत्थे बहुत इंपॉर्टेंट गल है भी जिहड़ा पैन नैटवर्क हुंदा उहदी रेंज कितनी हुंदी है, 10 मीटर या 33 फिट। ये बहुत इंपॉर्टेंट है, पूछा गया 33 फिट्स। तो ब्लूटूथ दी एग्जाम्पल है। क्लीयर होगी गल, ठीक है। द नैटवर्क बिगिन विद द डिवेलपमेंट ऑफ, ये आपां हुणी पढ़ के आए, नैटवर्क किहदी डिवेलपमेंट नाल शुरू होया, ARPANET दी डिवेलपमेंट नाल। याद रखनी है गल, ARPANET पहला नैटवर्क सी 1969 दे विच बनिया, US मिलिटरी द्वारा डिपार्टमेंट ऑफ डिफेंस दे विच बनिया। ते अजकल ARPA दे अगे डी ला दिता। डी दा मतलब कहंदे डर गया, वो डर गया नहीं हुंदा, डी दा मतलब डर पा, भी डर पा, आउण वाले समय च तू डर पा। आपां कह नहीं दिंदे डर गया, भी डर पा यार, क्यों ऐ करदा। सो डी दा मतलब हुंदा डिफेंस। ये कहंदे असीं बनाया तां असीं दस्सांगे शब्दां दे विच, क्योंकि ARPA दे विच किते भी डिफेंस शब्द नहीं आ रहा सी। अगे आ गया जी फुल फॉर्म ऑफ SMS। बहुत वधिया ये पुछी जा सकदी ने, नाल लगदियां 3-4 हुणी दस देना। SMS हुंदा शॉर्ट मैसेज सर्विस, सी आंसर है दा शॉर्ट मैसेज सर्विस। ते हुणी पंजाब पुलिस दे पेपर दे विच पुछ लियो ने MMS, मल्टी मीडिया मैसेजिंग सर्विसेज। लिख देना मैं मल्टी मीडिया मैसेजिंग सर्विस, ठीक है। ये नाल लगदी एक सिम दी भी पुछ लैंदा, बहुत इंपॉर्टेंट है। सबसक्राइबर आइडेंटिटी मॉड्यूल, सबसक्राइबर आइडेंटिटी मॉड्यूल, ठीक है, याद रखना है। ते नाल लगदे हत्थी एक आपां होर देख लैंदे IMEI नंबर। IMEI हुंदा इंटरनेशनल मोबाइल इक्विपमेंट आइडेंटिटी, ते 15 बिट दा कोड हुंदा। ते इह पंजाब पुलिस दे विच पुछ लिया उहने, *#06#, ਇਹਦਾ ਕੋਡ ਹੁੰਦਾ ਚੈੱਕ ਕਰਨ ਦਾ, ਠੀਕ ਹੈ। *#, ਇਹ ਆਪਾਂ ਦੇਖ ਵੀ ਲੈਂਦੇ ਹਾਂ ਇੱਕ ਵਾਰੀ, ਮੈਨੂੰ ਲੱਗਦਾ ਵੀ ਹੈਗਾ ਤਾਂ ਇਹੀ ਹੈ 54 ਨੰਬਰ ਕੁਐਸਚਨ ਤੇ ਨਾ, ਯਾਦ ਰੱਖਿਓ *#06#, *#06#। ਹਾਊ ਟੂ ਚੈੱਕ IMEI ਨੰਬਰ,
देखो *#06#, गल क्लीयर होगी ना। सो ये डायल करो फोन तो, तुसी भी करके देख लियो ते थोड़े कोल 2 आ जाएंगे। जे फोन थोड़ा डबल सिम है तो 2 IMEI नंबर आ जाएंगे। देखो उन्होंने भी मैं ही दसिया सी पंजाब पुलिस वालों को, मैं टाइप करके देखो तो उन्होंने देखा तो उही आ गया पक्का। तो दोबारे दस देना IMEI नंबर है जिहड़ा काहदे नाल चैक हुंदा, *#06#, ਇਹਦੇ ਨਾਲ ਚੈੱਕ ਕਰ ਸਕਦੇ ਆ ਤੇ 15 ਡਿਜਿਟ ਦਾ ਹੁੰਦਾ। ਠੀਕ ਆ, ਹੁੰਦਾ ਕਾਦੇ ਵਾਸਤੇ ਹੈ, ਜਿਵੇਂ ਮੋਬਾਈਲ ਫੋਨ ਵੀ ਦੇਖ ਲਓ, ਮੋਬਾਈਲ ਫੋਨ ਹੁੰਦਾ 10 ਅੱਖਰਾਂ ਦਾ। ਇਹ ਵੀ ਕੁਐਸਚਨ ਆਇਆ ਹੋਇਆ, ਵੈਸੇ ਤਾਂ ਕੀ ਪੁੱਛਣਾ ਬਣਦਾ ਹੈ ਨਾ, ਤੁਸੀਂ ਆਪਦੇ ਫੋਨ ਦੇ ਨੰਬਰ ਗਿਣ ਕੇ ਦੱਸ ਦਿਓਗੇ ਕਿੰਨੇ ਅੱਖਰਾਂ ਦਾ ਹੁੰਦਾ, ਪਰ ਕਈ ਵਾਰੀ ਆਪਾਂ +91 ਵਿੱਚ ਜੋੜ ਦਿੰਦੇ ਆ। ਇਹ ਕੰਟਰੀ ਕੋਡ ਹੁੰਦਾ, ਇਹ ਨਹੀਂ ਜੋੜਨਾ ਵਿੱਚ, ਉਹਦੇ ਤੋਂ ਬਿਨਾਂ 10 ਅੱਖਰਾਂ ਦਾ, ਕਿਉਂਕਿ ਆਪਸ਼ਨ ਦੇ ਵਿੱਚ 13 ਵੀ ਹੋਊਗਾ, ਆਨਸਰ 12 ਵੀ ਹੋਊਗਾ, ਹੈ ਨਾ। ਤਾਂ IMEI ਨੰਬਰ ਯੂਜ਼ ਕਿੱਥੇ ਹੁੰਦਾ? IMEI ਨੰਬਰ ਜਿਵੇਂ ਮੋਬਾਈਲ ਫੋਨ ਤਾਂ ਸਾਨੂੰ ਦੱਸਦਾ ਵੀ ਸਾਡਾ ਨੈਟਵਰਕ ਕਿਹੜਾ, ਜੇ ਅਸੀਂ ਸਿਮ ਕੱਢ ਕੇ ਛੱਡ ਦਈਏ ਤਾਂ ਮੋਬਾਈਲ ਕਿਵੇਂ ਟਰੇਸ ਹੋਊਗਾ। ਤਾਂ ਫਿਰ IMEI ਨੰਬਰ ਹਾਰਡਵੇਅਰ ਨੰਬਰ ਹੁੰਦਾ ਫੋਨ ਦਾ, ਤਾਂ ਉਹ ਹੁੰਦਾ IMEI ਨੰਬਰ। ਤਾਂ ਇੱਕ ਸੀਗਾ, ਇਹ ਵੀ ਦੇਖ ਲੈਂਦੇ ਆਪਾਂ, IMSI ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਇਡੈਂਟੀਟੀ। ਇਹ ਵੀ 14 ਜਾਂ 15 ਬਿਟ ਲੌਂਗ ਹੋ ਸਕਦਾ, ਇਹ ਤੋਂ ਛੋਟਾ ਵੀ ਹੋ ਸਕਦਾ। ਤੇ ਇਹ ਸਿਮ ਦਾ ਨੰਬਰ ਹੁੰਦਾ 14-15 ਬਿਟ ਦਾ, ਠੀਕ ਹੈ। ਤੇ ਸਿਮ ਮੈਂ ਦੱਸ ਹੀ ਚੁੱਕਿਆ, ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਇਹ ਪੁੱਛੇ ਜਾ ਸਕਦੇ ਨੇ। ਅਗਲਾ ਕਹਿੰਦਾ ਕੰਪਿਊਟਰਸ ਔਨ ਇੰਟਰਨੈਟ ਆਰ ਆਇਡੈਂਟੀਫਾਈਡ ਬਾਏ, ਇਹ ਬਹੁਤ ਵਧੀਆ ਕੁਐਸਚਨ ਹੈ। ਕਹਿੰਦਾ ਇੰਟਰਨੈਟ ਦੇ ਵਿੱਚ ਕੰਪਿਊਟਰ ਕਾਹਦੇ ਦੁਆਰਾ ਆਇਡੈਂਟੀਫਾਈ ਕੀਤੇ ਜਾਂਦੇ ਨੇ? ਤਾਂ IP ਐਡਰੈਸ ਦੁਆਰਾ। ਇਹ ਅੰਗਣਵਾੜੀ ਸੁਪਰਵਾਈਜ਼ਰ ਦੇ ਵਿੱਚ ਵੀ ਉਹਨੇ ਪੁੱਛ ਲਿਆ, ਮੈਂ ਦੱਸ ਦੇਣਾ ਤੁਹਾਨੂੰ ਥੋੜਾ ਜਿਹਾ। IP ਐਡਰੈਸ ਦੁਆਰਾ ਕੰਪਿਊਟਰ ਹੈਗੇ ਨੇ ਜਿਹੜੇ, ਉਹ ਇੰਟਰਨੈਟ ਦੇ ਵਿੱਚ ਆਇਡੈਂਟੀਫਾਈ ਕੀਤੇ ਜਾਂਦੇ ਨੇ। ਠੀਕ ਹੈ, ਅੱਗੇ ਦੀ ਐਕਸਪਲੇਨੇਸ਼ਨ ਹੈ ਕਿ ਨਹੀਂ? ਨਹੀਂ ਹੈ ਤਾਂ ਆਪਾਂ ਐਂ ਕਰਦੇ ਹਾਂ, ਫਿਰ ਇੱਥੇ ਜਾ ਕੇ ਦੱਸ ਦਿੰਦੇ ਹਾਂ। ਤਾਂ ਕੰਪਿਊਟਰ ਦੇ ਵਿੱਚ ਐਡਰੈਸ ਹੁੰਦੇ ਨੇ, 4 ਤਰ੍ਹਾਂ ਦੇ ਐਡਰੈਸ ਹੁੰਦੇ ਨੇ। ਮੈਕ ਐਡਰੈਸ ਜਾਂ ਫਿਜ਼ੀਕਲ ਐਡਰੈਸ, ਦੂਸਰਾ ਲੌਜੀਕਲ ਐਡਰੈਸ, ਤੀਸਰਾ ਪੋਰਟ ਐਡਰੈਸ ਤੇ ਚੌਥਾ ਵੈਬ ਸਪੈਸੀਫਿਕ ਐਡਰੈਸ। ਫਿਜ਼ੀਕਲ ਐਡਰੈਸ ਨੂੰ ਫਿਜੀ ਆ, ਪੀ ਆ, ਇਹਨੂੰ ਕੁਛ ਹੋਰ ਨਾ ਕੁਛ ਲੈ ਜਿਓ। ਫਿਜ਼ੀਕਲ ਐਡਰੈਸ ਹਾਰਡਵੇਅਰ ਐਡਰੈਸ ਵੀ ਬੋਲਦੇ ਨੇ ਇਹਨੂੰ। ਤੇ ਲੈਨ ਕਾਰਡ ਐਡਰੈਸ ਵੀ ਮੁੰਡੇ ਬੋਲਿਆ ਜਾਂਦਾ, ਚਲੋ ਕੁੜੀਆਂ ਵੀ ਦੇਖਦੀਆਂ ਹੋਣਗੀਆਂ, ਹਨਾ। ਤੇ ਹੁਣ ਕੁੜੀਆਂ ਨਾਲ ਲੈ ਦਿੰਦੇ ਆ। ਤੇ ਕੁੜੀਓ ਮੈਕ ਐਡਰੈਸ ਵੀ ਕਿਹਾ ਜਾਂਦਾ, ਠੀਕ ਆ। ਤੇ ਇਹ ਉਹ ਅੱਗੇ ਨਹੀਂ ਜਾਣਾ, ਕਰੀ ਨਾ, ਇਹ ਹੁੰਦਾ 48 ਬਿਟ ਦਾ ਜਾਂ 6 ਬਾਈਟ ਦਾ, ਸੌਰੀ 6 ਬਾਈਟ ਦਾ, ਕਿਉਂਕਿ 8 6 48 ਹੁੰਦਾ, 6 ਬਾਈਟ ਦਾ। ਤੇ ਫਿਜ਼ੀਕਲ ਐਡਰੈਸ ਦਾ ਮੇਨ ਕੰਮ ਕੀ ਹੁੰਦਾ? ਕਿਸੇ ਵੀ ਡਿਵਾਈਸ ਦਾ ਐਡਰੈਸ ਹੁੰਦਾ ਮੈਨੂਫੈਕਚਰਰ ਦੁਆਰਾ ਬਣਾਇਆ ਜਾਂਦਾ, ਤੇ ਇਹ ਲੋਕਲ ਏਰੀਆ ਨੈਟਵਰਕ ਦੇ ਵਿੱਚ ਹੀ ਯੂਨੀਕ ਹੁੰਦਾ, ਤਾਂ ਯਾਨੀ ਕਿ ਲੋਕਲੀ ਯੂਨੀਕ ਹੁੰਦਾ। ਤਾਂ ਆਪਾਂ ਕਹਿ ਦਾਂਗੇ ਲੋਕਲੀ ਯੂਨੀਕ। ਇਹ ਜ਼ਰੂਰੀ ਸੀਗਾ, ਮੈਂ ਉਹਨਾਂ ਕੁ ਦੱਸ ਕੇ ਵੀ ਜਾ ਸਕਦਾ ਸੀ, ਬਟ ਕੁਐਸਚਨ ਬਣ ਸਕਦੇ ਨੇ। ਤਾਂ ਪੁੱਛ ਲੈ ਲੋਕਲੀ ਯੂਨੀਕ ਕਿਹੜਾ ਐਡਰੈਸ ਹੁੰਦਾ? ਫਿਜ਼ੀਕਲ ਐਡਰੈਸ। ਜਾਂ ਕੀ ਆਪਾਂ ਨੂੰ ਇਹ ਵੀ ਪੁੱਛ ਸਕਦਾ ਵੀ ਕੀ ਕੰਪਿਊਟਰ ਤੇ ਪੂਰੀ ਦੁਨੀਆ ਦੇ ਵਿੱਚ ਫਿਜ਼ੀਕਲ ਐਡਰੈਸ ਦੁਆਰਾ ਆਪਾਂ ਕੰਪਿਊਟਰ ਨੂੰ ਯੂਨੀਕਲੀ ਆਇਡੈਂਟੀਫਾਈ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਇਹਨੂੰ ਯੂਨੀਕਲੀ ਇੱਕ ਲਾਈਨ ਦੇ ਵਿੱਚ ਕਰ ਸਕਦੇ ਹਾਂ ਫਿਜ਼ੀਕਲ ਐਡਰੈਸ ਦੁਆਰਾ। ਲੌਜੀਕਲ ਐਡਰੈਸ ਨੂੰ IP ਐਡਰੈਸ ਵੀ ਬੋਲ ਦਿੰਦੇ ਆ, IP ਐਡਰੈਸ, ਜਾਂ ਇਹਨੂੰ IP ਹੁੰਦਾ ਇੰਟਰਨੈਟ ਪ੍ਰੋਟੋਕਾਲ। ਇਹ 2 ਤਰ੍ਹਾਂ ਦਾ ਹੁੰਦਾ, IPv4 ਤੇ IPv6। ਇਹ ਹੁੰਦਾ 32 ਬਿਟ ਦਾ ਜਾਂ 4 ਬਾਈਟ ਦਾ। ਇਹ ਹੁੰਦਾ 128 ਬਿਟ ਦਾ ਤੇ 16 ਬਾਈਟ ਦਾ। ਛੋਟੇ b ਦਾ ਮਤਲਬ ਹੁੰਦਾ ਬਿਟ, ਵੱਡੇ b ਦਾ ਮਤਲਬ ਹੁੰਦਾ ਬਾਈਟ। ਤੇ ਜਿਹੜਾ ਲੌਜੀਕਲ ਐਡਰੈਸ ਹੁੰਦਾ, IP ਐਡਰੈਸ ਹੁੰਦਾ, ਇਹ ਕੰਪਿਊਟਰ ਨੂੰ ਯੂਨੀਕਲੀ ਆਇਡੈਂਟੀਫਾਈ ਕਰਦਾ ਪੂਰੀ ਦੁਨੀਆ ਦੇ ਵਿੱਚ। ਤਾਂ ਆਪਾਂ ਕਹਿ ਸਕਦੇ ਹਾਂ ਗਲੋਬਲੀ ਯੂਨੀਕ। ਜਿਵੇਂ ਆਧਾਰ ਕਾਰਡ ਹੈ ਆਪਣਾ, ਪੂਰੇ ਇੰਡੀਆ ਦੇ ਵਿੱਚ ਯੂਨੀਕ ਹੈ, ਪੂਰੇ ਵਰਲਡ 'ਚ ਯੂਨੀਕ ਤਾਂ ਨਹੀਂ, ਕਿਉਂਕਿ ਉਹਨਾਂ ਦਾ ਸੋਸ਼ਲ ਸਿਕਿਉਰਿਟੀ ਨੰਬਰ ਹੁੰਦਾ USA ਵਾਲਿਆਂ ਦਾ ਉਵੇਂ। ਬਟ ਕੰਪਿਊਟਰ ਦਾ ਜਿਹੜਾ IP ਐਡਰੈਸ ਹੁੰਦਾ ਪੂਰੀ ਦੁਨੀਆ 'ਚ ਇੱਕੋ ਹੀ ਹੋਊਗਾ। ਜਿਹੜਾ ਕੰਪਿਊਟਰ ਸਾਡੇ ਕੰਪਿਊਟਰ ਤੇ ਚੱਲ ਰਿਹਾ ਹੋਰ ਕਿਤੇ ਨਹੀਂ ਚੱਲ ਰਿਹਾ ਹੋਊਗਾ। ਤਾਂ ਪੋਰਟ ਐਡਰੈਸ ਵਿੱਚ ਬਹੁਤ ਕੁਝ ਹੁੰਦੀਆਂ ਨੇ ਚੀਜ਼ਾਂ। ਜੇ ਕੋਈ ਕੰਪਿਊਟਰ ਸਾਇੰਸ ਵਾਲਾ ਬੰਦਾ ਦੇਖ ਰਿਹਾ ਤਾਂ ਵਿੱਚ ਪ੍ਰਾਈਵੇਟ ਵੀ ਹੁੰਦੇ ਨੇ, ਕਿਵੇਂ ABC ਕਲਾਸ ਦੇ ਵਿੱਚੋਂ ਲਏ ਹੋਏ ਨੇ, ਤਾਂ ਉਹਨਾਂ ਦੀ ਲੋੜ ਨਹੀਂ, ਮੈਂ ਤਾਂ ਨਹੀਂ ਦੱਸ ਰਿਹਾ। ਪੋਰਟ ਐਡਰੈਸ ਹੁੰਦਾ ਜਿਹੜਾ ਇਹ 16 ਬਿਟਸ ਦਾ ਹੁੰਦਾ, ਤੇ ਇਹ ਮੇਨਲੀ ਵਰਤਿਆ ਜਾਂਦਾ ਇੱਕ ਕੰਪਿਊਟਰ ਦੇ ਵਿੱਚ ਬਹੁਤ ਸਾਰੀਆਂ ਸਰਵਿਸਿਜ਼ ਨੂੰ ਯੂਨੀਕਲੀ ਆਇਡੈਂਟੀਫਾਈ ਕਰਦਾ। ਜਿਵੇਂ ਆਪਾਂ ਪੜ੍ਹਿਆ ਹੈਗਾ SMTP ਦਾ 25 ਹੈ, DNS ਦਾ
53 है, HTTP का 40 है, बहुत HTTP का 80 है, पूछा गया, बहुत इंपॉर्टेंट है। HTTPS का हैगा 443, याद रखना है। वैब स्पैसिफिक एड्रैस जिमें www.binaryinstructor.com, ये वैब स्पैसिफिक एड्रैस है, ठीक है। सो याद रखनी है गल। तो IP एड्रैस आंसर हो गया। अगला कहना विच ऑफ द फॉलोइंग स्टेटमेंट इज करैक्ट, हेठ लिखिया जो किहड़ी स्टेटमेंट करैक्ट हैगी है। मॉडम इज ए सॉफ्टवेयर, नहीं, मॉडम हार्डवेयर हुंदा है। मॉडम हैल्प्स इन स्टेबलाइजिंग द वोल्टेज, स्टेबलाइजर नहीं हुंदा है। मॉडम इज ऑपरेटिंग सिस्टम, नहीं, मॉडम कन्वर्ट्स द एनालॉग सिग्नल टू डिजिटल एंड डिजिटल सिग्नल टू एनालॉग, वाइस वर्सा, बिल्कुल ठीक है। मॉडम एक एवें दा डिवाइस हुंदा है ਜਿਹੜਾ ਸੈਂਡਰ ਸਾਈਡ ਤੇ ਡਿਜੀਟਲ ਸਿਗਨਲ ਨੂੰ ਐਨਾਲੌਗ ਚ ਕਨਵਰਟ ਕਰ ਦਿੰਦਾ ਹੈ। ਕਿਉਂ ਕਰ ਦਿੰਦਾ ਹੈ? ਕਿਉਂਕਿ ਕੰਪਿਊਟਰ ਮੋਸਟਲੀ ਡਿਜੀਟਲ ਚ ਕੰਮ ਕਰਦਾ ਹੈ, ਕੰਪਿਊਟਰ ਐਨਾਲੌਗ ਚ ਵੀ ਕੰਮ ਕਰ ਸਕਦਾ ਹੈ, ਬਟ ਐਨਾਲੌਗ ਥੋੜਾ ਜਿਹਾ ਸਲੋ ਹੁੰਦਾ ਹੈ, ਕੰਪਿਊਟਰ ਡਿਜੀਟਲ ਦੇ ਵਿੱਚ ਕੰਮ ਕਰਦਾ ਹੈ। ਜਿਹੜਾ ਵਾਈਫਾਈ ਹੁੰਦਾ ਅੱਜ ਕੱਲ੍ਹ ਤਾਂ ਵਾਈਫਾਈ ਦੇ ਵਿੱਚ ਹੀ ਮੋਡਮ ਲੱਗਿਆ ਹੁੰਦਾ, ਜਿਹੜੇ ਆਪਣੇ ਲੱਗੇ ਹੁੰਦੇ ਨੇ ਹਨਾ, ਰਾਊਟਰ ਬੋਲ ਦਿੰਦੇ ਆ, ਉਹ ਕੀ ਕਰਦਾ, ਇਹਨੂੰ ਡੇਟਾ ਬਾਹਰ ਭੇਜਣਾ ਨੈਟਵਰਕ ਤੇ, ਇਹ 0-1 ਨੂੰ ਕਨਵਰਟ ਕਰਕੇ ਐਨਾਲੌਗ ਚ ਕਨਵਰਟ ਕਰ ਦਿੰਦਾ ਸੈਂਡਰ ਸਾਈਡ ਤੇ। ਰਿਸੀਵਰ ਸਾਈਡ ਤੇ ਆ ਮਿਲੂਗਾ, ਇਹਨੂੰ ਵਾਪਸ ਇੱਧਰ ਕਨਵਰਟ ਕਰਨਾ, ਇਹਨੂੰ ਆਪਾਂ ਪਹਿਲਾਂ ਡਿਜੀਟਲ ਟੂ ਐਨਾਲੌਗ, ਰਿਸੀਵਰ ਸਾਈਡ ਤੇ ਐਨਾਲੌਗ ਟੂ ਡਿਜੀਟਲ ਹੋ ਜਾਂਦਾ, ਇਸ ਨੂੰ ਆਪਾਂ ਮੋਡਮ ਬੋਲਦੇ ਹਾਂ। ਮੋਡਮ ਤੇ ਹੋਰ 2-3 ਕੁਐਸਚਨ ਬਣ ਸਕਦੇ ਨੇ। ਮੋਡਮ ਸਟੈਂਡਸ ਫॉर ਮੋਡੂਲੇਸ਼ਨ, ਡੀਮੋਡੂਲੇਸ਼ਨ ਵੀ ਬੋਲਦੇ ਆ, ਮੋਡੂਲੇਟਰ ਡੀਮੋਡੂਲੇਟਰ ਵੀ ਬੋਲਿਆ ਜਾਂਦਾ, ਠੀਕ ਹੈ ਜੀ, ਯਾਦ ਰੱਖਣੀ ਹੈ ਗੱਲ ਇਹ। ਤਾਂ ਫਿਰ ਇਹਦਾ ਆ ਦੇਖੋ, ਆ ਵੀ ਮੈਂ ਦੱਸਿਆ ਉਹੀ ਗੱਲ ਹੈ ਇਹ, ਤੇ ਇਹਦਾ ਡੀ ਆਂਸਰ ਹੈ। अगला क्वेश्चन हैगा विच ऑफ द फॉलोइंग जनरेशन ऑफ कंप्यूटर यूज्ड वैक्यूम ट्यूब। तो कहना वैक्यूम ट्यूब किहड़ी जनरेशन दे विच वरती जाती है, आपां नूं पता ही है। पहली जनरेशन दे विच वैक्यूम ट्यूब, दूजी जनरेशन दे विच ट्रांजिस्टर जां बैच ऑपरेटिंग सिस्टम, तीजी जनरेशन दे विच इंटीग्रेटेड सर्किट, चौथी जनरेशन दे विच VLSI ते माइक्रो प्रोसैसर, वैरी लार्ज स्केल इंटीग्रेटेड सर्किट, ते ULSI हुंदा अल्ट्रा लार्ज स्केल इंटीग्रेटर सर्किट, ਤੇ ਮਾਈਕਰੋ ਪ੍ਰੋਸੈਸਰ। ਜੇ ਕੱਲਾ ਮਾਈਕਰੋ ਪ੍ਰੋਸੈਸਰ ਪੁੱਛ ਲੇ, ਮਾਈਕਰੋ ਪ੍ਰੋਸੈਸਰ ਕਿਹੜੀ ਚ ਆਇਆ ਸੀ, ਚੌਥੀ ਜਨਰੇਸ਼ਨ ਚ। ਵੈਸੇ ਹੁੰਦਾ ਇਹ ਮਾਈਕਰੋ ਪ੍ਰੋਸੈਸਰ ਹੀ ਹੈ, ਪ੍ਰੋਸੈਸਰ ਨੂੰ ਹੀ ਮਾਈਕਰੋ ਪ੍ਰੋਸੈਸਰ ਬੋਲਦੇ ਆ ਆਪਾਂ, ਠੀਕ ਹੈ, CPU ਨੂੰ। ਤਾਂ ਇਹਦੇ ਵਿੱਚ AI ਦਾ ਕਨਸੈਪਟ ਵੀ 5ਵੀਂ ਜਨਰੇਸ਼ਨ ਦੇ ਵਿੱਚ ਸੀ। ਬੈਚ ਆਪਰੇਟਿੰਗ ਸਿਸਟਮ ਸੀ ਜਿਹੜਾ, ਉਹ 2nd ਜਨਰੇਸ਼ਨ ਦੇ ਵਿੱਚ ਸੀ, ਯਾਦ ਰੱਖਣਾ। ਪਹਿਲੀ ਜਨਰੇਸ਼ਨ ਦੇ ਵਿੱਚ ਸੀਗਾ ਆਪਣੇ ਕੋਲੇ ਮਸ਼ੀਨ ਲੈਂਗੁਏਜ, ਦੂਸਰੀ ਜਨਰੇਸ਼ਨ ਦੇ ਵਿੱਚ ਅਸੈਂਬਲੀ ਲੈਂਗੁਏਜ, ਇਹ ਵੀ ਯਾਦ ਰੱਖਣਾ, ਠੀਕ ਹੈ। ਪਿਛਲੀਆਂ 3 ਜਨਰੇਸ਼ਨ ਦੇ ਵਿੱਚ ਹਾਈ ਲੈਵਲ ਲੈਂਗੁਏਜ। ਕਲੀਅਰ, ਇਹ ਪੁੱਛ ਸਕਦਾ। ਤਾਂ ਪਹਿਲੀ ਜਨਰੇਸ਼ਨ ਵੈਕਿਊਮ ਟਿਊਬ। ਅਗਲਾ ਬਹੁਤ ਵਧੀਆ ਕੁਐਸਚਨ ਹੈ ਵੀ, ਕਹਿੰਦਾ ਪੁੱਟ ਦੀ ਫੋਲੋਇੰਗ ਯੂਨਿਟਸ ਆਫ ਸਟੋਰੇਜ ਇਨਟੂ ਕਰੈਕਟ ਆਰਡਰ। ਕਾਹਦੇ ਕਰੈਕਟ ਆਰਡਰ ਚ, ਵਾਧੇ ਕਰਮ ਚ ਕਿ ਘਟਦੇ ਕਰਮ ਚ? ਸਟਾਰਟਿੰਗ ਵਿਦ ਸਮੋਲੈਸਟ, ਯੂਜ਼ਿੰਗ ਫਸਟ, ਗੋਇੰਗ ਫਰੋਮ ਡਾਊਨ ਦੀ ਲਾਰਜੈਸਟ ਯੂਨਿਟ। ਸਮੋਲੈਸਟ ਤੋਂ ਸ਼ੁਰੂ ਕਰਨਾ ਹੈ, ਯਾਨੀ ਕਿ ਪਹਿਲਾਂ ਛੋਟਾ, ਫਿਰ ਉਸ ਤੋਂ ਵੱਡਾ, ਫਿਰ ਉਸ ਤੋਂ ਵੱਡਾ, ਅਸੈਂਡਿੰਗ ਆਰਡਰ ਹੋ ਗਿਆ ਨਾ ਇਹ, ਨਾਲ ਦੀ ਨਾਲ ਬਣਾ ਲਓ, ਐਂ ਕਰਕੇ ਗੜਬੜ ਹੋ ਸਕਦੀ ਹੈ। ਸਟਾਰਟਿੰਗ ਵਿਦ ਸਮੋਲੈਸਟ ਹੈ, ਸ਼ੁਰੂ ਸਮੋਲੈਸਟ ਤੋਂ, ਉਸ ਤੋਂ ਵੱਡਾ ਵੱਡਾ। ਤਾਂ ਆ ਮੈਂ ਤੁਹਾਨੂੰ ਦੱਸ ਕੇ ਆਇਆ ਮੈਮਰੀ ਦੇ ਯੂਨਿਟ, ਇਹਨਾਂ ਦੇ ਵਿੱਚੋਂ ਦੇਖ ਲਈਏ ਸਾਰਿਆਂ ਤੋਂ ਵੱਡਾ ਟੈਰਾਬਾਈਟ ਹੈ, ਤਾਂ ਇਹਨਾਂ ਤੋਂ ਵੱਡਾ ਮੈਗਾ ਛੋਟਾ ਹੈ, ਕਿਲੋ ਛੋਟਾ, ਗੀਗਾ ਛੋਟਾ ਹੈ। ਟੈਰਾ ਤੋਂ ਵੱਡਾ ਪੈਟਾ ਹੁੰਦਾ ਹੈ, ਪੈਟਾ ਹੈ ਨਹੀਂ ਇਹਦੇ ਚ, ਤਾਂ ਟੈਰਾ ਵੱਡਾ। ਦੇਖੀਏ ਡੀ ਸਾਰਿਆਂ ਤੋਂ ਐਂਡ ਤੇ ਆਊਗਾ, ਤਾਂ ਡੀ ਇੱਕ ਚ ਹੀ ਹੁੰਦਾ ਆਂਸਰ। ਤਾਂ ਪਿਆ ਸੀ ਪੱਟ ਕੇ ਮਰਿਆ ਨਾ, ਕੱਢਿਆ, ਐਂ ਚੜਾਉਣੇ ਆਪਾਂ ਕੁੱਤੀਆਂ ਕੰਧਾਂ ਤੇ, ਠੀਕ ਹੈ। ਸੋ ਤੁਸੀਂ ਵੀ ਲਾਇਬ੍ਰੇਰੀ ਵਾਲਿਆਂ ਨੇ ਵੀ, ਪਹਿਲਾਂ ਲਾਇਬ੍ਰੇਰੀ ਦਾ ਆ ਰਿਹਾ, ਬਾਕੀ ਫਿਰ ਆਪਾਂ ਉਹਨਾਂ ਦੀ ਗੱਲ ਬਾਅਦ ਚ ਕਰਾਂਗੇ, ਫੋਰੈਸਟ ਗਾਰਡ ਵਾਲੇ ਵੀ। ਤੇ ਜਿਵੇਂ ਆਪਾਂ ਪੰਜਾਬ ਪੁਲਿਸ ਦੇ ਪੇਪਰ ਚ ਕੁੱਤੀਆਂ ਕੰਧਾਂ ਤੇ ਚੜਾਈਆਂ ਸੀ, ਤੁਸੀਂ ਵੀ ਇਹੀ ਕੰਮ ਕਰਨਾ, ਡਰਨਾ ਨਹੀਂ ਹੈਗਾ, ਸਟ੍ਰੈਸ ਨਹੀਂ ਲੈਣਾ, ਟੈਨਸ਼ਨ ਨਹੀਂ ਲੈਣਾ, ਸਾਰਾ ਕੁਝ ਠੀਕ ਹੋਊਗਾ। ਕੰਪਿਊਟਰ ਤੁਹਾਨੂੰ ਬਹੁਤ ਸੌਖਾ ਹੋਊਗਾ। ਜਿਹਨੂੰ ਪੰਜਾਬ ਪੁਲਿਸ ਵਾਲਿਆਂ ਨੇ ਪੱਟ ਕੇ ਮਾਰਿਆ, ਬਹੁਤ ਸਾਰੇ ਬੰਦੇ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਪੇਪਰ ਵੀ ਦਿੱਤਾ ਹੋਇਆ, ਜਿਹੜੇ ਉਹ ਤਿਆਰੀ ਕਰ ਰਿਹਾ ਫੋਰੈਸਟ ਗਾਰਡ ਦੀ, ਹੈ ਨਾ, ਜਾਂ ਕਲਰਕ ਦੀ। ਸੋ ਉਹ ਬੰਦੇ ਯਾਰ, ਕਿੰਨਾ ਔਖਾ ਕੰਮ ਸੀ, ਆਪਾਂ ਇੰਨਾ ਕੰਮ ਕੀਤਾ, ਇੰਨਾ ਮਿਹਨਤ ਕੀਤੀ, ਹੈ ਨਾ। ਸਬ ਇੰਸਪੈਕਟਰ ਦੇ ਕੁਐਸਚਨ ਥੋੜੇ ਜਿਹੇ ਟਫ ਸੀ, ਮੈਂ ਤੁਹਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿਤੇ ਵੀ ਕੁਐਸਚਨ ਔਖੇ ਨੇ। ਉਹਦੇ ਵਿੱਚ ਆਪਾਂ ਲਾਈਨਿਕਸ ਵੀ ਪੜ੍ਹੀ ਗਏ ਆ, ਤੁਹਾਨੂੰ ਯਾਦ ਹੋਵੇ, ਆਪਾਂ HTML ਵੀ ਪੜ੍ਹੀ ਹੈ, ਆਪਾਂ ਜਾਵਾ ਸਕ੍ਰਿਪਟ ਵੀ ਪੜ੍ਹਾਈ ਗਿਆ, ਮੈਂ ਤੁਹਾਨੂੰ ਵਿੱਚੇ ਡੈਡਲੌਗ ਪੜ੍ਹਾਈ ਗਿਆ, ਵਿੱਚੇ ਪਤਾ ਨਹੀਂ ਕਿੱਥੇ ਕੀ ਚੱਕੀ ਗਏ ਆਪਾਂ, ਹੈ ਨਾ। ਪਰ ਗੱਲ ਕੀ ਸੀ ਕਿ ਤੁਹਾਨੂੰ ਮੈਂ ਇੱਕ ਵਾਰੀ ਵੀ ਬੋਲ ਕੇ ਨਹੀਂ ਕਿਹਾ ਵੀ ਪੇਪਰ ਬਹੁਤ ਔਖਾ ਹੈ। ਪਹਿਲੀ ਵੀਡੀਓ ਜਾ ਕੇ ਚੈੱਕ ਕਰ ਲਿਓ, ਉਹਦੇ ਚ ਵੀ ਮੈਂ ਕਿਹਾ ਸੀ ਵੀ ਲੋਕਾਂ ਨੇ ਐਵੇਂ ਔਖਾ ਬਣਾਤਾ, ਔਖਾ ਕੁਛ ਨਹੀਂ ਹੁੰਦਾ। ਸੋ ਜਿਹੜੇ ਬੱਚੇ ਪਹਿਲਾਂ ਤਿਆਰੀ ਜਿਹਨੇ ਨਹੀਂ ਕੀਤੀ, ਕਈਆਂ ਨੂੰ ਮੌਕੇ ਤੇ ਜਾ ਕੇ ਚੈਨਲ ਮਿਲਦਾ, ਹੁਣ ਰੀਚ ਨਹੀਂ ਹੋ ਰਹੀ ਚੈਨਲ ਦੀ, ਕਿਉਂਕਿ ਨਵਾਂ ਕੰਮ ਆਪਣਾ, ਹੌਲੀ ਹੌਲੀ ਚੀਜ਼ਾਂ ਅੱਗੇ ਜਾਣਗੀਆਂ। ਜੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਵਧੀਆ ਕੰਮ ਕਰਾ ਰਹੇ ਹਾਂ, ਤਾਂ ਤੁਸੀਂ ਅੱਗੇ ਦੇ ਅੱਗੇ ਤੁਸੀਂ ਲੈ ਕੇ ਜਾਣਾ। ਸੋ ਮੈਂ ਤਾਂ ਵਾਰੀ ਕਹਿੰਦਾ ਵੀ ਨਹੀਂ ਵੀ ਹਾਂ ਤੁਸੀਂ ਐਂ ਕਰੋ, ਕਿਉਂਕਿ ਮੇਰਾ ਕੰਮ ਕੀ ਹੈ, ਕੰਮ ਕਰਨਾ, ਹੈ ਨਾ।
ਸੋ ਉਹ ਬੱਚੇ ਜਿਨ੍ਹਾਂ ਨੂੰ ਪਹਿਲੀ ਵਾਰੀ ਚੈਨਲ ਮਿਲਿਆ ਤਾਂ ਉਹ ਇਹੀ ਵੀਡੀਓ ਨੂੰ ਡਿਟੇਲ ਦੇ ਵਿੱਚ ਦੇਖ ਲਿਓ, ਤੁਹਾਡੇ ਬੇੜੇ ਪਾਰ ਹੋ ਜਾਣਗੇ। ਬਹੁਤ ਸਾਰੇ ਬੱਚੇ ਐਵੇਂ ਦੇ ਸੀ ਜਿਨ੍ਹਾਂ ਨੇ ਪੇਪਰ ਮਤਲਬ ਕਿ ਪੇਪਰ ਤੋਂ ਪਹਿਲਾਂ ਇੱਕ ਵੀਡੀਓ ਵੀ ਦੇਖ ਲਈ ਨਾ ਜਿਨ੍ਹਾਂ ਨੇ, ਉਹਨਾਂ ਦੇ ਵਿੱਚੋਂ ਵੀ ਕੁਐਸਚਨ ਆਏ ਹੋਏ ਨੇ ਆਪਣੇ ਪੰਜਾਬ ਪੁਲਿਸ ਦੇ। ਸੋ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਜਦੋਂ ਹੀ ਲਾਇਬ੍ਰੇਰੀ ਵਾਲਿਆਂ ਦਾ ਪੇਪਰ ਹੋ ਗਿਆ ਤਾਂ ਤੁਸੀਂ ਮੈਨੂੰ ਕੁਐਸਚਨ ਜ਼ਰੂਰ ਭੇਜੋ ਨਾਲ ਦੀ ਨਾਲ, ਆਪਾਂ ਨਾਲ ਦੀ ਨਾਲ ਹੀ ਉਹਨਾਂ ਦੇ ਸੋਲੂਸ਼ਨ ਪਾ ਦਾਂਗੇ, ਤਾਂ ਕਰਕੇ ਤੁਸੀਂ ਚੈੱਕ ਕਰ ਲਓਗੇ ਵੀ ਤੁਹਾਡੇ ਠੀਕ ਹੈ ਕਿ ਗਲਤ ਆ। ਤਾਂ ਤੁਸੀਂ ਉਹਦੇ ਲਈ ਮੈਨੂੰ ਇੰਸਟਾਗ੍ਰਾਮ ਤੇ ਜਾ ਕੇ ਮੈਸੇਜ ਕਰ ਸਕਦੇ ਹੋ, ਠੀਕ ਹੈ। ਉੱਥੇ ਤੁਸੀਂ ਮੈਥੋਂ ਨੋਟਸ ਕਿਸੇ ਨੂੰ ਚਾਹੀਦੇ ਨੇ, ਨੋਟਸ ਆਪਾਂ ਫ੍ਰੀ ਦੇ ਰਹੇ ਹਾਂ, ਕੋਈ ਚਾਰਜਸ ਨਹੀਂ ਹੈ, ਫ੍ਰੀ ਆਫ ਕਾਸਟ ਨੋਟਸ ਤੁਸੀਂ ਲੈ ਸਕਦੇ ਹੋ। ਇੰਸਟਾਗ੍ਰਾਮ ਤੇ ਮੈਸੇਜ ਕਰੋ, ਫਿਰ ਮੈਂ ਤੁਹਾਨੂੰ ਦੱਸ ਦੂੰਗਾ। ਤੇ ਇਹਦਾ ਆਨਸਰ ਹੈ ਤਾਂ ਜਿਵੇਂ ਸਭ ਤੋਂ ਛੋਟਾ ਬਿਟ ਹੈ, ਫਿਰ ਬਾਈਟ, ਫਿਰ ਕਿਲੋਬਾਈਟ, ਫਿਰ ਮੈਗਾਬਾਈਟ, ਉਸੇ ਸੀਕੁਐਂਸ ਦੇ ਵਿੱਚ ਹੀ ਦਿੱਤੇ ਹੋਏ ਨੇ, ਠੀਕ ਹੈ ਜੀ। ਸੀ ਆਨਸਰ ਹੈ। ਅਗਲਾ ਕੁਐਸਚਨ ਹੈ ਦੀ ਕੰਪਿਊਟਰ ਡਜ਼ ਨਾਟ ਬੂਟ ਇਨ ਦੀ ਐਬਸੈਂਸ ਆਫ ਵਿਚ ਆਫ ਦੀ ਫੋਲੋਇੰਗ। ਕੰਪਿਊਟਰ ਕਾਹਦੇ ਤੋਂ ਬਿਨਾਂ ਨਹੀਂ ਚੱਲਦਾ? ਤਾਂ ਆਪਰੇਟਿੰਗ ਸਿਸਟਮ ਤੋਂ ਬਿਨਾਂ ਕੰਪਿਊਟਰ ਨਹੀਂ ਚੱਲਦਾ। ਇਹ ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ। ਅਗਲਾ ਹੈਗਾ ਬਾਰਕੋਡ ਯੂਜ਼ਸ ਡੈਸ਼ ਸਕੈਨਿੰਗ ਟੈਕਨੋਲੋਜੀ। ਇਹ ਤੁਸੀਂ ਲਾਇਬ੍ਰੇਰੀ ਵਾਲੇ ਵੀ ਵਰਤਦੇ ਹੋਵੋਗੇ, RFID ਹੈ ਨਾ, ਉਵੇਂ ਦਾ ਹੀ ਬਾਰਕੋਡ ਹੁੰਦਾ। ਬਾਰਕੋਡ ਦੇ ਵਿੱਚ ਕੀ ਲੇਜ਼ਰ ਬੀਮ ਵਰਤਦੇ ਆ ਕਿ ਲਾਈਟ ਬੀਮ ਵਰਤਦੇ ਆ? ਤਾਂ ਲੇਜ਼ਰ ਬੀਮ ਵਰਤਦੇ ਆ, ਆਪਾਂ ਨੂੰ ਪਤਾ ਹੈ ਨਾ। ਇਹ ਬਾਰਕੋਡ ਹੁੰਦੇ ਨੇ ਜਿਹੜੇ ਯੂਨੀਕਲੀ ਆਇਡੈਂਟੀਫਾਈ ਕਰਦੇ ਨੇ ਕਿਸੇ ਪ੍ਰੋਡਕਟ ਨੂੰ, ਤੇ ਇਹ ਬਾਰਕੋਡ ਰੀਡਰ ਜਿਹੜਾ ਡਿਵਾਈਸ ਹੈ ਉਹਦੇ ਵਿੱਚੋਂ ਲੇਜ਼ਰ ਬੀਮ ਲਾਈਟ ਨਿਕਲਦੀ ਹੈ, ਯਾਦ ਰੱਖਣਾ, ਠੀਕ ਹੈ ਜੀ। ਅਗਲਾ ਕੁਐਸਚਨ ਵਿਚ ਆਫ ਦੀ ਫੋਲੋਇੰਗ ਇਜ਼ ਫਾਸਟੈਸਟ ਮੈਮਰੀ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜੀ ਫਾਸਟੈਸਟ ਹੈ? ਇਹ ਕੁਐਸਚਨ ਬਹੁਤ ਵਧੀਆ ਹੈ। ਕੈਸ਼ੇ ਮੈਮਰੀ ਫਾਸਟੈਸਟ ਹੈ, ਆਨਸਰ ਤਾਂ ਹੈਗਾ ਸੀ, ਬਟ ਮੈਂ ਤੁਹਾਨੂੰ ਪਹਿਲਾਂ ਮੈਮਰੀ ਕਰਾਉਣਾ। ਮੈਮਰੀ ਹਾਇਰਾਰਕੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹਾਇਰਾਰਕੀ ਦੇ ਵਿੱਚੋਂ ਕੁਐਸਚਨ ਬਣਦੇ ਹੀ ਬਣਦੇ ਆ। ਤੇ ਪੰਜਾਬ ਪੁਲਿਸ ਦੇ ਚਾਹੇ ਉਹ ਸਬ ਇੰਸਪੈਕਟਰ ਦਾ, ਚਾਹੇ ਹੈੱਡ ਕਾਂਸਟੇਬਲ ਦਾ, ਚਾਹੇ ਇੰਟੈਲੀਜੈਂਸ ਕਾਂਸਟੇਬਲ ਦਾ, ਉਹਦੇ ਵਿੱਚ ਹਾਇਰਾਰਕੀ ਨੇ ਬਹੁਤ ਜ਼ਿਆਦਾ ਹੈਲਪ ਕੀਤੀ। ਮੈਨੂੰ ਸਟੂਡੈਂਟਾਂ ਦੇ ਮੈਸੇਜ ਵੀ ਆਏ ਵੀ ਹਾਇਰਾਰਕੀ ਨੇ ਤਾਂ ਜੀ ਨਜ਼ਾਰੇ ਲਿਆਤੇ। ਸੋ ਮੈਂ ਉਹਦੇ ਨਾਲੋਂ ਵੀ ਵਧੀਆ ਐਨੀਮੇਸ਼ਨਾਂ ਦੇ ਵਿੱਚ ਤਿਆਰ ਕੀਤੀ ਹੈ, ਕਿਉਂਕਿ ਬੱਚੇ ਜੇਕਰ ਆਪਾਂ ਨੂੰ ਇਹ ਗੱਲਾਂ ਦੱਸਦੇ ਨੇ ਵੀ ਆਹ ਚੀਜ਼ ਦੇ ਨਾਲ ਨਜ਼ਾਰੇ ਲਿਆਤੇ, ਫਿਰ ਆਪਣਾ ਵੀ ਜੀ ਕਰਦਾ ਵੀ ਯਾਰ ਹੋਰ ਅਟਰੈਕਟਿਵ ਤਰੀਕੇ ਨਾਲ ਆਪਾਂ ਸਮਝਾਉਣ ਵਾਲੇ ਤਰੀਕੇ ਨਾਲ ਆਪਾਂ ਕਰਾ ਦਈਏ, ਹੈ ਨਾ। ਪਹਿਲਾਂ ਮੈਂ ਇਹ ਐਂ ਭੱਜਣ ਵਾਲੀ ਐਂ ਨਹੀਂ ਕਰਾਈ ਸੀ, ਬਟ ਹੁਣ ਆਪਾਂ ਇਹ ਐਂ ਦੁਬਾਰਾ ਬਣਾਈ ਹੈ ਡਾਇਗਰਾਮ, ਠੀਕ ਆ। ਕਿਉਂਕਿ ਆਪਣਾ ਡੇਟਾ ਵੀ ਕਾਪੀ ਹੁੰਦਾ, ਤੁਹਾਨੂੰ ਪਤਾ ਯਾਰ ਬੰਦੇ ਚੱਕ ਡਾਇਗਰਾਮਾਂ ਲਾਈ ਜਾਂਦੇ ਨੇ। ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਲਾਓ, ਕਿਉਂਕਿ ਇਹ ਕਿਹੜਾ ਕਿਸੇ ਦੀ ਪ੍ਰੋਪਰਟੀ, ਆਪਾਂ ਵੀ ਕਿਤੋਂ ਨੈਟ ਤੋਂ ਚੱਕੀਆਂ ਨੇ। ਤਾਂ ਜੇ ਅਗਲਾ ਵੀ ਚੱਕ ਲਓ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ, ਤਾਂ ਆਪਾਂ ਹੋਰ ਬਣਾ ਦਾਂਗੇ, ਉਹ ਚੱਕਣ ਹੋਰ ਬਣਾ ਦਾਂਗੇ, ਠੀਕ ਆ। ਤਾਂ ਦੇਖੋ ਸਭ ਤੋਂ ਉੱਪਰ ਹਾਇਰਾਰਕੀ ਦੇ ਵਿੱਚ ਰਜਿਸਟਰ, ਫਿਰ ਕੈਸ਼ੇ, ਫਿਰ ਰੈਮ। ਤਾਂ ਇਹ ਤਿੰਨ ਮੈਮਰੀਜ਼ ਨੇ ਜਿਹੜੀਆਂ ਇਹ ਵੋਲਾਟਾਈਲ ਨੇ। ਜਿਵੇਂ ਆਪਾਂ ਵੋਲਾਟਾਈਲ ਦੀ ਗੱਲ ਕੀਤੀ ਸੀ ਨਾ, ਜਿਹਨੂੰ ਲਾਈਟ ਚਲੀ ਜਾਂਦੀ ਹੈ, ਕੰਟੈਂਟ ਲੋਸਟ ਹੋ ਜਾਂਦੇ ਨੇ। ਤਾਂ ਪਹਿਲੀਆਂ ਤਿੰਨ ਮੈਮਰੀਜ਼ ਰਜਿਸਟਰ, ਕੈਸ਼ੇ ਤੇ ਰੈਮ ਇਹ ਵੋਲਾਟਾਈਲ ਨੇ। ਤੇ ਪ੍ਰਾਇਮਰੀ ਆਪਾਂ ਨੂੰ ਪਤਾ ਦੋ ਪੜ੍ਹੀਆਂ ਸੀ ਆਪਾਂ ਪ੍ਰਾਇਮਰੀ, ਇੱਕ ਰੈਮ ਸੀ ਤੇ ਦੂਜੀ ਰੋਮ ਸੀ। ਆਪਾਂ ਨੂੰ ਇਹ ਕੁਐਸਚਨ ਬਣੂਗਾ ਹੀ ਨਹੀਂ ਵੀ ਪ੍ਰਾਇਮਰੀ ਮੈਮਰੀ ਵੋਲਾਟਾਈਲ ਹੈ ਕਿ ਨਾਨ ਵੋਲਾਟਾਈਲ ਹੈ। ਕਿਉਂ? ਕਿਉਂਕਿ ਪ੍ਰਾਇਮਰੀ 'ਚ ਦੋ ਆਉਂਦੀਆਂ ਨੇ, ਰੈਮ ਵੋਲਾਟਾਈਲ ਹੈ, ਰੋਮ ਜਿਹੜੀ ਹੈ ਨਾਨ ਵੋਲਾਟਾਈਲ ਹੈ। ਤਾਂ ਫਿਰ ਇਹ ਕੀ ਕੁਐਸਚਨ ਬਣ ਸਕਦਾ ਵੀ ਪ੍ਰਾਇਮਰੀ ਮੈਮਰੀ ਵੋਲਾਟਾਈਲ ਹੈ ਕਿ ਨਾਨ ਵੋਲਾਟਾਈਲ ਹੈ? ਨਹੀਂ ਬਣੂਗਾ, ਠੀਕ ਆ। ਤੇ ਜੇ ਤੁਸੀਂ ਕਹੋਗੇ ਫਿਰ ਵੀ ਬਣ ਗਿਆ ਫਿਰ ਰੈਮ ਲਾਇਆ ਚੱਕ ਕੇ, ਪਰ ਬਣੂਗਾ ਨਹੀਂ, ਠੀਕ ਹੈ। ਸੋ ਇਹ ਸੀਗੀ ਗੱਲ ਵੋਲਾਟਾਈਲ ਬਾਰੇ। ਤੇ ਅੱਗੇ ਹੋਰ ਮੈਮਰੀਜ਼ ਨੇ ਜਿਵੇਂ ਇਲੈਕਟ੍ਰੋਨਿਕ ਤੇ ਫਲੈਸ਼ ਮੈਮਰੀ। ਇਹਦੇ ਵਿੱਚੋਂ ਆਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦੀ ਐਬਰੀਵੇਸ਼ਨ ਪੁੱਛੂਗਾ, ਮੈਨੂੰ ਲੱਗਦਾ, ਪਤਾ ਨਹੀਂ ਕਿਉਂ ਲੱਗਦਾ ਵੀ ਇਹਦੀ ਐਬਰੀਵੇਸ਼ਨ ਲਾਇਬ੍ਰੇਰੀ ਵਾਲਿਆਂ ਨੂੰ ਪੁੱਛੂਗਾ ਹੀ ਪੁੱਛੂਗਾ। SSD ਹੁੰਦੀ ਹੈ ਸੋਲਿਡ ਸਟੇਟ ਡਰਾਈਵ, ਮੈਮਰੀ ਕਾਰਡ SD ਹੁੰਦਾ ਹੈ, ਸਿਕਿਉਰ ਡਿਜੀਟਲ ਕਾਰਡ ਹੈ ਨਾ, ਸਿਕਿਉਰ ਡਿਜੀਟਲ, ਇਹ ਉਹਦੇ 'ਚ ਪੁੱਛਿਆ ਗਿਆ ਹੈੱਡ ਕਾਂਸਟੇਬਲ ਵਾਲੇ 'ਚ, ਸ਼ਾਇਦ ਪਤਾ ਨਹੀਂ ਇੰਟੈਲੀਜੈਂਸ ਵਾਲੇ 'ਚ ਸਿਕਿਉਰ ਡਿਜੀਟਲ ਹੁੰਦਾ, ਠੀਕ ਹੈ। ਪੈਨ ਡਰਾਈਵ, ਇਹ ਸਾਰੀਆਂ ਮੈਮਰੀਜ਼ ਕਾਹਦੇ ਵਿੱਚ ਆਉਂਦੀਆਂ ਨੇ? ਇਲੈਕਟ੍ਰੋਨਿਕ ਤੇ ਫਲੈਸ਼। ਇਹ ਐਂ ਵੀ ਪੁੱਛ ਲੈਂਦਾ ਪੈਨ ਡਰਾਈਵ ਕਿਹੜੀ ਮੈਮਰੀ ਹੈ, ਕਿ ਇਲੈਕਟ੍ਰੋਨਿਕ ਹੈ, ਮੈਗਨੈਟਿਕ ਹੈ ਕਿ ਆਪਟੀਕਲ ਹੈ। ਤਾਂ ਪੈਨ ਡਰਾਈਵ ਹੈ ਇਲੈਕਟ੍ਰੋਨਿਕ ਜਾਂ ਫਲੈਸ਼ ਮੈਮਰੀ ਹੈ, ਠੀਕ ਆ। ਫਿਰ ਮੈਗਨੈਟਿਕ ਡਿਸਕ ਹੈ, ਮੈਗਨੈਟਿਕ ਡਿਸਕ ਦੇ ਵਿੱਚ ਫਲੋਪੀ, ਜਿਪ ਡਿਸਕ ਤੇ ਹਾਰਡ ਡਿਸਕ ਹੁੰਦੇ ਨੇ। ਇਹ ਵੀ ਆਪਾਂ ਯਾਦ ਰੱਖਣੀ ਹੈ, ਪੁੱਛ ਲੈਂਦਾ ਵੀ ਫਲੋਪੀ ਕਿਹਦੀ ਟਾਈਪ ਹੈ ਮੈਗਨੈਟਿਕ ਡਿਸਕ ਦੀ। ਤੇ ਆਪਟੀਕਲ ਡਿਸਕ, ਆਪਟੀਕਲ ਡਿਸਕ ਦੇ ਵਿੱਚ CD, DVD ਤੇ ਬਲੂ-ਰੇ। CD ਹੁੰਦਾ ਕੰਪੈਕਟ ਡਿਸਕ, DVD ਹੁੰਦਾ ਡਿਜੀਟਲ ਵੀਡੀਓ ਡਿਸਕ ਵੀ ਬੋਲਦੇ ਆ, ਡਿਜੀਟਲ ਵਰਸਾਟਾਈਲ ਡਿਸਕ ਤੇ ਬਲੂ-ਰੇ। ਤੇ CD ਦੀ ਕਪੈਸਿਟੀ ਹੈ ਜਿਹੜੀ 700 MB। ਤਾਂ ਉਦੋਂ ਪਿੱਛੇ ਦੱਸਦੇ ਆ, ਪਹਿਲਾਂ ਆਪ ਭੁੱਲ ਗਏ ਸੀ ਦੱਸਣਾ। ਫਲੋਪੀ ਦੀ ਕਪੈਸਿਟੀ ਹੈ ਜਿਹੜੀ 1.44 MB ਦੀ ਹੁੰਦੀ ਹੈ ਮੈਕਸੀਮਮ। ਤੇ ਇਹਦੇ ਤਿੰਨ ਸਾਈਜ਼ ਹੁੰਦੇ ਨੇ, 8 ਇੰਚ, 5.25 ਇੰਚ ਤੇ 3.5 ਇੰਚ। ਇਹਦੇ ਸਾਈਜ਼ ਹੁੰਦੇ ਨੇ ਫਲੋਪੀ ਦੇ। ਫਲੋਪੀ ਦੀ ਮੈਕਸੀਮਮ ਕਪੈਸਿਟੀ 1.44,
ਤੇ ਜਿਪ ਡਿਸਕ ਦੀ ਕਪੈਸਿਟੀ 750 MB ਮੈਕਸੀਮਮ ਤੇ 250 MB ਦੇ ਵਿੱਚ ਵੀ ਆਈ ਸੀ ਇਹ, ਤੇ ਇੱਕ ਪਤਾ ਨਹੀਂ ਹੋਰ 450 ਕਿ 350 MB ਮੈਕਸੀਮਮ ਕਪੈਸਿਟੀ 750 MB ਜਿਪ ਫਲੋਪੀ ਦੀ ਐਕਸਟੈਂਸ਼ਨ ਸੀ, ਹਾਰਡ ਡਿਸਕ ਦੀ ਤਾਂ ਕੋਈ ਲਿਮਿਟ ਹੀ ਨਹੀਂ ਹੈ ਹਨਾ। ਸੋ ਇਹ ਹੋ ਗਈ ਗੱਲ, ਲਿਖ ਲਿਓ, ਨੋਟ ਕਰ ਲਿਓ, ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਸਕਦੇ ਹੋ। ਅੱਗੇ ਸੀਗਾ ਆਪਟੀਕਲ ਡਿਸਕ। CD ਹੁੰਦਾ ਕੰਪੈਕਟ ਡਿਸਕ। CD ਦੀ ਮੈਕਸੀਮਮ ਕਪੈਸਿਟੀ ਹੈ ਜਿਹੜੀ 700 MB ਜਾਂ 680 MB, ਐਗਜ਼ੈਕਟ ਹੁੰਦਾ 680 MB, ਰਾਉਂਡ ਕਰਕੇ ਆਪਾਂ 700 MB ਲੈ ਸਕਦੇ ਹਾਂ। ਤੇ ਇਹਦਾ ਜਿਹੜਾ ਘੇਰਾ ਹੁੰਦਾ 4.7 ਇੰਚ ਦਾ ਘੇਰਾ ਹੁੰਦਾ, ਗੋਲ ਘੇਰਾ ਜਿਹਾ ਹੁੰਦਾ। ਤੇ DVD ਦੀ ਕਪੈਸਿਟੀ ਹੁੰਦੀ ਹੈ 4.7 GB ਤੇ ਬਲੂ-ਰੇ ਦੀ ਮੈਕਸੀਮਮ ਕਪੈਸਿਟੀ ਹੁੰਦੀ ਹੈ 25 GB। ਤਾਂ CD ਤਿੰਨ ਤਰ੍ਹਾਂ ਦੀ ਹੁੰਦੀ ਆ, ਕੁਐਸਚਨ ਪੁੱਛ ਸਕਦਾ। CD ਹੁੰਦਾ CD-ROM, CD-R ਤੇ CD-RW। CD-ROM ਹੈ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਜੇ ਉਹ ਜਿਹੜੀ ਆਪਾਂ ਗੱਲ ਕੀਤੀ ਸੀ ਰੋਮ ਰੀਡ ਓਨਲੀ ਮੈਮਰੀ, ਉਹ ਹੋਰ ਹੁੰਦੀ ਹੈ। ਇੱਥੇ ਕੰਟੈਕਸਟ ਯੂਜ਼ ਕੀਤਾ ਵੀ CD ਰੀਡ ਓਨਲੀ ਮੈਮਰੀ, ਠੀਕ ਆ। ਤਾਂ ਉਹ ਵਾਲੀ CD ਜਿਹੜੀ ਗਾਣਿਆਂ ਗੂਣਿਆਂ ਦੀ ਆਪਾਂ ਨੂੰ ਭਰੀ ਭਰਾਈ ਮਿਲਦੀ ਆ, ਆਪਾਂ ਕੁਛ ਨਹੀਂ ਕਰਨਾ ਹੁੰਦਾ, ਉਹਨੂੰ CD-ROM ਬੋਲਦੇ ਆ। CD-R ਇੱਕ ਵਾਰੀ ਖਾਲੀ ਮਿਲਦੀ ਹੈ, ਇੱਕ ਵਾਰੀ ਰਾਈਟ ਕਰ ਸਕਦੇ ਹਾਂ। ਖਾਲੀ CD ਆਪਾਂ ਜਿਹੜੀ ਕਾਲਜ ਦੇ ਵਿੱਚ ਦੇਣੀ ਹੁੰਦੀ ਆ, ਕੁਐਸਚਨ ਪਾ ਕੇ ਜਾਂ ਪ੍ਰੋਜੈਕਟ ਪਾ ਕੇ, ਉਹ CD-R ਹੁੰਦੀ ਆ। ਤੇ ਇਹਨੂੰ ਵੋਮ ਵੀ ਬੋਲਦੇ ਆ। ਦੇਖੋ ਆਹ ਐਬਰੀਵੇਸ਼ਨ ਪੁੱਛ ਸਕਦਾ, ਬਹੁਤ ਇੰਪੋਰਟੈਂਟ ਹੈ। ਰਾਈਟ ਵੰਸ ਰੀਡ ਮੈਨੀ, ਰਾਈਟ ਵੰਸ ਤੇ ਰੀਡ ਮੈਨੀ। ਇਹਦਾ ਕੀ ਕੰਮ ਹੈ ਵੀ ਰਾਈਟ ਇੱਕ ਵਾਰੀ ਕਰ ਸਕਦੇ ਆ, ਰੀਡ ਬਹੁਤ ਵਾਰੀ। ਤਾਂ ਮੈਂ ਵੀ ਉਹੀ ਤੁਹਾਨੂੰ ਗੱਲ ਦੱਸੀ ਹੈ ਵੀ ਇੱਕ ਵਾਰੀ ਰਾਈਟ ਹੁੰਦੀ ਹੈ। CD-RW ਹੁੰਦਾ ਰੀਰਾਈਟੇਬਲ, ਵਾਰੀ ਵਾਰੀ ਲਿਖ ਲਓ, ਢਾ ਲਓ। ਉਵੇਂ DVD ਦੀਆਂ ਟਾਈਪ ਨੇ ਇਹੀ ਤਿੰਨੋਂ, ਤੇ ਬਲੂ-ਰੇ ਦੀਆਂ ਵੀ, ਠੀਕ ਆ। ਸੋ ਇਹ ਗੱਲਾਂ ਯਾਦ ਰੱਖ ਲੈਣੀਆਂ ਨੇ, ਇੰਪੋਰਟੈਂਟ ਨੇ। ਤੇ ਅੱਗੇ ਹੋ ਗਿਆ ਜੀ ਮੈਗਨੈਟਿਕ ਟੇਪ, ਜਿਹਦੇ ਵਿੱਚ ਕੈਸਟ ਤੇ VCR ਹੁੰਦਾ। ਤਾਂ ਇਹ ਨੀਚੇ ਵਾਲੀਆਂ ਜਿਹੜੀਆਂ ਮੈਮਰੀਜ਼ ਨੇ ਇਹਨਾਂ ਦੇ ਵਿੱਚੋਂ ਇਹ ਸਾਰੀਆਂ ਨੇ ਨੌਨ ਵੋਲਾਟਾਈਲ, ਯਾਨੀ ਕਿ ਜੇ ਪਾਵਰ ਪੂਵਰ ਚਲੀ ਜਾਵੇ, ਲਾਈਟ ਲੂਟ ਉੱਡ ਜੇ, ਤਾਂ ਇਹਨਾਂ ਚੋਂ ਡੇਟਾ ਨਹੀਂ ਉੱਡਦਾ। ਇਹ ਯਾਦ ਰੱਖਣੀਆਂ ਨੇ। ਤੇ ਜੇ ਆਪਾਂ ਗੱਲ ਕਰੀਏ ਉੱਪਰ ਵਾਲੀਆਂ ਤਿੰਨ, ਇਹ ਰੈਂਡਮ ਐਕਸੈਸ ਨੇ ਤੇ ਡਾਇਰੈਕਟ ਐਕਸੈਸ ਨੇ। ਇਹਨਾਂ ਦੇ ਵਿੱਚੋਂ ਕੋਈ ਵੀ ਡੇਟਾ ਆਪਾਂ ਕਿਸੇ ਵੀ ਪਹਿਲੇ ਗਾਣੇ ਤੋਂ ਬਾਅਦ ਚੌਥਾ, ਚੌਥੇ ਬਾਅਦ ਤੀਜਾ, ਫਿਰ ਪਹਿਲਾਂ ਇਹ ਕਰ ਸਕਦੇ ਹਾਂ। ਉਹਨੂੰ ਅਸੀਂ ਰੈਂਡਮ ਜਾਂ ਡਾਇਰੈਕਟ ਐਕਸੈਸ ਬੋਲਦੇ ਹਾਂ। ਪਹਿਲੀਆਂ 6 ਮੈਮਰੀਜ਼ ਕੀ ਨੇ? ਰੈਂਡਮ ਐਕਸੈਸ। ਤੇ ਲਾਸਟ ਵਾਲੀ ਮੈਮਰੀ ਹੈ ਸੀਰੀਅਲ ਐਕਸੈਸ ਜਾਂ ਸੀਕੁਐਂਸ਼ੀਅਲ ਐਕਸੈਸ ਬੋਲਦੇ ਹਾਂ। ਕਿਉਂਕਿ ਕੈਸਟ ਦੇ ਵਿੱਚ ਪਹਿਲਾਂ ਪਹਿਲਾ ਗਾਣਾ, ਫਿਰ ਦੂਜਾ, ਫਿਰ ਤੀਜਾ ਤੇ ਫਿਰ ਚੌਥਾ, ਐਂ ਚੱਲੂਗਾ। ਪਹਿਲਾਂ ਪਹਿਲਾ, ਦੂਜਾ, ਫਿਰ ਤੀਜਾ, ਫਿਰ ਚੌਥਾ। ਵਿਆਹ ਵਾਲੀ ਕੈਸਟ ਦੇ ਵਿੱਚ ਵੀ ਦੇਖਿਆ, ਜੇ ਸਲਾਮੀ ਦੇ ਰਹੇ ਆ, ਜੇ ਪਿੱਛੇ ਕਰਦੇ ਆ ਜਾਂ ਅੱਗੇ ਕਰਦੇ ਆ, ਤਾਂ ਸਲਾਮੀਆਂ ਚੱਕ ਕੇ ਭੱਜਣ ਲੱਗ ਜਾਂਦੇ ਸੀ ਬੰਦੇ, ਹੈ ਨਾ। ਤੁਹਾਨੂੰ ਯਾਦ ਹੋਊਗਾ ਜਿਹਨੂੰ ਕੋਈ VCR ਇਕੱਠੇ ਬੈਠ ਕੇ ਦੇਖਦੇ ਹੁੰਦੇ ਸੀ, ਹੈ ਨਾ। ਤੁਸੀਂ ਵੀ ਦੇਖਦੇ ਹੋਵੋਗੇ। ਮੈਨੂੰ ਕਮੈਂਟ ਕਰਕੇ ਦੱਸੋ ਵੀ ਕੀ ਤੁਸੀਂ VCR ਤੇ ਵਿਆਹ ਦੀਆਂ ਕੈਸਟਾਂ ਦੇਖੀਆਂ ਨੇ ਕਿ ਨਹੀਂ ਦੇਖੀਆਂ। ਕਿ ਤੁਸੀਂ 95 96 ਵਾਲੇ ਬੋਰਨ ਨੇ ਤਾਂ ਨਹੀਂ ਦੇਖੀਆਂ ਹੋਣਗੀਆਂ। ਜਿਹੜੇ 90 ਵਾਲੇ ਬੱਚੇ ਆ ਉਹਨਾਂ ਨੇ VCR ਜ਼ਰੂਰ ਦੇਖਿਆ ਹੋਊਗਾ, ਠੀਕ ਆ। ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਸੋ ਇਹ ਸੀਗਾ ਸੀਕੁਐਂਸ਼ੀਅਲ ਜਾਂ ਸੀਰੀਅਲ ਐਕਸੈਸ। ਤੱਕ ਇੱਕ ਕੁਐਸਚਨ ਸਿੱਧਾ ਪੁੱਛ ਲੈਂਦਾ ਕਿ ਕਿਹੜੇ ਲਿਖਿਆ ਜੋ ਕਿਹੜੀ ਮੈਮਰੀ ਰੈਂਡਮ ਐਕਸੈਸ ਹੈ ਜਾਂ ਡਾਇਰੈਕਟ ਐਕਸੈਸ ਹੈ। ਇਹ ਕੁਐਸਚਨ ਹੀ ਕਰਾ ਰਿਹਾ ਮੈਂ ਹਾਇਰਾਰਕੀ ਦੇ, ਠੀਕ ਆ। ਸੋ ਮੈਂ 15 ਕੁਐਸਚਨ ਕਰਾਵਾਂ, ਉਹਦੇ ਨੂੰ ਵਧੀਆ ਨਹੀਂ ਕਿ ਹਾਇਰਾਰਕੀ ਕਰਾਦਾ ਜਿਹਦੇ 20 ਤੋਂ 50 ਕੁਐਸਚਨ ਕਵਰ ਕਰਦੀ ਆ। ਤਾਂ ਪ੍ਰੋਪਰਟੀ ਦੀ ਇੱਕ ਹੋਰ ਦੀ ਆਪਾਂ ਗੱਲ ਕਰੀਏ ਤਾਂ ਸਪੀਡ ਉੱਪਰ ਨੂੰ ਵੱਧਦੀ ਆ, ਹਾਈ ਸਪੀਡ ਹੈ ਤੇ ਲੋ ਐਕਸੈਸ ਟਾਈਮ। ਐਕਸੈਸ ਟਾਈਮ ਹੁੰਦਾ ਉਹਨੂੰ ਯੂਜ਼ ਕਰਨਾ, ਠੀਕ ਆ। ਜਿਵੇਂ ਹੁਣ ਇੱਥੋਂ ਗੱਡੀ ਪਟਿਆਲੇ ਤੋਂ ਚੰਡੀਗੜ੍ਹ ਜਾਣਾ, ਆਪਾਂ ਸਪੀਡ ਜ਼ਿਆਦਾ ਹੋਊਗੀ ਤਾਂ ਚੰਡੀਗੜ੍ਹ ਆਪਾਂ ਛੇਤੀ ਐਕਸੈਸ ਕਰ ਲਾਂਗੇ। ਐਕਸੈਸ ਟਾਈਮ ਘੱਟ ਗਿਆ, ਸਪੀਡ ਜ਼ਿਆਦਾ ਹੋਊਗੀ। ਤਾਂ ਉੱਪਰ ਸਪੀਡ ਘੱਟ ਆ, ਨੀਚੇ ਉੱਪਰ ਸਪੀਡ ਜ਼ਿਆਦਾ ਹੈ ਤੇ ਐਕਸੈਸ ਟਾਈਮ ਘੱਟ ਹੈ। ਨੀਚੇ ਸਪੀਡ ਘੱਟ ਗਈ, ਐਕਸੈਸ ਟਾਈਮ ਵੱਧ ਗਿਆ। ਹੁਣ ਚੰਡੀਗੜ੍ਹ ਮੈਂ ਲੈ ਜਾ ਕੋਈ 800 ਮਰੂਤੀ ਬਸ, ਤਾਂ ਉਹ ਵੀ ਬਹੁਤ ਭੱਜਦੀ, ਇਹੋ ਜਿਹੀ ਗੱਲ ਨਹੀਂ ਹੈ। ਪਰ ਉਹਦੀ ਸਪੀਡ ਘੱਟ ਗਈ ਤਾਂ ਐਕਸੈਸ ਟਾਈਮ ਕੀ ਹੋ ਜਾਊਗਾ? ਵੱਧ ਜਾਊਗਾ। ਜ਼ਿਆਦਾ ਟਾਈਮ 'ਚ ਮੈਂ ਐਕਸੈਸ ਕਰ ਪਾਊਂਗਾ ਚੰਡੀਗੜ੍ਹ ਨੂੰ। ਤੇ ਇਹਦਾ ਸਪੀਡ ਜ਼ਿਆਦਾ। ਜਦੋਂ ਉੱਪਰ ਸਪੀਡ ਜ਼ਿਆਦਾ ਤਾਂ ਫਿਰ ਇਹ ਕੋਸਟਲੀ ਹੈ। ਉੱਪਰ ਤਾਂ ਕਰਕੇ ਕੋਸਟ ਜ਼ਿਆਦਾ, ਹੈ ਨਾ, ਕੋਸਟਲੀ ਹੈ ਇਹ। ਨੀਚੇ ਨੂੰ ਕੋਸਟ ਘਟੀ ਜਾਂਦੀ ਆ, ਸਸਤੀ ਆ, ਚੀਪਰ। ਤੇ ਸਾਈਜ਼ ਜੇ ਆਪਾਂ ਗੱਲ ਕਰੀਏ, ਉੱਪਰ ਸਾਈਜ਼ ਘੱਟ ਹੈ, ਆਹ ਡਾਇਗਰਾਮ ਵੀ ਰਿਪਰੈਜ਼ੈਂਟ ਕਰ ਰਹੀ ਹੈ। ਤੇ ਨੀਚੇ ਸਾਈਜ਼ ਕੀ ਹੈ? ਜ਼ਿਆਦਾ ਹੈ, ਠੀਕ ਹੈ ਜੀ। ਸੋ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਕਹਿ ਲਓ ਵੀ ਰਹਿੰਦੀ ਦੁਨੀਆ ਤੱਕ ਇਹਦਾ ਇੰਪੋਰਟੈਂਸ ਰਹੂਗਾ। ਚਾਹੇ ਤੁਸੀਂ ਬੁੜੇ ਹੋ ਗਏ ਫਿਰ ਵੀ ਕੋਈ ਪੇਪਰ ਕੱਢ ਕੇ ਦੇਖ ਲਿਓ। ਅੱਜ ਹੁਣ ਤੁਸੀਂ ਜੌਬ ਤੋਂ ਰਿਟਾਇਰ ਹੋ ਜਾਓਗੇ, ਹੈ ਨਾ,
ਉਦੋਂ ਕੁਐਸਚਨ ਕੱਢ ਕੇ ਦੇਖ ਲਿਓ ਕੰਪੀਟੀਟਿਵ ਦੇ, ਜੇ ਹੋ ਰਹੇ ਹੋਏ ਪੇਪਰ, ਪਤਾ ਨਹੀਂ ਕੀ ਹੋਊਗਾ, ਪਰ ਉਦੋਂ ਵੀ ਇਹ ਹਾਇਰਾਰਕੀ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ। ਇਹ ਲਿਖਾ ਕੇ ਲੈ ਲਓ ਮੈਥੋਂ, ਠੀਕ ਹੈ, ਕਿਉਂਕਿ ਮੇਨ ਟੌਪਿਕ ਹੈ ਕੰਪਿਊਟਰ ਦਾ ਇਹ। ਆ ਵੀ ਉਹਦੇ ਨਾਲ ਦਾ ਕੁਐਸਚਨ ਹੈ, ਵਿਚ ਉਹਦੀ ਫੋਲੋਇੰਗ ਪੇਅਰਸ ਆਫ ਸੈਕੰਡਰੀ ਡਿਵਾਈਸ ਟਾਈਪ ਡਿਵਾਈਸ ਆਰ ਕਰੈਕਟ ਪੁੱਛ ਰਿਹਾ ਨਾ। ਸੀਕੁਐਂਸ਼ੀਅਲ ਐਕਸੈਸ ਡਿਵਾਈਸ ਮੈਗਨੈਟਿਕ ਟੇਪ, डायरैक्ट एक्सेस डिवाइस जिप डिस्क, बिल्कुल ठीक है। आ सीक्वेंशियल एक्सेस है मैग्नेटिक टेप ते उपर वाली डायरैक्ट एक्सेस है, तो आंसर बोथ 1 and 2। हार्ड डिस्क ड्राइव आर कंसीडर एज, किहड़े हार्ड डिस्क ड्राइव किहड़े ने, नॉन वोलाटाइल है ये, ठीक है, आप पढ़ के आए हुणी, आ देखो नॉन वोलाटाइल है हार्ड डिस्क, ठीक है। SSD बारे मैं दसता तुहानूं, शायद मैं दस्सिया नहीं, दोबारा दस देना। SSD की एब्रीवेशन तो पढ़ ली होनी है, सॉलिड स्टेट ड्राइव। SSD की स्पीड हार्ड डिस्क के नालों ज़्यादा है। जे थोड़ा कंप्यूटर स्लो हो गया, स्पीड घट गई, तो तुसीं SSD पवा लो, स्पीड वध जूगी। तो एक हैगा भी, जे एक क्वेश्चन ये भी पूछ सकता, जे कोई कंपनी नवा लैपटॉप बनाना चाहती है, वो चाहते हैं भी उसका वेट घट हो, स्पीड ज़्यादा हो, तो वह फास्टर हो स्पीड, वो एक ही गल होगी, लाइट वेट हो गया है ना। तो उत्थे किहड़ी टैक्नोलॉजी वरतांगे आपां, SSD वरतांगे, हार्ड डिस्क नहीं वरतते, क्योंकि हार्ड डिस्क दे विच रोटेटिंग पार्ट होंदे ने, रीड राइट हैड हुंदा है, फ्लैटर घुमदे ने, बट SSD दे विच कोई भी रोटेटिंग पार्ट नहीं हुंदा, एक दी स्पीड ज़्यादा, तां करके ये टैक्नोलॉजी वरती जावेगी। CD रोम वॉम DVD आर एग्जाम्पल ऑफ, ये मैं तुहानूं दस्से सी, वॉम की हुंदा है, CD आर ये की हुंदा है, राइट वंस रीड मैनी, तो ये की ने ऑप्टिकल डिवाइस ने, आ देखो ऑप्टिकल ने, ठीक है जी, क्लीयर हुई गल, बी आंसर है। फ्लैश ड्राइव मैमरी कार्ड आर एग्जाम्पल, ये भी उही आई जाता, देखो किन्ने घैंट क्वेश्चन आ रहे हैं। फ्लैश ड्राइव ते मैमरी कार्ड किहदे एग्जाम्पल ने ये, मैमरी स्टोरेज डिवाइस ने ये। अच्छा उन्हें ऐ पूछ लिया, ऑप्टिकल नहीं है, मैगनैटिक नहीं है, मेन मैमरी नहीं है, तो मैमरी स्टोरेज डिवाइस ने ये, ठीक है। अगला, हाईब्रिड टाइप ऑफ कंप्यूटर्स टेक द डेटा इन दी फॉर्म ऑफ, हाईब्रिड हुंदे ने कंप्यूटर जिहड़े किहड़ी फॉर्म च डेटा लैंदे ने, डिजिटल ते एनालॉग दोनों नूं मिला के ही लैंदे ने। एक डिजिटल कंप्यूटर हुंदा, एक एनालॉग, हाईब्रिड हुंदे ने जिहड़े दोनों दा सम्मेल, ठीक है, सी आंसर है। फिर रेजोल्यूशन पावर ऑफ कंप्यूटर इज मैजर्ड इन, देखो कंप्यूटर की रेजोल्यूशन काहदे च मैजर करते हैं आपां, पिक्सल दे विच मैजर करते हैं। बहुत वधिया क्वेश्चन है ये, रेजोल्यूशन पिक्सल दे विच। पिक्सल की हुंदे ने, डेंसिटी लो डेंसिटी, जिवें आपां पिक्सल कह दईए 1 इंच दे विच आ 1 इंच है, 1 इंच दे विच घट पिक्सल ने, इत्थे मीडियम पिक्सल ने, इत्थे 1 इंच दे विच बहुत ज़्यादा ने। तो रेजोल्यूशन काहदे नाल मैजर करते हैं, कंप्यूटर, चाहे वो कंप्यूटर की रेजोल्यूशन पुछ ले, चाहे इमेज की पुछ ले, तो चाहे वीडियो की पुछ ले, रेजोल्यूशन काहदे च मैजर करते हैं, पिक्सल दे विच, जां पिक्सल पर इंच। PPI भी पुछ लैंदा, वट इज PPI स्टैंड्स फॉर, पिक्सल पर इंच। ते प्रिंटर की रेजोल्यूशन पुछ लूगा तो डॉट्स दे विच, ये हुंदा DPI, डॉट्स पर इंचस, क्लीयर। सो दा फिर ए आंसर है। अगला, ए प्रोग्राम दैट यूज टू व्यू वैबसाइट इज कॉल्ड, वैबसाइटां देखण लई आपां नूं पता ही हुंदा ब्राउज़र हुंदा, ना कि वैब व्यूअर नहीं हुंदा, ब्राउज़र हुंदा। आ देखो, अच्छा एक ब्राउज़र हुंदा, एक सर्च इंजन हुंदा। जिहड़ा ब्राउज़र है वो यूजर दे कंप्यूटर ते इंस्टॉल्ड सॉफ्टवेयर हुंदा है, ते जिहड़ा सर्च इंजन है पूरी दुनिया दे विचों सर्च करके लेके आउंदा है। जिवें ब्राउज़र है इनू तां कह लईए असीं मोबाइल फोन, ते सर्च इंजन हुंदा नैटवर्क। मोबाइल फोन तां सानूं डिस्पले कराऊगा, कॉल कर सकते हैं, है ना, ते नैटवर्क दे बिना भी गल नहीं कर सकते असीं, ब्राउज़र दे मोबाइल फोन दे बिना भी नहीं काम कर सकते। सो इक्को ही सिक्के दे दो पहलू ने, सर्च इंजन ते ब्राउज़र। वैसे CLI मोड च कर सकते हैं आपां, कमांड लाइन इंटरफेस दे विच, GUI दे विच सानूं ब्राउज़र चाहिदा, ठीक आ। ते कई बारी क्वेश्चन ये भी पूछ लैंदा, फर्स्ट वैब ब्राउज़र, फर्स्ट वैब ब्राउज़र किहड़ा सी, वर्ल्ड वाइड वैब, वर्ल्ड वाइड वैब। ये बनिया सीगा 1990 दे विच बाय टिम बर्नर-ली, टिम बर्नर-ली, इकट्ठा ही लिखता मैं, चलो। फिर इहदा नाम कन्फ्यूजन हो गया सी, 1991 दे विच इहदा ही नाम चेंज करके उन्हें नैक्सस रखता सी। क्यों? क्योंकि एक वर्ल्ड वाइड वैब कंटेनर भी सीगा, वर्ल्ड वाइड वैब कंटेनर सीगा, ये 1999 च बनिया सी, ठीक है। एक कंटेनर जिहड़ा सारियां वैबसाइटां नूं होल्ड करके रखदा सी। इहदे नाल ही एक एब्रीवेशन पुछ सकदा, DNS,
DNS ਹੁੰਦਾ ਡੋਮੇਨ ਨੇਮ ਸਿਸਟਮ, ਇਹ ਵੀ ਯਾਦ ਰੱਖਣਾ। DNS ਦਾ पोर्ट नंबर ਆਪਾਂ 53 पढ़िया सी, डोमेन नेम सिस्टम। तो फिर टिम बर्नर ली जिन्हें HTML बनाई सी, फादर सी, उन्हें वर्ल्ड वाइड वैब भी उन्हें बनाया सी, ते पहला ब्राउजर भी उन्हें उसे दे नाम ते रखता, फिर नेम चेंज करके 91 च नैक्सिस रखता। ते फिर एक होर ब्राउजर हुंदा फर्स्ट पॉपुलर वैब ब्राउजर। ਇਹ ਤੁਸੀਂ ਦੱਸਣਾ ਕਮੈਂਟ ਕਰਕੇ। ਇਹ ਤਾਂ ਸੀਗਾ ਪਹਿਲਾ ਵੈਬ ਬਰਾਊਜ਼ਰ। ਫਸਟ ਪਪੂਲਰ ਕਿਹੜਾ ਹੋ ਗਿਆ ਸੀ? ਇੰਨਾ ਜ਼ਿਆਦਾ ਪਪੂਲਰ ਨਹੀਂ ਹੋਇਆ, ਉਹ ਵੀ 91 ਦੇ ਵਿੱਚ ਹੀ ਬਣਿਆ ਸੀ, ਉਹਦਾ ਨਾਮ ਹੈ, ਉਹ ਤੁਸੀਂ ਕਮੈਂਟ ਕਰਕੇ ਦੱਸਿਓ, ਆ ਸਕਦਾ ਆਇਆ ਵੀ ਹੋਇਆ ਕਿਸੇ ਪੇਪਰ ਦੇ ਵਿੱਚ। ਠੀਕ ਹੈ, ਅਗਲਾ ਕੁਐਸਚਨ ਹੈ ਵਾਟ ਇਜ਼ ਦੀ ਡਿਫਾਲਟ ਫਾਈਲ ਐਕਸਟੈਂਸ਼ਨ ਆਫ ਏ MS Word 2016 ਡਾਕੂਮੈਂਟ। MS Word 2016 ਦੀ DOCX ਤੇ 2003 ਦੇ ਵਿੱਚ ਸੀਗੀ DOC। ਠੀਕ ਹੈ, ਇਹ ਯਾਦ ਰੱਖਣਾ ਆਪਾਂ। तीसरा आंसर है ਇਹਦਾ ATS SCADR ਦਾ ਕੁਐਸਚਨ ਹੈ ਸ਼ਾਇਦ। ਐਕਸਟੈਂਸ਼ਨਾਂ ਨੇ ਜਿਵੇਂ ਵਰਡ ਦੀ DOCX ਹੈ, ਐਕਸਲ ਦੀ XLSX ਹੈ, ਤੇ ਪਾਵਰਪੁਆਇੰਟ ਦੀ PPT X ਹੈ, ਨੋਟਪੈਡ ਦੀ PPT ਹੈ। ਠੀਕ ਹੈ, ਤੇ PDF ਦੀ .PDF ਹੈ। ਇਹ ਸਾਰੀਆਂ ਹੈਗੀਆਂ ਨੇ 2007 ਜਾਂ 2007 ਤੋਂ ਬਾਅਦ ਵਾਲੀਆਂ। 2003 ਦੀਆਂ ਐਕਸਟੈਂਸ਼ਨਾਂ ਸੀ, ਬਸ ਸਾਰਾ ਕੁਝ ਸੇਮ ਸੀ, DOC ਸੀਗਾ, X ਨਹੀਂ ਲੱਗੂਗਾ, X ਹਟਾ ਦਿਓ। ਸਾਰੀਆਂ ਕੀ ਸੀਗੀਆਂ 2003 ਤੱਕ ਦੀਆਂ ਸੀ। ठीक आ, ये भी क्वेश्चन आंगनवाड़ी सुपरवाइजर का वैसे आप कर ही चुके हैं। कहना द आइडेंटिफिकेशन गिवन टू ए कंप्यूटर कनैक्शन इन ए इंटरनेट नैटवर्क इज नोन एज, काहदे द्वारा आइडेंटिफाई होंदा? नैटवर्क ते IP एड्रैस द्वारा। सो इसका B आंसर है, बहुत इंपॉर्टेंट है। अगला क्वेश्चन आ गया वाइल यूजिंग ईमेल बट अनेबल अस टू सेंड द सेम लैटर टू डिफरेंट पीपल। ये भी बहुत वधिया क्वेश्चन है, आंगनवाड़ी दे विच आया होया। मेल मर्ज इसदा आंसर है। मेल मर्ज की हुंदा? देखो ਤੁਸੀਂ ਕਲਾਸ ਦੇ ਵਿੱਚ ਤੁਸੀਂ ਸਾਰੇ ਪੜਾਉਣ ਲੱਗਣਾ ਕਿਤੇ ਨਾ ਕਿਤੇ, ਚਲੋ ਅੰਗਣਵਾੜੀ ਵਾਲਿਆਂ ਨੇ ਪੜਾਉਣ ਲੱਗਣਾ, ਤੁਹਾਡੇ ਕੋਲੇ ਸਪੋਜ਼ ਕਰੋ 80 ਬੱਚੇ ਨੇ ਜਾਂ 100 ਬੱਚਾ ਹੈ, ਤੁਸੀਂ ਹਰੇਕ ਬੱਚੇ ਨੂੰ ਮੇਲ ਕਰਨਾ ਚਾਹੁੰਦੇ ਹੋ। ਮੰਨ ਲਓ ਤੁਸੀਂ ਕਿਹਾ ਵੀ ਤੁਹਾਡੇ ਸਕੂਲ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਰਹੇ ਹੋ, ਤੁਸੀਂ ਹਰੇਕ ਬੱਚੇ ਨੂੰ ਰਿਜ਼ਲਟ ਭੇਜਣਾ ਉਹਦਾ, ਤੇ ਇੱਕ ਸਾਰਿਆਂ ਨੂੰ ਸੇਮ ਅਪੀਲ ਕਰਨੀ ਹੈ ਪੇਰੈਂਟਸ ਨੂੰ ਕਿ 25 ਤਰੀਕ ਨੂੰ 25 ਦਸੰਬਰ ਨੂੰ ਆਪਾਂ ਜੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਰਹੇ ਹਾਂ, ਤੁਸੀਂ ਆ ਜਾਓ। ਹੁਣ ਜਿਹੜਾ ਮੇਨ ਲੈਟਰ ਹੈ ਇਹ ਤਾਂ ਸੇਮ ਲੈਟਰ ਹੈ, ਸਾਰਿਆਂ ਨੂੰ ਭੇਜਣਾ ਹੈ, ਤੇ ਜਿਹੜੇ ਇਹਨਾਂ ਦੇ ਮਾਰਕਸ ਹੈ ਡਿਫਰੈਂਟ ਹੈ। ਇੱਥੇ ਚਾਹੇ ਸੇਮ ਲੈਟਰ ਟੂ ਡਿਫਰੈਂਟ ਪੀਪਲ ਆ ਜੇ, ਚਾਹੇ ਡਿਫਰੈਂਟ ਲੈਟਰ ਟੂ ਡਿਫਰੈਂਟ ਪੀਪਲ ਆ ਜੇ, ਇੱਕੋ ਹੀ ਗੱਲ ਹੈ, ਉਹਦੇ ਲਈ ਮੇਲ ਮਰਜ ਹੀ ਵਰਤਿਆ ਜਾਊਗਾ। ਠੀਕ ਹੈ, ਯਾਦ ਰੱਖਣੀ ਹੈ ਗੱਲ, ਮੈਂ ਬੜਾ ਡਿਟੇਲ 'ਚ ਨਹੀਂ ਕਰਾਊਂਗਾ। ਤਾਂ ਜਦੋਂ ਇਹ ਗੱਲ ਯਾਦ ਰੱਖਿਓ, ਜਦੋਂ ਅਸੀਂ ਇੱਕੋ ਹੀ, ਜੇ ਤਾਂ ਅਸੀਂ 100 ਬੱਚਿਆਂ ਨੂੰ ਇਕੱਲੇ ਨੂੰ ਮੇਲ ਕਰੀਏ ਫਿਰ ਤਾਂ ਸਾਰਾ ਦਿਨ ਲੱਗੇ ਰਹਾਂਗੇ, ਸਿਰ ਖਪਾਈ ਹੋਈ ਜਾਊਗੀ। ਜੇ ਮੇਲ ਇੱਕ ਥਾਂ ਤੇ ਕਰੀਏ ਸਾਰਿਆਂ ਨੂੰ ਚੱਲ ਜੇ, ਉਹਨੂੰ ਅਸੀਂ ਬੋਲ ਦਿੰਦੇ ਹਾਂ ਮੇਲ ਮਰਜ। ਮੰਨ ਲਓ 100 ਬੱਚਿਆਂ ਨੂੰ ਮੇਲ ਕਰਨੀ ਹੈ, ਬਟ ਮੈਂ ਮੇਲ ਇੱਕ ਕਰਾਂ, ਅੱਗੇ ਦੀ ਮਲਟੀਪਲਾਈ ਹੋ ਕੇ ਸਾਰਿਆਂ ਨੂੰ ਚੱਲ ਜਾਣ, ਤਾਂ ਉਹਨੂੰ ਮੇਲ ਮਰਜ ਬੋਲ ਦਿੰਦੇ ਹਾਂ। ਸੇਮ ਲੈਟਰ ਟੂ ਡਿਫਰੈਂਟ ਪੀਪਲ ਵੀ ਕਰ ਸਕਦੇ ਹਾਂ, ਸੇਮ ਲੈਟਰ ਟੂ ਡਿਫਰੈਂਟ ਲੈਟਰ ਟੂ ਸੇਮ ਪੀਪਲ ਵੀ ਕਰ ਸਕਦੇ ਹਾਂ। ਜਿਵੇਂ ਅਸੀਂ ਹੋਮੀ ਭਾਬਾ ਹੋਸਟਲ ਦੇ ਵਿੱਚ ਅਸੀਂ ਸੌਫਟਵੇਅਰ ਬਣਾਇਆ ਸੀ, ਇੱਕ ਮੇਲ ਮਰਜ ਦੁਆਰਾ ਹੀ ਇੰਪਲੀਮੈਂਟ ਕੀਤਾ ਸੀ, ਜਿਹਦੇ ਵਿੱਚ ਅਸੀਂ ਸਟੂਡੈਂਟ ਨੂੰ ਭੇਜਦੇ ਸੀ, ਜਿਵੇਂ ਡੀਅਰ ਕੁਲਦੀਪ ਸਿੰਘ, ਮੇਰਾ ਰੂਮ ਨੰਬਰ ਉਦੋਂ 60B ਸੀ, 336 ਮੇਰਾ ਅਕਾਊਂਟ ਨੰਬਰ ਸੀ। ਇੱਥੇ ਕਹਿੰਦਾ ਤੇਰਾ ਮੈਸ ਬਿੱਲ ਡਿਟੇਲ ਹੈ 30 ਅਕਤੂਬਰ 2019 ਦੀ, ਕੰਟੀਨ ਇੰਨੀ ਹੈ, ਡਾਈਟਾਂ ਇੰਨੀਆਂ ਨੇ, ਤੇ ਗੈਸ ਡਾਈਟਾਂ ਇੰਨੀਆਂ ਨੇ, ਤੇ ਉਹਦੇ ਵਿੱਚੋਂ ਆਹ ਮੇਰਾ ਬਿੱਲ ਸੀਗਾ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਦਾ, ਇੰਨਾ ਬਿੱਲ। ਆਹ ਤਾਂ ਡਿਫਰੈਂਟ ਹੈ, ਮੇਰਾ ਹੋਰ ਕਿਸੇ ਦਾ ਹੋਰ ਹੈ। ਆਹ ਸੇਮ ਹੋ ਗਿਆ, ਨੋਟ ਇੰਸਟਰਕਸ਼ਨਾਂ ਸੇਮ ਹੋ ਗਈਆਂ ਨਾ, ਸਾਰੇ ਬੰਦਿਆਂ ਨੂੰ ਸੇਮ ਜਿਹਾ ਮੈਸੇਜ ਚਲਾ ਗਿਆ। ਸੋ ਇਹ ਅਸੀਂ ਵਰਡ ਦੇ ਵਿੱਚ ਕਰ ਸਕਦੇ ਹਾਂ ਮੇਲ ਮਰਜ। ਵੈਸੇ ਕਿਹੜੇ ਤੇ ਕਾਹਦੇ ਵਿੱਚ ਹੁੰਦਾ? ਵਰਡ ਸੌਫਟਵੇਅਰ ਦੇ ਵਿੱਚ। ਤੇ ਇਹਦਾ ਹੀ ਆਪਣਾ ਇੱਕ ਹੁੰਦਾ ਹੈਗਾ ਮੇਲ ਸਰਵਰ ਹੁੰਦਾ, ਉਹਦਾ ਨਾਮ ਹੁੰਦਾ ਹੈਗਾ ਆਊਟਲੁੱਕ। ਆਊਟਲੁੱਕ ਮੇਲ ਸਰਵਰ ਹੈ ਇੱਕ। ਆਊਟਲੁੱਕ ਇੱਕ ਮੇਲ ਸਰਵਰ ਹੈ, ਕਾਹਦੇ ਲਈ? ਮੇਲ ਭੇਜਣ ਲਈ ਵਰਤਿਆ ਜਾਂਦਾ। ਜਿਵੇਂ ਜੀਮੇਲ ਯਾਹੂ ਹੈ, ਉਵੇਂ ਹੀ MS ਆਫਿਸ ਦਾ ਆਪਣਾ ਇੱਕ ਮੇਲ ਸਰਵਰ ਹੈ ਆਊਟਲੁੱਕ। ਤੇ ਮੇਲ ਮਰਜ ਕਿੱਥੇ ਪਰਫਾਰਮ? ਵਰਡ ਨਹੀਂ ਆ, ਉਹ ਗਲਤ ਲਿਖਤਾ, ਵਰਡ ਨਹੀਂ, ਵਰਡ ਤੁਸੀਂ ਵੀ ਤਾਂ ਨੋਟ ਕਰ ਲਿਆ ਹੋਣਾ ਵੀ ਵਰਡ ਨਹੀਂ ਹੈਗਾ, ਇਹ ਵਰਡ ਹੈ। ਠੀਕ ਆ, ਸੋ ਫਿਰ ਇਹਦਾ ਆਨਸਰ ਸੀਗਾ ਸੀ, ਮੇਲ ਮਰਜ। ਬਹੁਤ ਇੰਪੋਰਟੈਂਟ ਹੈ, ਵੀ ਆਇਆ ਹੋਇਆ ਆਂਗਣਵਾੜੀ ਦੇ ਵਿੱਚ ਹੀ। ਇਨ ਮਾਈਕਰੋਸੋਫਟ ਵਰਡ ਦੀ ਪ੍ਰੋਸੈਸ ਆਫ ਰਿਮੂਵਿੰਗ ਅਨਵਾਂਟਡ ਪਾਰਟ ਆਫ ਇਮੇਜ। ਇਹ ਆਪਾਂ ਨੂੰ ਪਤਾ ਕ੍ਰੌਪ ਕਰਨਾ, WhatsApp ਤੇ ਆਪਾਂ ਫੋਟੋ ਭੇਜਦੇ ਹਾਂ, ਕ੍ਰੌਪ ਕਰਕੇ ਭੇਜਦੇ ਹਾਂ, ਹੈ ਨਾ, ਸੀ ਆਨਸਰ ਹੈ। ਅੱਗੇ ਫੰਕਸ਼ਨ ਤੇ ਵੀ ਕੁਐਸਚਨ ਪੁੱਛਿਆ ਗਿਆ। Function in Microsoft Excel worksheet represents the total number of entries in the Excel। बहुत इंपॉर्टेंट है, entries in the cell।
ਕਹਿੰਦਾ ਟੋਟਲ ਨੰਬਰ ਆਫ ਐਂਟਰੀਜ਼ ਦੱਸਣੀਆਂ ਨੇ ਐਕਸਲ ਸ਼ੀਟ ਦੇ ਵਿੱਚ। ਮੰਨ ਲਓ ਇਹ ਸ਼ੀਟ ਹੈ, ਇਹਦੇ ਵਿੱਚ ਪਹਿਲੀ ਐਂਟਰੀ, ਦੂਜੀ, ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਇਹ ਦੱਸਣੀਆਂ ਨੇ। ਫੰਕਸ਼ਨ ਇਨ MS ਐਕਸਲ ਵਰਕਸ਼ੀਟ ਰਿਪਰੈਜ਼ੈਂਟਸ ਦੀ ਟੋਟਲ ਨੰਬਰ ਆਫ ਐਂਟਰੀਜ਼। ਇਹਨਾਂ ਦਾ ਜੋੜ ਨਹੀਂ ਦੱਸਣਾ, ਟੋਟਲ ਸਮ ਨਹੀਂ ਦੱਸਣਾ, ਐਂਟਰੀਜ਼ ਗਿਣ ਕੇ ਕਿੰਨੀਆਂ ਨੇ, 6 ਨੇ। ਠੀਕ ਹੈ, ਤਾਂ ਉਹ ਕਾਹਦੇ ਕਿਹੜਾ ਹੋਊਗਾ, ਕਾਊਂਟ ਹੋਊਗਾ। ਕਾਊਂਟ ਫੰਕਸ਼ਨ ਹੈ ਆਪਣੇ ਕੋਲੇ ਵਰਤਿਆ ਜਾਊਗਾ। ਜਿਵੇਂ ਬਹੁਤ ਸਾਰੇ ਫੰਕਸ਼ਨ ਨੇ ਐਕਸਲ ਦੇ, ਪੁੱਛੇ ਜਾ ਸਕਦੇ ਨੇ। ਸਮ ਫੰਕਸ਼ਨ ਹੈ, ਐਵਰੇਜ, ਕਾਊਂਟ, ਕਾਊਂਟੇ, ਮੋਡ, ਨਾਓ, ਟੂਡੇ, ਫੈਕਟ, ਟ੍ਰਿਮ, ਮਿਨ ਤੇ ਮੈਕਸ। ਮਿਨ ਤੇ ਮੈਕਸ ਦੱਸਦੇ ਨੇ 2 3 1 ਨੰਬਰ ਨੇ, 30 40 50। ਇੱਥੇ ਮਿਨ ਲਾ ਦਾਂਗੇ 30 ਦੇ ਦੂਗਾ, ਮੈਕਸ ਲਾ ਦਾਂਗੇ 50 ਦੇ ਦੂਗਾ। ਟ੍ਰਿਮ ਹੁੰਦਾ ਕਿ ਅੱਗੇ ਪਿੱਛੇ ਸਪੇਸ ਛੱਡਤੀ ਆਪਾਂ, ਲੀਡਿੰਗ ਐਂਡ ਪਿੱਛੇ ਵਾਲੀ, ਅੱਗੇ ਪਿੱਛੇ ਵਾਲੀ ਸਪੇਸ ਕੱਟ ਦੂਗਾ, ਉਹਨੂੰ ਆਪਾਂ ਟ੍ਰਿਮ ਬੋਲ ਦਿੰਦੇ ਹਾਂ। ਫੈਕਟੋਰੀਅਲ ਕਿਵੇਂ ਕੱਢਦਾ ਹੁੰਦਾ, ਜਿਵੇਂ 4 ਫੈਕਟੋਰੀਅਲ ਕੱਢਣਾ ਹੀ ਹੁੰਦਾ 4 ਗੁਣਾ 3 ਗੁਣਾ 2 ਗੁਣਾ 1, 4 ਤੀਆ 12 ਦੂਣੇ 24। 5 ਫੈਕਟੋਰੀਅਲ ਦੱਸਣਾ, 5 ਗੁਣਾ 4 ਗੁਣਾ 3 ਗੁਣਾ 2 ਗੁਣਾ 1, 5 ਚੌਕਾ 20 ਤੀਆ 60 ਦੂਣੀ 120। ਕਈ ਵਾਰੀ ਤੁਹਾਨੂੰ ਕੁਐਸਚਨ ਆ ਜੇ ਕਿ ਵਟ ਵਿਲ ਬੀ ਦਾ ਆਂਸਰ ਆਫ ਫੈਕਟ 5, ਤਾਂ ਆਂਸਰ ਸਿੱਧਾ ਐਂ ਕਰਕੇ ਲਾ ਦਿਓ 120। ਜਿਹੜੀ ਮਰਜ਼ੀ ਚੀਜ਼ ਪਾ ਦੇ, ਤਾਂ ਹੁਣ ਤਾਂ ਕੱਢ ਲਓਗੇ ਹਨਾ। ਟੂਡੇ ਦੇ ਨਾਲ ਡੇਟ ਦੱਸਦਾ, ਨਾਓ, ਟੂਡੇ ਤੇ ਨਾਓ ਦੇ ਨਾਲ ਡੇਟ ਤੇ ਟਾਈਮ ਦੱਸਦਾ। ਠੀਕ ਆ। ਮੋਡ ਦੇ ਨਾਲ, ਮੋਡ ਕੀ ਹੁੰਦਾ, ਜਿਵੇਂ ਆਪਾਂ 10 ਨੂੰ ਡਿਵਾਈਡ ਕਰਤਾ 3 ਤੇ, 10 ਨੂੰ 3 ਤੇ ਡਿਵਾਈਡ ਕਰਾਂਗੇ, 3 ਬਾਹਰ 10 ਵਿੱਚ, 30 9, 1 ਬਚ ਗਿਆ, ਰਿਮਾਈਂਡਰ। ਮੋਡ ਦੱਸਦਾ, ਮੋਡੂਲਸ ਆਪਰੇਟਰ ਦਾ ਸਾਨੂੰ ਰਿਮਾਈਂਡਰ ਦੱਸਦਾ। ਜਿਵੇਂ ਆਪਾਂ 7 ਨੂੰ ਆਪਾਂ 4 ਤੇ ਡਿਵਾਈਡ ਕਰਾਂਗੇ ਤਾਂ ਰਿਮਾਈਂਡਰ ਆ ਗਿਆ 3, ਤਾਂ ਮੋਡ 3 ਹੋ ਜਾਊਗਾ। ਠੀਕ ਹੈ। ਕਾਊਂਟ, ਐਵਰੇਜ, ਉਹਦੀ ਐਵਰੇਜ ਦੱਸਦਾ, ਸਮ ਆਪਾਂ ਨੂੰ ਸਾਰਿਆਂ ਨੂੰ ਜੋੜ ਕੇ ਦੱਸਦਾ। ਕਾਊਂਟ ਤੇ ਕਾਊਂਟ ਏ ਚ ਮੈਂ ਡਿਫਰੈਂਸ ਦੱਸ ਦਿੰਦਾ, ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ, ਪੁੱਛਿਆ ਜਾ ਸਕਦਾ ਹੈ। ਜਿਵੇਂ ਇਹ ਆਪਣੇ ਕੋਲੇ ਸਟੂਡੈਂਟ ਦਾ ਨੇਮ, ਰੋਲ ਨੰਬਰ ਤੇ ਮਾਰਕਸ ਨੇ। ਇੱਥੇ ਮਾਰਕਸ ਪਤਾ ਨਹੀਂ ਲੱਗੇ ਆਪਾਂ ਨੂੰ, ਆਹ ਰੋਲ ਨੰਬਰ 4 ਦੇ ਆਪਾਂ ਖਾਲੀ ਛੱਡਤਾ। ਇੱਕ 7ਵਾਂ ਰੋਲ ਨੰਬਰ ਐਬਸੈਂਟ ਸੀ। ਜੇ ਮੈਂ ਕਾਊਂਟ ਲਾਤਾ ਆਹ ਸੈੱਲ ਤੇ, ਤਾਂ ਉਹਨੇ ਸਿਰਫ ਨੂਮੈਰਿਕ ਵੈਲਿਊ ਨੂੰ ਕਾਊਂਟ ਕਰ ਲੈਣਾ, 1 2 3 4, ਉਹਨੇ ਆਂਸਰ 4 ਦੇ ਦੇਣਾ। ਬਟ ਜੇਕਰ ਮੈਂ ਕਾਊਂਟ ਏ ਲਾਤਾ, ਉਹਨੇ ਖਾਲੀ ਵੈਲਿਊ ਨੂੰ ਛੱਡਣਾ, ਇਹਨੂੰ ਵੀ ਕਾਊਂਟ ਕਰਨਾ, 1 2 3 4 ਤੇ 5, ਤੇ ਇੱਥੇ 5 ਆ ਜੂ। ਤਾਂ ਕਾਊਂਟ ਹੈਗਾ ਜਿਹੜਾ ਓਨਲੀ ਨੂਮੈਰਿਕ ਵੈਲਿਊ ਨੂੰ ਕਾਊਂਟ ਕਰਦਾ, ਤੇ ਕਾਊਂਟ ਏ ਫੰਕਸ਼ਨ ਹੈ ਇਕੱਲੇ ਐਮਪਟੀ ਸੈੱਲ ਨੂੰ ਕਾਊਂਟ ਨਹੀਂ ਕਰਦਾ, ਬਾਕੀ ਸਾਰਿਆਂ ਨੂੰ, ਚਾਹੇ ਐਰਰ ਵੈਲਿਊ ਹੈ, ਚਾਹੇ ਟੈਕਸਟ ਹੈ, ਚਾਹੇ ਨੂਮੈਰਿਕ ਹੈ, ਸਾਰਿਆਂ ਨੂੰ ਕਾਊਂਟ ਕਰਦਾ। ਤਾਂ ਯਾਦ ਰੱਖਣਾ, ਕਾਊਂਟ ਦੇ ਨਾਲ ਦਾ ਕੁਐਸਚਨ ਵੀ ਹੈ ਇੱਕ, ਵੈਸੇ ਆਂਸਰ ਪਹਿਲਾਂ ਹੀ ਆਇਆ ਹੋਇਆ, ਮੈਂ ਲਾਉਣਾ ਭੁੱਲ ਗਿਆ, ਟ੍ਰਾਂਜੀਸ਼ਨ ਲਾਉਣੀ ਭੁੱਲ ਗਿਆ। ਕਾਊਂਟ ਦਾ ਹੁੰਦਾ ਕਾਊਂਟ ਨੌਨ ਐਮਪਟੀ ਸੈਲਸ, ਯਾਨੀ ਕਿ ਐਮਪਟੀ ਨੂੰ ਛੱਡੂਗਾ, ਬਾਕੀ ਸਾਰਿਆਂ ਨੂੰ ਕਾਊਂਟ ਕਰੂਗਾ। ਠੀਕ ਆ। ਅਗਲਾ ਕੁਐਸਚਨ ਉਹੀ ਹੈ, ਚਲੋ ਇਹਦੇ ਚ ਸੀ ਹੈ ਕਾਊਂਟ ਕਰਨ ਦੇ ਲਈ। ਠੀਕ ਆ। ਟੂ ਰਿਟਰਨ ਦੀ ਰਿਮਾਈਂਡਰ ਆਫਟਰ ਦਾ ਨੰਬਰ ਇਜ਼ ਡਿਵਾਈਡਡ ਬਾਈ ਏ ਡਿਵਾਈਜ਼ਰ ਇਨ ਮਾਈਕਰੋਸਾਫਟ ਐਕਸਲ ਵੀ ਯੂਜ਼ ਦੀ ਫੰਕਸ਼ਨ। ਦੇਖੋ ਬਹੁਤ ਵਧੀਆ ਕੁਐਸਚਨ ਹੈ। ਰਿਮਾਈਂਡਰ ਦੇ ਲਈ ਮੈਂ ਹੁਣੀ ਦੱਸ ਕੇ ਆਇਆ ਤੁਹਾਨੂੰ, ਮੋਡ ਵਰਤਿਆ ਜਾਂਦਾ। ਠੀਕ ਹੈ, ਸੀ ਆਂਸਰ ਹੈ। ਤੇ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਵੀ ਆਂਗਣਵਾੜੀ ਸੁਪਰਵਾਈਜ਼ਰ ਦੇ ਵਿੱਚ ਆਇਆ ਹੋਇਆ, ਮੈਂ ਆਹ ਹਟਾਉਣਾ ਭੁੱਲ ਗਿਆ, ਚਲੋ ਕੋਈ ਨਹੀਂ, ਕਿਹੜਾ ਆਪਣੇ ਛੜਾ ਮਾਰਦਾ ਹੈ। ਕਹਿੰਦਾ ਮਾਈਕਰੋਸਾਫਟ ਪਾਵਰ ਪੁਆਇੰਟ ਦੇ ਵਿੱਚ ਕਿਹੜਾ ਸ਼ਾਰਟਕਟ ਕੀ ਹੈ ਜਿਹਦੇ ਨਾਲ ਪ੍ਰੈਜੈਂਟੇਸ਼ਨ ਸਟਾਰਟ ਕਰ ਸਕਦੇ ਆ ਬਿਗਨਿੰਗ ਤੋਂ, ਤਾਂ ਉਹਦੇ ਲਈ ਆਂਸਰ ਤਾਂ F5 ਹੈ। ਤਾਂ ਹੁਣ ਜ਼ਰੂਰੀ ਤਾਂ ਨਹੀਂ ਹੈਗਾ ਵੀ ਉਹਦੇ 'ਚ ਆਪਾਂ ਨੂੰ ਬਿਗਨਿੰਗ ਤੋਂ ਪੁੱਛ ਲਿਆ, ਤੇ ਜਿਹੜਾ ਆਪਣਾ ਪੇਪਰ ਇਹਦੇ 'ਚ ਵੀ ਬਿਗਨਿੰਗ ਤੋਂ ਪੁੱਛੂਗਾ, ਤਾਂ ਕਰਕੇ ਮੈਂ ਨਾਲ ਵੀ, ਮੇਰੀ ਆਦਤ ਹੈ, ਮੈਂ ਕਰਵਾ ਦਿੰਦਾ। ਠੀਕ ਹੈ, ਮੈਨੂੰ ਸਬਰ ਨਹੀਂ ਆਉਂਦਾ ਜੇ ਮੈਂ ਚੰਗੀ ਤਰ੍ਹਾਂ ਨਾ ਕਰਾਵਾਂ। ਸਟਾਰਟ ਤੋਂ ਸ਼ੁਰੂ ਕਰਨ ਦੇ ਲਈ PPT F5, ਤੇ ਕਰੰਟ ਸਲਾਈਡ ਤੋਂ, ਮੰਨ ਲਓ ਜਿਹੜੀ ਸਲਾਈਡ ਤੇ ਖੜੇ ਆ ਉੱਥੋਂ ਹੀ ਆਪਾਂ ਚਲਾਉਣਾ ਹੈ, ਤਾਂ ਸ਼ਿਫਟ F5 ਹੈ ਨਾ। ਤੇ ਪ੍ਰੈਜ਼ੈਂਟਰ ਵਿਊ ਹੁੰਦਾ ਇੱਕ, ਪ੍ਰੈਜ਼ੈਂਟਰ ਵਿਊ, ਉਹਦੇ ਲਈ Alt 5। ਇੱਕ ਦੋ ਚੀਜ਼ਾਂ, ਜੇ ਬਲੈਂਕ ਸਲਾਈਡ ਲੈ ਕੇ ਆਉਣੀ, ਜਿਵੇਂ ਮੈਂ B ਦੱਬਾਂ, ਦੇਖੋ ਕਾਲੇ ਰੰਗ ਦੀ ਸਲਾਈਡ ਆ ਗਈ, ਇੱਥੇ ਲਿਖੀ ਜਾਵਾਂਗੇ, B ਦੁਬਾਰੇ ਦੱਬ ਦਾਂਗੇ ਉਹੀ ਚੀਜ਼ ਆ ਜੂ, ਦੁਬਾਰੇ ਦੱਬਿਆ ਉੱਡ ਜਾਂਦਾ, ਉਹ ਇੱਕ ਵਾਰੀ ਆਉਂਦਾ, ਕਿਤੇ ਸੇਵ ਨਹੀਂ ਕਰਦਾ। ਬਲੈਂਕ ਸਲਾਈਡ ਦੇ ਲਈ ਪੀਰੀਅਡ ਜਾਂ B, ਵਾਈਟ ਸਲਾਈਡ ਦੇ ਲਈ W ਆ, ਦੇਖੋ ਵਾਈਟ ਸਲਾਈਡ ਲਿਖਿਆ, ਫਿਰ W ਦੱਬਿਆ, ਫਿਰ W ਦੱਬਿਆ, ਪੁਰਾਣਾ ਉੱਡ ਗਿਆ। ਤਾਂ ਬਲੈਂਕ ਸਲਾਈਡ ਦੇ ਲਈ W, ਗਲਤ ਹੋ ਗਿਆ ਕੰਮ, ਬਲੈਂਕ ਨਹੀਂ ਆਉਣਾ ਸੀ ਇੱਥੇ, ਇੱਥੇ ਜੇ ਕੀ ਹੋ ਗਿਆ, ਆ ਤਾਂ ਸੀਗਾ ਬਲੈਂਕ ਕੇ ਬਲੈਕ ਹੈ ਯਾਰ, ਹਾਂ ਬਲੈਂਕ ਮਤਲਬ ਖਾਲੀ, ਬਲੈਂਕ ਬਲੈਕ, ਬਲੈਂਕ ਬਲੈਕ ਸਲਾਈਡ ਦੇ ਲਈ B, ਤੇ ਬਲੈਂਕ ਵਾਈਟ ਦੇ ਲਈ W। ਮੈਂ ਕਨਫਿਊਜ਼ ਹੋ ਗਿਆ ਥੋੜਾ ਜਿਹਾ। ਠੀਕ ਆ। ਸੋ ਜੇ ਅਸੀਂ ਸਟਾਪ ਕਰਨਾ ਪ੍ਰੈਜੈਂਟੇਸ਼ਨ ਨੂੰ S,
ਤੇ ਜੇ ਪ੍ਰੈਜੈਂਟੇਸ਼ਨ ਦੇ ਵਿੱਚੋਂ ਐਂਡ ਕਰਨਾ ਹੈ, ਐਗਜ਼ਿਟ ਕਰਨਾ ਹੈ, ਸਟਾਪ ਔਰ ਰੀਸਟਾਰਟ ਆਟੋਮੈਟਿਕ ਪ੍ਰੈਜੈਂਟੇਸ਼ਨ ਹੈ ਨਾ, ਐਸ ਹੈ। ਤੇ ਜੇ ਐਗਜ਼ਿਟ ਕਰਨਾ ਤਾਂ ਐਸਕੇਪ ਹੈ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਆਨਸਰ ਇਹਦਾ ਏ ਹੈ। ਠੀਕ ਆ। ਸੋ ਇਹ ਆਪਾਂ ਮੈਰਾਥਨ ਦੇ ਵਿੱਚ ਕੁਐਸਚਨ ਡਿਸਕਸ ਕੀਤੇ ਨੇ ਟਾਰਗੇਟ ਕਰਕੇ, ਸਪੈਸ਼ਲੀ ਤੁਹਾਨੂੰ ਦੱਸਿਆ ਹੀ ਆ ਵੀ ਇਹ ਸਾਰੇ ਪੇਪਰਾਂ ਨੂੰ ਹੀ ਟਾਰਗੇਟ ਕਰ ਰਹੀ ਹੈ ਸੀਰੀਜ਼। ਤੇ ਆਈ ਹੋਪ ਕਿ ਤੁਹਾਡਾ ਪੇਪਰ ਵਧੀਆ ਹੋਊਗਾ। ਬਾਕੀ 1-2 ਟੌਪਿਕ ਹੋਰ ਰਹਿੰਦੇ ਨੇ ਜਿਵੇਂ ਲਾਇਬ੍ਰੇਰੀਅਨਾਂ ਦੇ, ਉਹ ਵੀ ਮੈਂ ਕਰਵਾਊਂਗਾ। ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੋਈ ਹੋਰ ਟੌਪਿਕ ਚਾਹੀਦਾ, ਤੇ ਜੇ ਮੇਰੇ ਕੋਲ ਟਾਈਮ ਹੋਇਆ ਮੈਂ ਜ਼ਰੂਰ ਕਰਾਊਂਗਾ। ਤੇ ਜੀ ਜਾਨ ਲਾ ਕੇ ਮਿਹਨਤ ਕਰੋ, ਕੋਈ ਗੱਲ ਨਹੀਂ। ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜਾਊਗਾ, ਨਹੀਂ ਕਲੀਅਰ ਹੋਊਗਾ। ਸਟ੍ਰੈਸ ਲੈਣਾ ਨਹੀਂ, ਸਟ੍ਰੈਸ ਨਹੀਂ ਲੈਣਾ, ਟੈਨਸ਼ਨ ਨਹੀਂ ਲੈਣੀ। ਐ ਮਤਲਬ ਤਿਆਰ ਬਰ ਤਿਆਰ ਹੋ ਕੇ ਜਾਓ ਵੀ ਖੜੇ ਆ ਤਿਆਰ, ਕੋਈ ਚੱਕਰ ਨਹੀਂ। ਨਹੀਂ ਹੋਊਗਾ ਫਿਰ ਕੀ ਹੈ, ਤਾਂ ਉਸ ਚੀਜ਼ ਦੇ ਲਈ ਪ੍ਰਪੇਅਰ ਹੋ ਕੇ ਜਾਓ। ਤਾਂ ਜੇ ਪੇਪਰ ਦੇ ਵਿੱਚ ਸਟ੍ਰੈਸ ਲੈ ਕੇ ਚਲੇ ਗਏ ਕਿ ਮੈਂ ਤਾਂ ਕਲੀਅਰ ਕਰਨਾ ਹੀ ਕਰਨਾ, ਮੇਰਾ ਤਾਂ ਆਹੀ ਜ਼ਿੰਦਗੀ ਦਾ ਲਾਸਟ ਟਾਈਮ ਹੈ, ਮੇਰਾ ਫਿਰ ਕੁਝ ਨਹੀਂ ਬਚਿਆ, ਫਿਰ ਥੋੜਾ ਜਿਹਾ ਔਖਾ ਹੋ ਜੂ, ਫਿਰ ਤੁਹਾਡੀ ਉੱਥੇ ਪਰਫਾਰਮੈਂਸ ਵਧੀਆ ਨਹੀਂ ਹੋਊਗੀ। ਤਾਂ ਜੇ ਪਰਫਾਰਮੈਂਸ ਵਧੀਆ ਕਰਨੀ ਹੈ ਤਾਂ ਕੀ ਕਰਕੇ ਜਾਓ, ਟੈਨਸ਼ਨ ਸਟ੍ਰੈਸ ਲਾ ਕੇ ਜਾਓ। ਇਹ ਸੋਚੋ ਵੀ ਨਹੀਂ ਹੋਊਗਾ ਜ਼ਿਆਦਾ ਤੋਂ ਜ਼ਿਆਦਾ, ਹੋਰ ਗੋਲੀਆਂ ਥੋੜੀ ਮਾਰ ਦੇਣਗੇ ਤਾਂ ਆਪਣੇ ਘਰ ਦੇ ਜਾਂ ਤੁਹਾਡੇ ਆਸੇ ਪਾਸੇ ਵਾਲੇ, ਜਾਂ ਤੁਹਾਡਾ ਕੋਈ ਲਵਡ 143 ਜਿਹੜੇ ਤੁਹਾਡੇ ਬੰਦੇ ਤੁਹਾਨੂੰ ਪਿਆਰ ਕਰਦੇ ਨੇ ਵੀ ਹਾਂ ਇਹ ਬੰਦੇ ਦਾ ਹੋ ਜੂ, ਉਮੀਦਾਂ ਆਸਾਂ ਲਾਈਆਂ। ਬਹੁਤ ਸਾਰੇ ਬੱਚੇ ਮੈਰਿਡ ਨੇ ਤੁਹਾਡੇ ਚੋਂ, ਜਿਵੇਂ ਖਾਸ ਕਰਕੇ ਲਾਇਬ੍ਰੇਰੀ ਵਾਲੇ ਹੈ ਨਾ। ਸੋ ਇਹ ਥੋੜੀ ਹੈ ਯਾਰ, ਜੇ ਨਹੀਂ ਹੋਊਗੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਪੇਪਰ ਨਾਲ ਥੋੜੀ ਤੋਲਿਆ ਜਾਊਗਾ ਕਿ ਹਾਂ ਤੁਸੀਂ ਤੁਹਾਡਾ ਪੇਪਰ ਕਲੀਅਰ ਨਹੀਂ ਹੋਇਆ ਤਾਂ ਜੀ ਤੁਸੀਂ ਤਾਂ ਬੰਦੇ ਹੀ ਨਹੀਂ ਕੰਮ ਦੇ। ਇਹੋ ਜਿਹੀ ਚੀਜ਼ ਨਹੀਂ ਹੁੰਦੀ। ਮਿਹਨਤ ਕਰੋ, ਜੀ ਜਾਨ ਲਾਓ, ਸਟ੍ਰੈਸ ਨਾ ਤਾਂ ਘਰਦਿਆਂ ਨੂੰ ਕਹੋ ਵੀ ਸਾਡੇ ਤੇ ਬਣਾਓ, ਨਾ ਕਿਸੇ ਬੰਦੇ ਸਾਹਮਣੇ ਫਾਲਤੂ ਦੀ ਹਵਾਈ ਫਾਇਰ ਵੀ ਨਾ ਕਰੋ ਵੀ ਮੇਰਾ ਤਾਂ ਹੋ ਜੂ, ਮੇਰੀ ਬਹੁਤ ਤਿਆਰੀ ਹੋਊਗੀ। ਤੇ ਇੱਕ ਕਿਸੇ ਦੇ ਨਾਲ ਜੈਲਸੀ ਨਾ ਕਰੋ। ਇਹ ਨਾ ਸੋਚੋ ਵੀ ਮੈਂ ਤਾਂ ਇਹ ਵੀਡੀਓ ਸ਼ੇਅਰ ਨਹੀਂ ਕਰਨੀ, ਉਹਦਾ ਨੰਬਰ ਲੈ ਜੂ, ਐਂ ਕਰ ਜੂ। ਮਨ ਸਾਫ਼ ਰੱਖੋ। ਜੇ ਪ੍ਰਮਾਤਮਾ ਨੇ ਤੁਹਾਡਾ ਉੱਥੇ ਨੰਬਰ ਲਿਖਿਆ ਨਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਤਾਂ ਹੋ ਸਕੇ ਤਾਂ ਸਮਾਂ ਕੱਢ ਕੇ ਦੂਜੇ ਬੰਦਿਆਂ ਨੂੰ ਪੜ੍ਹਾਓ, ਕਿਉਂਕਿ ਮੇਰਾ ਗੁਰਮੰਤਰ ਇਹੀ ਆ, ਮੈਂ ਸਿੱਖਿਆ ਦੂਜਿਆਂ ਨੂੰ ਪੜ੍ਹਾ ਕੇ। ਜਿੰਨਾ ਅਸੀਂ ਦੂਜੇ ਬੰਦਿਆਂ ਨੂੰ ਪੜ੍ਹਾਵਾਂਗੇ ਓਨਾ ਹੀ ਸਾਨੂੰ ਸਵਾਦ ਆਉਂਦਾ। ਠੀਕ ਹੈ। ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਵੀ ਜੇ ਅਸੀਂ ਟੌਪਿਕ ਸਾਨੂੰ ਕੋਈ ਔਖਾ ਲੱਗਦਾ ਉਹ ਅਸੀਂ ਦੂਜੇ ਬੰਦਿਆਂ ਨੂੰ ਪੜ੍ਹਾ ਦਿਓ, ਚਾਹੇ ਫੋਨ ਤੇ ਪੜ੍ਹਾ ਲਓ। ਜ਼ਰੂਰੀ ਥੋੜਾ ਵੀ ਆਪਾਂ ਉਸ ਬੰਦੇ ਨੂੰ ਕੋਲੇ ਹੀ ਪਹੁੰਚਣਾ ਹੈਗਾ। ਤਾਂ ਜਿੰਨਾ ਤੁਸੀਂ ਦੂਜੇ ਬੰਦੇ ਨੂੰ ਦੱਸੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਚੀਜ਼ਾਂ ਦੀ ਕਲੈਰਿਟੀ ਹੋਊਗੀ। ਤੇ ਇੱਕ ਨੋਟ ਪੁਆਇੰਟ ਬਣਾਉਣੇ ਸਟਾਰਟ ਕਰ ਦਿਓ, ਚਾਹੇ ਫੋਰੈਸਟ ਗਾਰਡ ਵਾਲੇ ਬੰਦੇ ਹੈ, ਚਾਹੇ ਕਲਰਕ ਵਾਲੇ ਹੈ, ਤੇ ਚਾਹੇ ਬੰਦੇ ਹੈਗੇ ਨੇ ਐਕਸਾਈਜ਼ ਇੰਸਪੈਕਟਰ ਵਾਲੇ। ਨੋਟ ਪੁਆਇੰਟ ਇੱਕ ਕਾਪੀ ਲਾ ਲਓ, ਜਿਹੜੀ ਨੋਟ ਪੁਆਇੰਟ ਤੇ ਹਰ ਸਬਜੈਕਟ ਦੇ ਨੋਟ ਪੁਆਇੰਟ ਇੰਪੋਰਟੈਂਟ ਪੁਆਇੰਟ, ਕਿਉਂਕਿ ਚੀਜ਼ਾਂ ਇਹ ਆਪਾਂ ਨੂੰ ਭੁੱਲ ਜਾਂਦੀਆਂ ਨੇ। ਤਾਂ ਇਹ ਮੌਕੇ ਦੀ ਚੀਜ਼ਾਂ ਦੁਬਾਰਾ ਯਾਦ ਕਰਨੀਆਂ ਪੈਂਦੀਆਂ ਹੁੰਦੀਆਂ ਨੇ। ਉਹਦੇ ਲਈ ਸਿਰਫ ਸਾਨੂੰ ਭਾਲਣਾ ਨਾ ਪਵੇ ਵੀ ਕਿੱਥੇ ਲਿਖਿਆ ਸੀ, ਕਿਵੇਂ ਸੀ। ਨੋਟ ਪੁਆਇੰਟ ਵਾਲੀ ਇੱਕ ਨੋਟਬੁੱਕ ਹੋਊਗੀ, ਪੇਪਰ ਤੋਂ ਪਹਿਲਾਂ ਇੱਕ ਦਿਨ ਇਹੀ ਨੋਟ ਪੁਆਇੰਟ ਨੂੰ ਆਪਾਂ ਰਿਵਾਈਜ਼ ਕਰਾਂਗੇ। ਇਹ ਮੈਨੂੰ ਲੱਗਦਾ ਕਿ ਬੈਨੀਫਿਟ ਹੈ। ਠੀਕ ਹੈ। ਤੇ ਬਾਕੀ ਪੇਪਰ ਦੇ ਵਿੱਚ ਬੈਠ ਗਏ ਜਦੋਂ ਐ ਮਤਲਬ ਪਰਮਾਨੰਦ ਹੋ ਜਾਊ ਵੀ ਠੀਕ ਆ, ਆਉਂਦਾ ਸਭ ਕੁਝ। ਹੁਣ ਤੁਹਾਨੂੰ ਇਹ ਵੀ ਲੱਗਦਾ ਹੋਣਾ, ਸਟ੍ਰੈਸ ਵੀ ਹੋ ਗਿਆ ਹੋਣਾ, ਟੈਨਸ਼ਨ ਵੀ ਹੋ ਗਿਆ ਹੋਣਾ। ਕਾਫੀ ਬੱਚਿਆਂ ਨੇ ਮੈਨੂੰ ਪੰਜਾਬ ਪੁਲਿਸ ਵੇਲੇ ਵੀ ਮੈਸੇਜ ਆਇਆ ਕਿ ਸਰ ਸਾਨੂੰ ਸਟ੍ਰੈਸ ਟੈਨਸ਼ਨ ਹੋ ਰਹੀ ਹੈ ਵੀ ਪਤਾ ਨਹੀਂ ਪੇਪਰ ਕਲੀਅਰ ਹੋਊਗਾ ਕਿ ਨਹੀਂ, ਕੀ ਪੜ੍ਹੀਏ, ਬਲੈਂਕ ਹੋ ਗਿਆ। ਪਹਿਲਾਂ ਲੱਗਦਾ ਹੀ ਹੁੰਦਾ, ਪਰ ਉਹ ਬੰਦੇ ਆਏ ਆ ਕਰਕੇ। ਉਹਨਾਂ ਬੰਦਿਆਂ ਨੇ ਮੈਨੂੰ ਸਕਰੀਨਸ਼ਾਟ ਭੇਜੇ ਆ ਵੀ ਅਸੀਂ ਕੁੱਤੀਆਂ ਕੰਨਾਂ ਤੇ ਚੜਾ ਕੇ ਆਏ ਆ, ਹਨਾ। ਸੋ ਤੁਸੀਂ ਵੀ, ਤੁਹਾਡਾ ਵੀ ਇਹ ਕਹਿ ਲਓ ਵੀ ਸਿੱਧੀਆਂ ਹੀ ਪਾਊਗਾ ਵੀ ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਉਂਦਾ। ਤੁਸੀਂ ਕਵੱਲੀਆਂ ਹੀ ਕਰਨੀਆਂ ਹੁਣ, ਸਿੱਧੀਆਂ ਪਾਉਣ ਵਾਲਾ ਪਰਮਾਤਮਾ। ਠੀਕ ਹੈ। ਸੋ ਇੰਨਾ ਕੀ ਸਫੀਸ਼ੀਐਂਟ ਹੈ, ਇੰਨਾ ਕੁ ਟੀਕਾ ਬਹੁਤ ਹੈ। ਆਈ ਥਿੰਕ ਕਿ ਤੁਹਾਨੂੰ ਹੈਲਪ ਜ਼ਰੂਰ ਹੋਊਗੀ ਇਸ ਚੀਜ਼ ਦੇ ਨਾਲ। ਸੋ ਬਾਕੀ ਜਿਹੜਾ ਹੈ ਕੰਮ, ਜਿਹੜਾ ਹੈ ਦੂਜੀ ਮੈਰਾਥਨ ਜਾਂ ਜਿਹੜਾ ਚੈਪਟਰ ਵਾਈਜ਼ ਆਪਣੀ ਸੀਰੀਜ਼ ਚੱਲ ਰਹੀ ਉਹ ਆਪਾਂ ਕੰਟੀਨਿਊ ਰੱਖਾਂਗੇ। ਥੋੜਾ ਜਿਹਾ ਮੈਨੂੰ ਇਹ ਹੁੰਦਾ ਵੀ ਕੰਮ ਵਧੀਆ ਤਰੀਕੇ ਨਾਲ ਕਰਾਇਆ ਜਾਵੇ, ਤਾਂ ਕਰਕੇ ਆਪਾਂ ਜਲਦਬਾਜ਼ੀ ਨਹੀਂ ਕਰਦੇ। ਚੈਪਟਰ ਵਾਈਜ਼ ਸੀਰੀਜ਼ ਦੇ ਵਿੱਚ ਹੋਰ ਮੈਂ ਬਹੁਤ ਸਾਰੀਆਂ ਚੀਜ਼ਾਂ ਐਡ ਕਰ ਰਿਹਾ। ਮੈਨੂੰ ਇਹ ਆ ਵੀ ਉਹ ਸੀਰੀਜ਼ ਨੂੰ ਆਪਾਂ ਇੱਕ ਐਵੇਂ ਦੀ ਸੀਰੀਜ਼ ਬਣਾਈਏ ਵੀ ਉਹਦੇ ਤੋਂ ਕੁਝ ਵੀ ਬਾਹਰ ਨਾ ਹੋਵੇ ਕੁਐਸਚਨਾਂ ਦੇ ਹਿਸਾਬ ਨਾਲ। ਤੇ ਬਾਕੀ ਮੈਂ ਵੇਟ ਕਰਦਾ ਹੁੰਦਾ ਤੁਹਾਡੇ ਮੈਸੇਜ, ਮੈਂ ਸਾਰੇ ਪੜ੍ਹਦਾ। ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਲੱਗਿਆ। ਸੁਜੈਸ਼ਨ ਵੀ ਦੇ ਸਕਦੇ ਹੋ ਤੁਸੀਂ ਇਹਨਾਂ ਚੀਜ਼ਾਂ ਦੇ ਲਈ। ਠੀਕ ਹੈ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।